ਸ਼ੇਰੇ ਪੰਜਾਬ 600 AM ਤੇ ਨਿੱਘਾ ਹਾਰਦਿਕ ਸਵਾਗਤ ਹੈ। ਮੈਂ ਤੁਹਾਡਾ ਮੇਜ਼ਬਾਨ ਹਰਜੀਤ ਸਿੰਘ ਗਿੱਲ ਸ਼ੋਅ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ। 9:08 ਹੋਏ ਨੇ। 16 ਦਸੰਬਰ ਹੈ, ਬੁੱਧਵਾਰ ਹੈ, ਵਰ੍ਹਾ 2020 ਦਾ। 3 ਪੋ ਨਾਨਕ ਸ਼ੇ ਸੰਮਤ 552। ਨਿੱਘਾ ਹਾਰਦਿਕ ਸਵਾਗਤ ਹੈ। ਵੱਡਿਆਂ ਸਾਕਿਆਂ ਦਾ ਮਹੀਨਾ ਹੈ, ਯਾਦ ਰੱਖਿਓ। ਹਰਜੀਤ ਸਿੰਘ ਗਿੱਲ ਸ਼ੋਅ ਦੇ ਵਿੱਚ ਸ਼ੁਰੂਆਤ ਦੇ ਵਿੱਚ ਅੱਜ ਇੱਕ CBC ਦੇ ਵਿੱਚ ਓਪੀਨੀਅਨ ਛਪਿਆ। ਉਹਦੀ ਲੇਖਿਕਾ ਰਾਜੀ ਔਜਲਾ, ਸਾਡੀ ਓਕਨਾਗਨ ਦੀ ਰਹਿਣ ਵਾਲੀ, ਖੇਤੀ ਕਰਨ ਵਾਲੇ ਪਰਿਵਾਰ ਦੀ ਇਸ ਲੜਕੀ ਦਾ ਨਾਂ ਹੈ ਬਹੁਤ, ਤੇ ਜਿਹੜਾ ਆਪਣੇ ਧਰਮ, ਆਪਣੇ ਸੱਭਿਆਚਾਰ, ਆਪਣੇ ਕੰਮ ਕਰਕੇ ਮਾਣ ਮਹਿਸੂਸ ਕਰਦੀ ਹੈ। ਰਾਜੀ ਔਜਲਾ ਤੇ ਜਗਦੀਸ਼ ਮਾਨ ਨੇ ਅਸਲ ਇੱਕ CBC ਦੇ ਵਿੱਚ ਓਪੀਨੀਅਨ ਲਿਖਿਆ, ਜਿਹਦੇ ਵਿੱਚ ਇਹ ਲਿਖਿਆ ਕਿ ਖੇਤਾਂ ਦੇ ਜਾਇਆਂ ਦਾ, ਫਾਰਮਰਸ ਦਾ ਜਿਹੜਾ ਇੰਡੀਆ ਦੇ ਵਿੱਚ ਪ੍ਰੋਟੈਸਟ ਆ, ਇਹ ਲੈਂਡ ਰਾਈਟਸ ਲਈ ਨਹੀਂ ਹੈ ਸਿਰਫ, ਇਹ ਸਾਡੀ ਹੋਂਦ ਦੀ ਗੱਲ ਉਹ ਹੋਂਦ ਦੀ ਗੱਲ ਹੈ ਕਿ ਦੇ ਆਰ ਅਬਾਊਟ ਆਵਰ ਵੈਰੀ ਆਇਡੈਂਟੀਟੀ। ਤੇ ਇਸ ਦੇ ਲਈ ਰਾਜੀ ਔਜਲਾ ਨਾਲ ਪਹਿਲੇ ਹਿੱਸੇ 'ਚ ਗੱਲ ਹੋਏਗੀ, ਫਿਰ ਨਵਕਿਰਨ ਸਿੰਘ ਪੱਤੀ ਪੰਜਾਬ ਤੋਂ ਗੱਲਬਾਤ ਕਰਨਗੇ। ਨਵਕਿਰਨ ਸਿੰਘ ਪੱਤੀ ਤੋਂ ਬਾਅਦ ਅਗਲੇ ਹਿੱਸੇ ਦੇ ਵਿੱਚ ਆਖਰੀ ਘੰਟੇ ਦੇ ਵਿੱਚ ਕ੍ਰਿਸਮਸ ਦੀ ਗੱਲ ਹੋਏਗੀ। ਕ੍ਰਿਸਮਸ ਇੱਥੇ ਕਿਵੇਂ ਮਨਾਈ ਜਾਂਦੀ ਹੈ, ਕ੍ਰਿਸਮਸ ਬਾਰੇ 2019 ਦੇ ਕੁਛ ਪੋਲ ਨੇ ਕਿ ਇਹ ਧਾਰਮਿਕ ਹੈ, ਇਹ ਸੱਭਿਆਚਾਰਕ ਹੈ, ਇਹ ਸੈਲੀਬ੍ਰੇਸ਼ਨ ਹੈ। ਬਾਹਰੋਂ ਆਏ ਜਿੰਨੇ ਅਸੀਂ ਉਹ ਕ੍ਰਿਸਮਸ ਨੂੰ ਕਿਵੇਂ ਲੈਂਦੇ ਹਾਂ। ਇਹ ਮਹੀਨਾ ਜਿਹੜਾ ਹੈ ਪੋਹ ਦਾ ਹੈ, ਸਾਡੇ ਵੱਡੇ ਸਾਕਿਆਂ ਦਾ ਮਹੀਨਾ, ਤੇ ਨਾਲ ਹੀ ਫਿਰ ਇਹ ਵੀ ਗੱਲ ਚੱਲਦੀ ਹੈ ਕਿ ਇਹ ਵੀ ਦਿਨ ਇੱਥੇ ਦੇ ਹਿਸਾਬ ਨਾਲ ਮਨਾਉਣਾ ਪੈਂਦਾ। ਸੋ ਇਸ 'ਤੇ ਗੱਲਬਾਤ ਹੋਏਗੀ। 604 204 0600 ਤੇ ਤੁਸੀਂ ਨਾਲ ਰਹਿਣਾ। ਸ਼ੇਰੇ ਪੰਜਾਬ radio.ca ਤੇ ਲਿਸਨ ਲਾਈਵ ਤੁਸੀਂ ਸਿੱਧਾ ਪ੍ਰੋਗਰਾਮ ਹੁਣ ਸੁਣ ਸਕਦੇ ਹੋ, ਤੇ ਐਪ ਜਿਹੜਾ ਹੈ ਜਲਦੀ ਆ ਜਾਏਗਾ। ਥੋੜਾ ਸਮਾਂ ਸਾਰੋ, ਕਿਸੇ ਦਿਨ ਵੀ ਆ ਸਕਦਾ ਹੈ, ਥੋੜਾ ਲੇਟ ਹੋ ਰਿਹਾ, ਮਾਫੀ। 604 204 0600 ਤੇ ਤੁਸੀਂ ਗੱਲਬਾਤ ਕਰਨੀ ਹੈ ਜੇ ਵਪਾਰਕ ਵਾਧਿਆਂ ਲਈ ਕਿਸੇ ਵੀ ਪ੍ਰੋਗਰਾਮ 'ਚ ਐਡਵਰਟਾਈਜ਼ਮੈਂਟ ਕਰਨਾ ਹੈ। ਹਰਜੀਤ ਸਿੰਘ ਗਿੱਲ ਸ਼ੋਅ ਦੇ ਵਿੱਚ ਤੁਸੀਂ ਐਡਵਰਟਾਈਜ਼ਮੈਂਟ ਕਰਨੀ ਹੈ ਤਾਂ ਮੇਰੇ ਨਾਲ ਵੀ ਗੱਲਬਾਤ ਕਰ ਸਕਦੇ ਹੋ। 604 729 1224 ਤਾਂ ਮੈਂ ਸਾਡੇ ਡਿਪਾਰਟਮੈਂਟ ਨੂੰ ਡਾਇਰੈਕਟ ਕਰ ਲਾਂਗਾ, ਤੁਹਾਨੂੰ ਡਾਇਰੈਕਟ ਕਰ ਦਾਂਗਾ, ਤੁਹਾਡੇ ਨਾਲ ਗੱਲਬਾਤ ਕਰਨਗੇ। 6047291224 ਫੇਸਬੁੱਕ ਤੇ 600 AM ਸ਼ੇਰੇ ਪੰਜਾਬ ਰੇਡੀਓ ਤੇ ਲਾਈਵ ਆਪਾਂ ਸ਼ੁਰੂ ਹੋਵਾਂਗੇ 5-7 ਮਿੰਟਾਂ ਦੇ ਵਿੱਚ। ਜਾਂ ਰਾਜੀ ਔਜਲਾ ਤੇ ਨਵਕਿਰਨ ਸਿੰਘ ਪੱਤੀ ਨਾਲ ਗੱਲਬਾਤ ਕਰਾਂਗੇ। ਤੁਸੀਂ ਸ਼ਾਮਲ ਹੋਣਾ। ਸਾਰਿਆਂ ਨੂੰ ਅੱਗੇ ਭੇਜ ਦਿਆ ਕਰੋ ਜਿਹੜਾ ਲਿੰਕ ਹੈ ਕਿ ਵੱਧ ਤੋਂ ਵੱਧ ਲਾਈਵ ਸਟੂਡੀਓ 'ਚ ਗੱਲ ਕਿਵੇਂ ਕਰਦੇ ਆ ਉਹਨੂੰ ਵੇਖ ਕੇ ਤੁਸੀਂ ਨਾਲ ਤੁਹਾਡੇ ਸੁਨੇਹੇ ਆਉਂਦੇ ਨੇ। ਕੱਲ੍ਹ ਬਹੁਤ ਚੰਗਾ ਲੱਗਿਆ। ਤੇ ਹਰਜੀਤ ਸਿੰਘ ਗਿੱਲ ਫੇਸਬੁੱਕ ਪੇਜ। ਅਸੀਂ ਨਹੀਂ ਉਹ ਕਿ ਬਹਿ ਕੇ ਲਿਖੀ ਤਕਦੀਰ ਵੇਖਾਂਗੇ, ਇੱਕ ਹੱਥ ਸਬਰ ਵੇਖਾਂਗੇ, ਦੂਏ ਸ਼ਮਸ਼ੀਰ ਵੇਖਾਂਗੇ। ਜਦੋਂ ਵੀ ਜਜ਼ਬੇ ਸਾਡੇ ਤੋਂ ਹੌਸਲੇ ਦੂਰ ਹੋਏ, ਕੱਚੀ ਸੱਚੀ ਸਰਕਾਰ ਵੇਖਾਂਗੇ, ਸੱਚੀ ਸਰਕਾਰ ਵੇਖਾਂਗੇ, ਅਟਕਦੇ ਨੀਰ ਵੇਖਾਂਗੇ। ਸ਼ਹਾਦਤ ਸੋਹਣੀ ਨੇ ਜਦ ਵੀ ਮੁੱਖ ਤੋਂ ਘੁੰਡ ਸਰਕਾਏ, ਅੜੀਕਾਂ ਕਿਸਨੇ ਕਰਨੀਆਂ ਨੇ ਝਨਾ ਨੂੰ ਚੀਰ ਵੇਖਾਂਗੇ। ਤੇਰੇ ਰੇਸ਼ਮੀ ਲੀੜੇ ਲਕੋ ਸੂਰਜ ਨਹੀਂ ਸਕਦੇ, ਧੁੱਪ ਚਾੜਾਂਗੇ ਹੋਏ ਇਹ ਲੀਰੋ ਲੀਰ ਵੇਖਾਂਗੇ। ਵਜ਼ੀਦੇ ਖਾਨ ਦੇ ਜ਼ੁਲਮਾਂ ਜਦੋਂ ਵੀ ਅੰਬਰ ਛੋਹਣਾ ਹੈ, ਅਸੀਂ ਸਰਹੰਦ ਵੇਖਾਂਗੇ, ਅਸੀਂ 5 ਤੀਰ ਵੇਖਾਂਗੇ। ਤੇਰੇ ਸਿਤਮ ਤੋਂ ਉਸਰੀ ਗੌਰ ਨਾਲ ਕੰਧ ਨੂੰ ਵੇਖੀ, ਮਾਂਗਟਾ ਕੰਧ ਨੂੰ ਢਾਉਂਦਾ ਕੁੰਡਲੀਆ ਵੀਰ ਵੇਖਾਂਗੇ। ਇੱਕ ਹੱਥ ਸਬਰ ਵੇਖਾਂਗੇ, ਦੂਏ ਸ਼ਮਸ਼ੀਰ ਵੇਖਾਂਗੇ। ਸੁਰਿੰਦਰ ਸਿੰਘ ਦਾਊ ਮਾਜਰਾ ਮਾਂਗਟ ਲਿਖਦਾ ਹੈ। ਜੀਤ ਸਿੰਘ ਗਿੱਲ ਸ਼ੋਅ ਦੇ ਵਿੱਚ ਤੁਹਾਡਾ ਨਿੱਘਾ ਹਾਰਦਿਕ ਸਵਾਗਤ ਹੈ। ਇੱਕ ਪਿਛਲੇ ਦਿਨਾਂ ਦਾ, ਜਦ ਇੱਥੇ ਅਸੀਂ ਸੰਘਰਸ਼ ਕਰ ਰਹੇ ਹਾਂ, ਜਦ ਇੱਥੇ ਅਸੀਂ ਕਿਸਾਨਾਂ ਦੇ ਸੰਘਰਸ਼ ਦੇ ਬਾਰੇ ਇੱਥੇ ਸਪੋਰਟ ਕਰ ਰਹੇ ਹਾਂ, ਤਾਂ ਉਹਦੇ ਤੇ ਇਹ ਗੱਲਬਾਤ ਬੜੀ ਚੱਲਦੀ ਹੈ ਕਿ ਇੱਥੇ ਕੀ ਲੋੜ ਹੈ। ਇਹਦੇ ਬਾਰੇ ਕੁਦਰਤੀ ਇੱਕ ਬਹੁਤ ਵਧੀਆ CBC ਦੇ ਵਿੱਚ ਓਪੀਨੀਅਨ ਪੋਲ ਜਿਹੜਾ
ਉਹ ਲਿਖਿਆ ਹੈ ਰਾਜੀ ਔਜਲਾ ਤੇ ਜਗਦੀਸ਼ ਮਾਨ ਹੋਰਾਂ ਨੇ ਕਿ ਜਿਹੜਾ ਫਾਰਮਰ ਪ੍ਰੋਟੈਸਟ ਹੈ ਉਹ ਇੰਡੀਆ ਦੇ ਵਿੱਚ ਸਿਰਫ ਜ਼ਮੀਨ ਦੇ ਹੱਕਾਂ ਲਈ ਨਹੀਂ ਹੈ, ਉਹ ਸਾਡੀ ਹੋਂਦ ਦੀ ਗੱਲ ਹੈ ਜਿਹੜੀ ਸ਼ੁਰੂ 'ਚੋਂ ਅਸੀਂ ਕਹਿੰਦੇ ਹਾਂ। ਰਾਜੀ ਔਜਲਾ ਇੱਥੇ ਦੀ ਜੰਪਲ ਸਾਡੀ ਬੱਚੀ ਹੈ ਜਿਹੜੀ ਓਕਨਾਗਨ ਦੇ ਵਿੱਚ ਜੰਮੀ ਪਲੀ, ਤੇ ਰਾਜੀ ਔਜਲਾ ਮੇਰੇ ਨਾਲ ਹੈ। ਰਾਜੀ ਔਜਲਾ ਨਾਲ ਅੱਜ ਗੱਲਬਾਤ ਕਰਾਂਗੇ ਉਸ ਦੇ ਜੀਵਨ ਦੇ ਬਾਰੇ, ਉਸ ਦੇ ਪੇਰੈਂਟਸ ਦੇ ਬਾਰੇ, ਉਸਨੇ ਜ਼ਿੰਦਗੀ 'ਚ ਕੀ ਕੀਤਾ, ਪੜ੍ਹਾਈ ਕੀਤੀ, ਇੱਕ ਫਾਰਮਰ ਇੱਥੇ ਖੇਤੀ ਕਰਦੇ ਪਰਿਵਾਰ 'ਚ ਜੰਮ ਪਲ ਕੇ ਉਹਨੇ ਕੀ ਮਹਿਸੂਸ ਕੀਤਾ ਤੇ ਇਸ ਸੰਘਰਸ਼ ਦੇ ਬਾਰੇ ਉਹ ਕੀ ਮਹਿਸੂਸ ਕਰਦੀ ਹੈ। ਰਾਜੀ, ਤੁਹਾਡਾ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਧੰਨਵਾਦ ਬੇਟਾ, ਬਹੁਤ ਸ਼ਾਰਟ ਨੋਟਿਸ ਤੇ ਤੁਸੀਂ ਸਾਡੇ ਨਾਲ ਗੱਲਬਾਤ ਕੀਤੀ ਹੈ। ਮੈਨੂੰ ਬੜੀ ਖੁਸ਼ੀ ਹੋਈ CBC ਦੇ ਵਿੱਚ ਤੁਹਾਡਾ ਓਪੀਨੀਅਨ ਪੜ੍ਹ ਕੇ, ਮੈਂ ਉਹਨੂੰ ਫੋਲੋ ਕੀਤਾ। ਵਿਦਿਨ 10 ਮਿੰਟਸ ਪਤਾ ਲੱਗਿਆ ਤੁਸੀਂ ਲੋਕਲ ਹੋ ਸਾਡੇ ਓਕਨਾਗਨ ਤੋਂ। ਪਹਿਲਾਂ ਆਪਣੇ ਬਾਰੇ ਦੱਸੋ ਤੇ ਆਪਣੇ ਪਰਿਵਾਰ ਬਾਰੇ ਦੱਸੋ। ਹਾਂਜੀ, ਅਸੀਂ ਛੋਟਾ ਪਰਿਵਾਰ ਆ ਤੇ ਮੇਰੇ ਮੰਮੀ ਡੈਡੀ ਦੋਨੇ ਇੰਡੀਆ ਤੋਂ ਆਏ ਸੀਗੇ 70s ਦੇ ਵਿੱਚ, ਤੇ ਪਹਿਲਾਂ ਵੈਂਕੂਵਰ ਆਏ ਸੀ ਤੇ ਉੱਥੇ ਥੋੜਾ ਚਿਰ ਰਹੇ ਤੇ ਉਹਨਾਂ ਨੂੰ ਮਹਿਸੂਸ ਹੋਇਆ ਕਿ ਅਸੀਂ ਧਰਤੀ ਦੇ ਨਾਲ ਹੋਣਾ ਚਾਹੁੰਦੇ ਹਾਂ, ਤੇ ਇਹ ਜਿਹੜੇ ਵੱਡਾ ਸ਼ਹਿਰ ਆ ਸਾਡੀ ਜਿੱਦਾਂ ਉਹਨਾਂ ਲਈ ਬੈਸਟ ਐਕਸਪੀਰੀਅੰਸ ਨਹੀਂ ਸੀ, ਤੇ ਉਹ ਚਾਹੁੰਦੇ ਸੀ ਨਿਆਣਿਆਂ ਨੂੰ ਰੇਜ਼ ਕਰਨ ਕਿ ਜਿੱਥੇ ਹਨਾ ਉਹਨਾਂ ਦਾ ਵੀ ਕੰਫਰਟੇਬਲ ਹੋਊਗਾ ਐਕਸਪੀਰੀਅੰਸ, ਲਾਈਫ ਐਕਸਪੀਰੀਅੰਸ। ਜਦੋਂ ਅਸੀਂ ਓਕਨਾਗਨ ਜਿੱਦਾਂ ਉੱਥੇ ਮੈਂ ਬੋਰਨ ਹੋਈ ਸੀਗੀ, ਜਦੋਂ ਅਸੀਂ ਉੱਥੇ ਰੀਲੋਕੇਟ ਹੋ ਗਏ ਸੀਗੇ, ਉਦੋਂ ਫਿਰ ਮੇਰੀ ਮੰਮੀ ਡੈਡੀ ਸਿੱਧੇ ਐਗਰੀਕਲਚਰ 'ਚ ਕੰਮ ਕਰਨ ਲੱਗ ਪਏ ਸੀਗੇ। ਉੱਥੇ ਐਪਲ ਔਰਚਰਡ ਸਾਰੇ ਪਾਸੇ ਆ, ਚੈਰੀਜ਼। ਸੋ ਮੇਰਾ ਸਾਰੀ ਲਾਈਫ ਬਸ ਖੇਤਾਂ 'ਚ ਰਹੀ ਆ, ਤੇ ਸਾਡੇ ਲਈ ਸਿੱਖ ਬਹੁਤ ਜਿੱਦਾਂ ਸਿੱਖੀ ਬਹੁਤ ਇੰਪੋਰਟੈਂਟ ਸੀ ਸਾਡੇ ਘਰ 'ਚ। ਅਸੀਂ ਸਾਖੀਆਂ ਪੜ੍ਹਦੇ ਸੀ ਰਾਤ ਨੂੰ, ਡੈਡ ਸਾਨੂੰ ਆਲਵੇਜ਼ ਪੜ੍ਹਾਉਂਦੇ ਸੀਗੇ। ਅਸੀਂ ਪੰਜਾਬੀ ਸਿੱਖੀ, ਪੰਜਾਬੀ ਪੜ੍ਹਨ ਲਿਖਣ, ਗੁਰਮੁਖੀ ਪੜ੍ਹਨਾ, ਪਾਠ ਕਰਨਾ, ਗੁਰਦੁਆਰੇ ਜਾਣਾ ਐਤਵਾਰ ਨੂੰ, ਸੇਵਾ ਕਰਨੀ, ਕੀਰਤਨ ਕਰਨਾ, ਇਹ ਸਾਡੀ ਸੰਜੋਗ ਕੇ ਸੀਗਾ ਕਿ ਸਾਰੇ ਚਾਰ ਮੇਰੇ ਫੈਮਿਲੀ 'ਚ ਮੇਰੀ ਸਿਸਟਰਸ ਐਂਡ ਬ੍ਰਦਰ ਤਬਲਾ ਤੇ ਅਸੀਂ ਵਜਾਉਂਦੇ ਸੀਗੇ ਵਾਜਾ, ਤੇ ਸਾਨੂੰ ਬਹੁਤ ਵਨਨੈਸ ਸੀ ਸਿੱਖੀ ਦੇ ਨਾਲ। ਤੇ ਫਿਰ ਜੇ ਅਸੀਂ ਸਿੱਖ ਤੇ ਪੰਜਾਬੀ ਕੈਨੇਡਾ 'ਚ ਪਲੇ ਆ, ਤੇ ਫਿਰ ਖੇਤੀ ਸਾਡੀ ਜ਼ਮੀਨ ਬਹੁਤ ਇੰਪੋਰਟੈਂਟ ਸਾਡੀ ਚਾਈਲਡਹੁੱਡ 'ਚ ਸੀਗੀ। ਜਦੋਂ ਇਹ ਸਾਰਾ ਕੁਛ ਪੰਜਾਬ 'ਚ ਜਿਹੜਾ ਹੁਣ ਹੁੰਦਾ ਆ, ਇੰਡੀਆ 'ਚ ਹੁੰਦਾ ਆ, ਜਿੱਦਾਂ ਦਿਲ ਟੁੱਟ ਗਿਆ ਸੀਗਾ, ਤੇ ਮੈਨੂੰ ਪਤਾ ਸੀ ਕਿ ਮੈਨੂੰ ਕੁਛ ਲਿਖਣਾ ਪੈਣਾ ਹੈ ਇਸੇ ਬਾਰੇ। ਸੋ ਜਿਹੜਾ ਰਾਜੀ ਤੁਸੀਂ ਲਿਖਿਆ ਹੈ, ਉਹ ਇਹੀ ਗੱਲ ਉੱਥੇ ਬੈਠੇ ਕਰਦੇ ਆ ਲੋਕ। ਉਹ ਕਹਿੰਦੇ ਵੀ ਜ਼ਮੀਨ ਦੀ ਨਹੀਂ ਗੱਲ, ਸਾਡੀ ਹੋਂਦ ਦੀ ਗੱਲ ਹੈ। ਤੁਸੀਂ ਇਸ ਨੂੰ ਫਿਰ ਹੋਂਦ ਨਾਲ ਰਲਾ ਕੇ ਕਿਵੇਂ ਵੇਖਦੇ ਹੋ ਕਿ ਬਈ ਜਿਹੜਾ ਸਾਡਾ ਇਹ ਜਿਹੜੇ ਇਸ਼ੂਜ਼ ਨੇ, ਇਹਦੇ ਦੇ ਨਾਲ ਜੇ ਇਹ ਕਾਨੂੰਨ ਲਾਗੂ ਹੋ ਗਏ ਪੰਜਾਬ ਦੇ ਵਿੱਚ, ਸਾਡੀ ਹੋਂਦ ਖਤਮ ਹੋ ਜਾਏਗੀ, ਸਾਡੀ ਐਗਜ਼ਿਸਟੈਂਸ ਖਤਮ ਹੋ ਜਾਏਗੀ। ਇਸ ਨੂੰ ਕਿਵੇਂ ਦੇਖਦੇ ਹੋ ਤੁਸੀਂ? ਜਿੱਦਾਂ ਮੈਂ ਸਕੂਲ 'ਚ ਪੜ੍ਹਿਆ ਸੀ, ਜਿੱਦਾਂ ਪੋਲੀਟੀਕਲ ਸਾਇੰਸ ਤੇ ਕਮਿਊਨੀਕੇਸ਼ਨ। ਸੋ ਜਿੱਦਾਂ ਜਿਹੜੀ ਸਾਡੀ ਕਲਚਰ ਆ, ਉਹਦੇ 'ਚ ਮੇਰਾ ਬਹੁਤ ਫੋਕਸ ਹੁੰਦਾ ਸੀ ਪੰਜਾਬੀਅਤ, ਤੇ ਫਿਰ ਉਹ ਤੋਂ ਜ਼ਿਆਦਾ ਮੇਰੀ ਸਿੱਖੀ ਉਹ 'ਚ ਵੀ ਫੋਕਸ ਸੀਗਾ। ਜੇ ਅਸੀਂ ਕਿਸੇ ਲੋਕ ਨੂੰ ਮਾਰਨਾ ਚਾਹੁੰਦੇ ਆ, ਉਹਦੀ ਹਿੰਮਤ ਮਾਰਨੀ, ਪਹਿਲਾਂ ਉਹਦੀ ਹਿੰਮਤ ਮਾਰਦੇ ਆ, ਜਿਹੜਾ ਉਹਦਾ ਮਨ 'ਚ ਹੈ ਨਾ, ਦਿਲ 'ਚ ਅਸੀਂ ਚੀਜ਼ ਰੱਖਦੇ ਆ, ਉਹਨੂੰ ਪਹਿਲਾਂ ਮਾਰਦੀ ਹੁੰਦੀ ਹੈ ਗਵਰਨਮੈਂਟ। ਤੇ ਸਿੱਖਾਂ 'ਚ ਸਾਡੀ ਸਿੱਖੀਅਤ, ਸਾਡੀ ਪੰਜਾਬੀਅਤ ਇਹ ਮਾਰਦੇ ਆ, ਇਹ ਸਾਡਾ ਜ਼ਮੀਨ ਲਾ ਕੇ। ਤੇ ਇਹ ਮੈਂ ਦੇਖਿਆ ਆ ਆਪਣੀ ਪੂਰੀ ਲਾਈਫ 'ਚ ਕਿ ਜਦੋਂ ਅਸੀਂ ਪਾਠ ਕਰਦੇ ਹਾਂ, ਜਿੱਦਾਂ ਅਸੀਂ ਉੱਥੇ ਸਾਡੇ ਹੈ ਨਾ ਖੇਤੀ ਜਾਂਦੇ ਆ, ਮੰਮੀ ਡੈਡੀ ਉਹ ਵੀ ਉੱਥੇ ਪਾਠ ਕਰਦੇ ਹੁੰਦੇ ਸੀ, ਤੇ ਹੈ ਨਾ ਜਿਹੜੀ ਟਰੀਜ਼ ਆ ਸਾਡੇ, ਅਸੀਂ ਨਰਸਰੀ ਲਾਉਂਦੇ ਆ, ਉੱਥੇ ਉਹਨਾਂ ਦੇ ਨਾਲ ਅਸੀਂ ਜਪਜੀ ਸਾਹਿਬ ਕਰਦੇ ਆ, ਉਹਨਾਂ ਦੇ ਨਾਲ ਅਸੀਂ ਰਹਿਰਸ ਕਰਦੇ ਆ। ਜਦੋਂ ਅਸੀਂ ਨਾ ਉੱਪਰ ਤੁਰਦੇ ਆ, ਥੱਲੇ ਤੁਰਦੇ ਆ ਰੋਆਂ 'ਚ, ਇਹ ਏਦਾਂ ਦੀ ਕਮਿਟਮੈਂਟ ਇਹ ਹੈ ਨਾ, ਇਹ ਕੋਈ ਫਾਰਮਰ ਨਹੀਂ ਕਰਦਾ ਹੈ ਨਾ। ਇਹ ਰਿਸ਼ਤਾ ਬਹੁਤ ਪਵਿੱਤਰ ਆ ਸਿੱਖਾਂ ਦੇ ਨਾਲ ਤੇ ਪੰਜਾਬੀ ਉਦਾਂ, ਪਰ ਜਿੱਦਾਂ ਜ਼ਿਆਦਾ ਸਿੱਖਾਂ ਦੇ ਨਾਲ ਤੇ ਆਪਣੀ ਜ਼ਮੀਨ ਦੇ ਨਾਲ। ਤਾਂ ਸਾਨੂੰ ਪਤਾ ਹੈ ਇਹ ਜਿਹੜੀ ਅਸੀਂ ਬਣਾਉਂਦੇ ਆ ਐਪਲ ਜਾਂ ਕੋਈ ਵੀ ਲੈਂਟਲਸ, ਗ੍ਰੇਨ, ਜੋ ਵੀ ਅਸੀਂ ਹੈ ਨਾ
ਫਾਰਮਿੰਗ ਕਰਦੇ ਆ ਉਹ ਜਿਹੜਾ ਅਸੀਂ ਸੇਬ ਆ ਉਹ ਹਨਾ ਦੂਸਰੇ ਲੋਕਾਂ ਦੇ ਘਰ 'ਚ ਜਾਣਾ ਆ, ਉਹ ਫਿਰ ਹਨਾ ਸਾਡਾ ਗਿਫਟ ਬਣਦਾ ਆ ਉਸ ਲੋਕਾਂ ਨੂੰ। ਸੋ ਇਹ ਜਿੱਦਾਂ ਬਹੁਤ ਰਿਸ਼ਤਾ ਪਵਿੱਤਰ ਆ ਮੈਨੂੰ, ਤੇ ਇਸ ਕਰਕੇ ਜਦੋਂ ਮੈਂ ਦੇਖਿਆ ਸੀਗਾ ਇਹ ਹੁੰਦਾ, ਫਿਰ ਹਨਾ ਮੇਰੇ ਮਨ 'ਚ ਆਇਆ, ਤੇ ਮੈਂ ਡੈਡ ਤੇ ਮਮ ਨਾਲ ਬਹੁਤ ਗੱਲ ਕਰਦੀ ਸੀਗੀ, ਤੇ ਮੈਨੂੰ ਚੇਤਾ ਆ ਗਿਆ ਸੀ ਜਦੋਂ ਮੇਰੇ ਬਾਬਾ ਜੀ ਉਹ ਵੀ ਆਰਮੀ ਆਫਿਸਰ ਸੀਗੇ ਤੇ World War II 'ਚ ਉਹ ਲੜੇ ਸੀ, ਤੇ ਉਹਨਾਂ ਦੀ ਲੱਤ ਤੇ ਗਨ ਸ਼ਾਟ ਹੋਈ ਸੀ। ਸੋ ਜਦੋਂ ਤੁਰਦੇ ਸੀ ਉਹਨਾਂ ਤੋਂ ਚੰਗੀ ਤਰ੍ਹਾਂ ਨਹੀਂ ਤੁਰ ਹੁੰਦਾ ਸੀਗਾ, ਬਟ ਫਿਰ ਵੀ ਜਦੋਂ ਸਾਡੇ ਐਪਲ ਹਨਾ ਹਾਰਵੈਸਟ ਹੁੰਦੇ ਸੀਗੇ, ਬਾਬਾ ਜੀ ਆਲਵੇਜ਼ ਹਨਾ ਆਉਂਦੇ ਸੀਗੇ ਖੇਤ ਨੂੰ, ਤੇ ਹਨਾ ਸਾਡੇ ਨਾਲ ਐਟ ਲੀਸਟ ਇੱਕ ਵਾਰੀ ਹਨਾ ਖੇਤੀ ਕਰਦੇ ਸੀ, ਤੋੜਨ ਐਪਲ, ਈਵਨ ਦੋ ਹਨਾ ਉਹਨਾਂ ਦੀ ਲੱਤ ਜਿੱਦਾਂ ਬਹੁਤ ਦੁਖੀ ਆ ਤੇ ਸਾਰਾ ਕੁਛ, ਤੇ ਇਹ ਜਿੱਦਾਂ ਬਹੁਤ ਪਾਵਰ ਆ, ਸ਼ਕਤੀ ਆ ਇਹ, ਯੂ ਨੋ। ਤੇ ਫਿਰ ਜਦੋਂ ਇਹ ਮੈਂ ਸਾਰੀ ਗੱਲਾਂ ਡੈਡ ਨਾਲ ਕਰਦੀ ਸੀ, ਮਮ ਨਾਲ ਕਰਦੀ ਸੀਗੀ, ਫਿਰ ਮੇਰੇ ਮਨ 'ਚ ਆਇਆ ਸੀ ਕਿ ਜਪਜੀ ਸਾਹਿਬ ਦੇ ਵਿੱਚ ਵੀ ਲਿਖਿਆ ਆ ਕਿ ਪਵਨ ਗੁਰੂ ਪਾਣੀ ਪਿਤਾ ਮਾਤਾ ਤਤ ਮਹਤ। ਇਹ ਜਦੋਂ ਮੈਂ ਫਿਰ ਸਾਰਾ ਕੁਛ ਸੁਣਿਆ, ਫਿਰ ਮੈਨੂੰ ਹਨਾ ਬਹੁਤ ਲੱਗ ਗਿਆ ਸੀ ਕਿ ਇਹ ਸਿਰਫ ਪੰਜਾਬ ਇੰਡੀਆ ਜਿਹੜੇ ਇੰਡੀਅਨ ਫਾਰਮਰਸ ਆ ਉਹਨਾਂ ਦੀ ਇਸ਼ੂ ਨਹੀਂ ਗੀ, ਤੇ ਇਹ ਬਸ ਜ਼ਮੀਨ ਦੀ ਇਸ਼ੂ ਵੀ ਨਹੀਂ ਗੀ, ਕਿ ਇਹ ਸਾਡੀ ਮਨ ਦੀ ਇਸ਼ੂ ਆ, ਇਹ ਸਾਡੀ ਜਿਹੜਾ ਪਵਿੱਤਰ ਰਿਸ਼ਤਾ ਆ ਸਿੱਖੀ ਦੇ ਨਾਲ, ਇਹ ਉੱਥੇ ਤੱਕ ਪਹੁੰਚਦੀ ਆ ਇਹ ਇਸ਼ੂ। ਤੁਹਾਡੇ ਮੈਂ ਇੰਸਟਾਗ੍ਰਾਮ ਤੇ ਪਿਕਚਰ ਵੇਖ ਰਿਹਾ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਤੁਸੀਂ ਲਿਖਿਆ। ਰਾਜੀ, ਤੁਸੀਂ ਇਸ ਨੂੰ ਹੁਣ ਉਸ ਸੰਘਰਸ਼ ਦੇ ਬਾਰੇ ਜਿਹੜਾ ਤੁਸੀਂ ਇੱਥੇ ਦੀ ਸਾਡੀ ਜਨਰੇਸ਼ਨ ਹੋ, ਜਿਹੜੇ ਇੱਥੇ ਪਲੇ ਹੋ ਤੁਸੀਂ, ਇਹਦੇ ਵਿੱਚ ਤੁਹਾਡੇ ਸੁਣਨ ਵਾਲੇ, ਤੁਹਾਡੇ ਉਮਰ ਦੇ, ਤੁਹਾਡੇ ਤੋਂ ਛੋਟੇ, ਜਿਹੜੀ ਸਾਡੀ ਸੈਕੰਡ ਜਨਰੇਸ਼ਨ ਹੈ, ਉਹਨਾਂ ਲਈ ਕੀ ਤੁਸੀਂ, ਕਿਉਂਕਿ ਸਾਰੇ ਕੈਨੇਡਾ ਦੇ ਵਿੱਚ ਮੈਂ ਹੈਰਾਨ ਹੋ ਗਿਆ, ਪਹਿਲੀ ਵਾਰ ਮੈਨੂੰ 20 ਵਰ੍ਹੇ ਹੋ ਗਏ ਇੱਥੇ ਆਏ ਨੂੰ, ਓਕਨਾਗਨ ਦੇ ਵਿੱਚ ਬਹੁਤ ਪਰਿਵਾਰ ਨੇ ਜਿਹੜੇ ਮੇਰੇ ਕਲੋਜ਼ ਨੇ, ਮੈਂ ਰਾਈਡ ਕਰਦਾ ਓਕਨਾਗਨ, ਤੁਹਾਡੀ ਹੇਵਨ ਹੈ ਜਿੱਥੇ ਤੁਸੀਂ ਰਹਿੰਦੇ ਹੋ। ਇਹ ਜਿਹੜੇ ਬੱਚੇ ਨੇ, ਖਾਸ ਤੌਰ 'ਤੇ ਤੁਸੀਂ ਜਿਹੜੇ ਇੰਟੀਰੀਅਰ ਕਮਿਊਨਿਟੀ ਦੇ ਵਿੱਚ ਰਹਿੰਦੇ ਹੋ, ਉਹਨਾਂ ਦਾ ਬਹੁਤ ਫਰਕ ਆ, ਜਿਹੜੇ ਸਾਡੇ ਇੱਥੇ ਬੱਚੇ ਨੇ ਇਹ ਵੀ ਇਸ ਦੇ ਨਾਲ ਮੁਹਿੰਮ ਨਾਲ ਸਾਰੇ ਜੁੜੇ ਹੋਏ ਨੇ। ਜਿਵੇਂ ਬਲੈਕ ਲਾਈਵਜ਼ ਮੈਟਰ 'ਤੇ ਤੁਸੀਂ ਸਾਰੇ ਜਿਹੜੇ ਸੋਸ਼ਲ ਮੀਡੀਆ 'ਤੇ ਬਹੁਤ ਕੰਮ ਕੀਤਾ ਹੈ, ਇਸ ਮੁਹਿੰਮ 'ਤੇ ਤੁਸੀਂ ਬਹੁਤ ਕੰਮ ਕਰ ਰਹੇ ਹੋ ਸਾਰੇ ਰਲ ਕੇ। ਸੋ ਇਹਦਾ ਕਾਰਨ ਕੀ ਬਣਿਆ, ਤੇ ਇਹਦਾ ਜਿਹੜਾ ਜੇ ਕੋਈ ਹਲੇ ਨਹੀਂ ਵੀ ਇਸ ਨੂੰ ਫੋਲੋ ਕਰ ਰਿਹਾ, ਉਹਦੇ ਲਈ ਮੈਸੇਜ ਕੀ ਆ ਤੁਹਾਡੇ ਵੱਲੋਂ, ਕਿਉਂਕਿ ਤੁਸੀਂ ਇੱਕ ਮੈਂਟੋਰ ਦੇ ਤੌਰ ਤੇ ਕੰਮ ਕਰ ਰਹੇ ਹੋ? ਹਾਂ, ਉਹ ਜਿੱਦਾਂ ਮੈਨੂੰ ਜਦੋਂ ਇਹ ਮੈਂ CBC ਲਈ ਲਿਖਿਆ ਸੀਗਾ, ਬਹੁਤ ਸਪੋਰਟ ਮਿਲੀ ਸੀ, ਤਾਂ ਕਿਉਂਕਿ ਮੈਂ ਪਹਿਲਾਂ ਵੀ ਲਿਖਦੀ ਹੁੰਦੀ ਸੀ, ਪਰ ਮੈਂ ਆਪਣੇ ਨਾਂ ਦੇ ਵਿੱਚ ਨਹੀਂ ਲਿਖਦੀ ਹੁੰਦੀ ਸੀ, ਤਾਂ ਮੈਨੂੰ ਇੰਡੀਅਨ ਗਵਰਨਮੈਂਟ ਤੋਂ ਬਹੁਤ ਡਰ ਆ ਕਿ ਉਹ ਸਾਨੂੰ ਤੇ ਫੋਲੋ ਕਰੂਗੀ ਜਾਂ ਮੇਰੀ ਫੈਮਿਲੀ ਨੂੰ ਦੁਖੀ ਕਰੂਗੇ। ਪਰ ਇਸ ਕਰਕੇ ਮੈਂ ਲਿਖਿਆ ਸੀ ਕਰਕੇ ਅਸੀਂ ਸਿੱਖ ਹਾਂ, ਤੇ ਸਾਡੀ ਜਿਸ ਸਿੱਖ ਬਣ ਕੇ ਸਾਡਾ ਰੋਲ ਆ ਕਿ ਦੂਸਰੇ ਜਿਹੜੇ ਹੈ ਨਾ, ਕਿਤੇ ਵੀ ਕੋਈ ਇਨਜਸਟਿਸ ਹੁੰਦਾ ਆ, ਕੋਈ ਕਿਸੇ ਨੂੰ ਸਪੋਰਟ ਨਹੀਂ ਕਰਦਾ, ਜੇ ਉਹਨਾਂ ਕੋਲ ਕੁਛ ਹੈ ਨਹੀਂ ਲੜਨ ਲਈ, ਫਿਰ ਸਿੱਖ ਉੱਥੇ ਪਹੁੰਚਦੇ ਹੁੰਦੇ ਆ। ਇਹ ਸਾਡਾ ਰਿਸਪੋਂਸਿਬਿਲਿਟੀ ਆ, ਜਿੱਦਾਂ ਮੈਂ ਸੁਣਿਆ ਆ। ਸੋ ਜਿੱਦਾਂ ਮੇਰੀ ਪੀੜੀ, ਜਦੋਂ ਅਸੀਂ ਇੱਦਾਂ ਦੇ ਬਹੁਤ ਸੇਕਰੇਡ ਸਾਡੇ ਸਿੱਖ ਬਾਰੇ ਮੈਂ ਨਾ ਪੜ੍ਹਦੀ ਹੁੰਦੀ ਆ, ਰੀਡ ਕਰਦੀ ਹੁੰਦੀ ਆ, ਮੈਨੂੰ ਇੰਨਾ ਨਹੀਂ ਇਕੱਲਾ ਕਿ ਹਨਾ ਅਸੀਂ ਸਿੱਖ ਚੰਗੇ ਰਹੇ, ਤੇ ਜਿਹੜੇ ਹਨਾ ਸਿੱਖ ਦੀਆਂ ਗੱਲਾਂ ਆ ਉਹੀ ਅਸੀਂ ਫੋਕਸ ਕਰੀਏ। ਸਾਡਾ ਹੱਕ ਆ ਕਿ ਅਸੀਂ ਹਨਾ ਜਿਹੜੇ ਲੋਕ ਆ ਜਿਨ੍ਹਾਂ ਨੂੰ ਰਾਈਟਸ ਹੈ ਨਹੀਂ, ਜਿੱਦਾਂ ਹੁਣ ਬਲੈਕ ਲਾਈਵਜ਼ ਮੈਟਰ, ਜਿਹੜੇ ਲਾਈਕ ਬਲੈਕ ਲਾਈਵਜ਼ ਬਹੁਤ ਇੰਪੋਰਟੈਂਟ ਇਸ਼ੂ ਆ, ਤੇ ਹਨਾ ਸਿੱਖਾਂ ਦੇ ਨਾਲ ਅਸੀਂ ਉਹਨਾਂ ਦੇ ਨਾਲ ਜੁੜਨਾ ਪੈਣਾ ਆ। ਤਾਂ ਇਹ ਸਾਡੇ ਗੁਰੂਆਂ ਨੇ ਸਾਨੂੰ ਕਿਹਾ ਆ ਕਿ ਸਾਨੂੰ ਇਹ ਕਰਨਾ ਪੈਣਾ ਆ। ਤੇ ਹੁਣ ਜਿਹੜੇ ਫਾਰਮਰਸ ਆ, ਇਹ ਵੀ ਸਾਰੇ ਸਿੱਖ ਨਹੀਂ ਗੇ, ਪੰਜਾਬੀ, ਹਿੰਦੂ ਆ, ਮੁਸਲਿਮ ਆ, ਕੋਈ ਵੀ ਜਿਹੜਾ ਬੈਕਗਰਾਉਂਡ ਆ, ਮੈਨੂੰ ਕੋਈ ਫਿਕਰ ਨਹੀਂ। ਲਾਈਕ ਮੈਨੂੰ ਹਨਾ, ਮੈਂ ਇਹ ਸਾਰਿਆਂ ਬਾਰੇ ਸੋਚਦੀ ਹਾਂ ਕਿ ਇਹ ਸਾਰੇ ਜਿੱਦਾਂ ਪੂਰੀ ਧਰਤੀ ਲਈ ਕੀ ਬੈਸਟ ਆ, ਤੇ ਜਿਹੜੇ ਇਹ ਬਿਲਸ ਉਹ ਮੋਦੀ ਗਵਰਨਮੈਂਟ ਪਾਸ ਕਰਨਾ ਚਾਹੁੰਦੀ ਆ, ਇਹ ਕਿਸੇ ਲਈ ਚੰਗਾ ਨਹੀਂ। ਇਹ ਸਿਰਫ 2-3 ਲੋਕਾਂ ਲਈ ਚੰਗਾ ਆ, ਜਿਹੜੇ ਪੈਸੇ ਜ਼ਿਆਦਾ ਬਣਾਉਣਾ ਚਾਹੁੰਦੇ ਆ, ਜੇ ਅੰਬਾਨੀ ਆ, ਜੇ ਅਦਾਨੀ ਆ, ਜਾਂ ਮੋਦੀ ਆ ਆਪਣੇ ਆਪ ਲਈ ਦੇਖਦਾ, ਪਰ ਹਨਾ ਇਹ ਸਿੱਖਾਂ ਲਈ ਨਹੀਂ ਚੰਗਾ, ਇਹ ਸਾਰੀ ਫਾਰਮਰਸ ਕਿਸੇ ਲਈ ਨਹੀਂ ਚੰਗਾ, ਇਹ ਸਾਡੀ ਧਰਤੀ ਲਈ ਵੀ ਨਹੀਂ ਚੰਗਾ। ਜਿੱਦਾਂ ਜੇ ਅਸੀਂ ਇੰਡਸਟਰੀਅਲ ਫਾਰਮਿੰਗ ਆਪਣੀ ਧਰਤੀ 'ਚ ਦੇਖਣ ਕਿ
ਕਲਾਈਮੇਟ ਚੇਂਜ ਨੂੰ ਇਹ ਕੀ ਇੰਪੈਕਟ ਕਰੂਗਾ, ਇਹ ਸਾਡੀ ਜਿਹੜੀ ਸਾਨੂੰ ਵੀ ਨਹੀਂ ਇਹ ਬੈਨੀਫਿਟ ਕਰਦਾ, ਪਰ ਜੇ ਸਾਡੀ ਫਿਊਚਰ ਪੀੜ੍ਹੀ ਆ ਉਹਨਾਂ ਲਈ ਵੀ ਨਹੀਂ ਇਹ ਚੰਗਾ। ਸੋ ਜਦੋਂ ਅਸੀਂ ਇਹ ਸਾਰੀਆਂ ਚੀਜ਼ਾਂ ਦੇਖਦੇ ਹਾਂ ਕੱਲਾ ਕੱਲਾ ਦੇਖ ਕੇ ਤੇ ਫਿਰ ਦੇਖਦੇ ਹਾਂ ਕਿ ਇਹ ਕਿਸੇ ਲਈ ਚੰਗਾ ਨਹੀਂ, ਫਿਰ ਸਾਨੂੰ ਲੜਨਾ ਪੈਣਾ ਆ, ਯੂ ਨੋ। ਯੈਸ। ਐਂਡ ਮੈਨੂੰ ਇਹ ਬਹੁਤ ਪੈਸ਼ਨ ਆ, ਮੈਂ ਸੱਚੀ ਲਈ ਇਹ ਬਹੁਤ ਬਿਲੀਵ ਕਰਦੀ ਹਾਂ ਕਿ ਜੇ ਸਾਰਿਆਂ ਲਈ ਚੰਗਾ ਨਹੀਂ ਕੋਈ ਗੱਲ ਤੇ ਫਿਰ ਸਾਨੂੰ ਹੈ ਨਾ ਇਹ ਬਹੁਤ ਪ੍ਰੋਟੈਸਟ ਕਰਕੇ ਪੀਸਫੁਲ ਸ਼ਾਂਤੀ ਨਾਲ, ਜਿੱਦਾਂ ਸਾਡੇ ਸਿੱਖਾਂ ਨੇ ਸਾਨੂੰ ਸਿਖਾਇਆ ਆ, ਸਾਡੇ ਗੁਰੂਆਂ ਨੇ ਸਾਨੂੰ ਸਿਖਾਇਆ ਆ, ਸਾਨੂੰ ਗਵਰਨਮੈਂਟ ਨੂੰ ਕਹਿਣਾ ਪੈਣਾ ਕਿ ਅਸੀਂ ਹੈਗੇ ਹਾਂ ਤੇ ਅਸੀਂ ਐਜੀਟੇਟ ਕਰ ਸਕਦੇ ਹਾਂ ਕਿ ਇਹ ਕਿਸੇ ਲਈ ਚੰਗਾ ਨਹੀਂ। ਅਸੀਂ ਲਿਖ ਸਕਦੇ ਹਾਂ, ਅਸੀਂ ਪੜ੍ਹ ਸਕਦੇ ਹਾਂ, ਅਸੀਂ ਇਕੱਠੇ ਹੋ ਸਕਦੇ ਹਾਂ ਤੇ ਉਹਨਾਂ ਨੂੰ ਸੁਣਨਾ ਪੈਣਾ ਆ, ਯੂ ਨੋ। ਰਾਜੀ, ਤੁਸੀਂ ਹੋਰ ਵੀ 1-2 ਆਰਗੇਨਾਈਜੇਸ਼ਨਸ ਬਣਾਈਆਂ ਹੋਈਆਂ ਪ੍ਰੈਜ਼ੀਡੈਂਟੋਂ, ਫਾਊਂਡਰੋਂ, ਉਹਨਾਂ ਦੇ ਬਾਰੇ ਵੀ ਅਖੀਰ 'ਚ ਦੱਸੋ ਜੀ। ਹਾਂਜੀ, ਮੈਂ ਪਹਿਲਾਂ ਜਰਨਲਿਸਟ ਹੁੰਦੀ ਸੀ। ਇਹ ਮੇਰਾ ਖੁਆਇਸ਼ ਸੀ ਕਿ ਹੈ ਨਾ ਮੈਨੂੰ ਲੜਨਾ ਨਹੀਂ ਆਉਂਦਾ, ਮੈਨੂੰ ਕੁਛ ਨਹੀਂ ਕਰਨਾ ਆਉਂਦਾ, ਪਰ ਮੈਨੂੰ ਲਿਖਣਾ ਆਉਂਦਾ ਆ। ਇਹ ਮੈਨੂੰ ਪਤਾ ਸੀ ਜਦੋਂ ਮੈਂ ਛੋਟੀ ਸੀਗੀ। ਤੇ ਫਿਰ ਜਦੋਂ ਮੇਰਾ ਗ੍ਰੈਜੂਏਸ਼ਨ ਹੋ ਗਈ ਤੇ ਮੈਂ ਯੂ ਨੋ ਇੱਥੇ ਹੁਣ ਟੋਰਾਂਟੋ 'ਚ ਵੀ ਰਹਿੰਦੀ ਹਾਂ, ਫਿਰ ਮੈਂ ਆਪਣਾ ਜਿਹੜਾ ਕਮਿਊਨਿਟੀ ਬਿਲਡਿੰਗ ਉੱਥੇ ਜੁੜ ਗਈ ਸੀ, ਉੱਥੇ ਕੰਮ ਕਰਨਾ ਚਾਹੁੰਦੀ ਸੀ ਮੈਂ। ਤੇ ਮੇਰੇ ਲਈ ਬਹੁਤ ਇੰਪੋਰਟੈਂਟ ਸੀ ਕਿ ਹੈ ਨਾ ਸਾਡੇ ਨਿਆਣੇ ਜਿੱਦਾਂ ਸਾਡੀ ਫਿਊਚਰ, ਉਹਨਾਂ ਲਈ ਅਸੀਂ ਕਿੱਦਾਂ ਦੀ ਹੈ ਨਾ ਕਿੱਦਾਂ ਦਾ ਕੈਨੇਡਾ ਅਸੀਂ ਬਣਾਉਣਾ ਚਾਹੁੰਦੇ ਹਾਂ ਜਿਹਦੇ 'ਚ ਉਹਨਾਂ ਨੇ ਰਹਿਣਾ ਆ। ਮੇਰੀ ਸਿਸਟਰ ਆ ਸਨੀ, ਉਹਦੇ ਕੋਲ ਟਵਿਨਸ ਆ, ਇੱਕ ਮੁੰਡਾ ਕੁੜੀ, ਅਰਜਨ ਤੇ ਅਨਾਇਆ। ਜਦੋਂ ਉਹ ਪਹਿਲੀ ਵਾਰੀ ਮੈਂ ਉਹਨਾਂ ਨੂੰ ਦੇਖਿਆ ਸੀਗਾ ਉਦੋਂ ਮੈਨੂੰ ਪਤਾ ਲੱਗਿਆ ਸੀ, ਇਹ ਲਾਈਕ ਬਹੁਤ ਪਹਿਲਾਂ ਦੀ ਗੱਲ ਆ, ਲਾਈਕ 7-8 ਸਾਲ ਪਹਿਲਾਂ ਮੈਂ ਉਹਨਾਂ ਨੂੰ ਛੋਟੀ ਦੇਖਿਆ ਤੇ ਮੈਂ ਕਿਹਾ ਇਹ ਜਿਹੜੀ ਲਾਈਫ ਆ ਇਹ ਮੇਰੀ ਨਹੀਂ, ਹੁਣ ਪੂਰੀ ਲਾਈਫ ਮੇਰੀ ਉਹਨਾਂ ਲਈ ਆ ਕਿ ਉਹਨਾਂ ਲਈ ਅਸੀਂ ਕਿੱਦਾਂ ਹੈ ਨਾ ਲਾਈਫ ਚੰਗੀ ਬਣਾ ਸਕਦੇ ਹਾਂ, ਅਸੀਂ ਵਰਲਡ ਕਿੱਦਾਂ ਉਹਨਾਂ ਲਈ ਚੰਗੀ ਬਣਾ ਸਕਦੇ ਹਾਂ, ਅਸੀਂ ਹੈ ਨਾ ਕਮਿਊਨਿਟੀ ਕਿੱਦਾਂ ਉਹਨਾਂ ਲਈ ਚੰਗੀ ਬਣਾ ਸਕਦੇ ਹਾਂ। ਸੋ ਉਹਦੇ 'ਚ ਹੁਣ ਮੈਂ ਕੰਮ ਕਰਦੀ ਹਾਂ। ਮੇਰੀ ਕੰਪਨੀ ਵਿਲਨਡੋਰਫ, ਉਹ ਵੱਡੀ ਕੰਪਨੀਆਂ ਦੇ ਨਾਲ ਜਾਂ ਛੋਟੀਆਂ ਕੰਪਨੀਆਂ ਦੇ ਨਾਲ ਬੈਠ ਕੇ ਕਹਿੰਦੇ ਆ ਕਿ ਹੈ ਨਾ ਜੇ ਤੁਸੀਂ ਆਹ ਪ੍ਰੋਗਰਾਮ ਬਣਾਉਣਾ ਹੈ ਕਮਿਊਨਿਟੀ ਲਈ, ਇਹ ਪ੍ਰੋਗਰਾਮ ਇੱਦਾਂ ਬੈਨੀਫਿਟ ਕਰ ਸਕਦਾ ਹੈ ਜਿਹੜੇ ਹੈ ਨਾ ਲੋਕ ਜਿਹੜੇ ਗੋਰੇ ਨਹੀਂ ਗਏ। ਤਾਂ ਕਿ ਬਹੁਤ ਕੈਨੇਡਾ 'ਚ ਹੈ ਨਾ ਰੇਸਿਜ਼ਮ ਵੀ ਹੁੰਦਾ ਆ ਤੇ ਮੈਂ ਚਾਹੁੰਦੀ ਸੀ ਕਿ ਜਦੋਂ ਵੀ ਅਸੀਂ ਕਮਿਊਨਿਟੀ ਬਿਲਡਿੰਗ ਦੇ ਕੋਈ ਵੀ ਐਕਸ਼ਨ ਲੈਂਦੇ ਹਾਂ ਕਿ ਮੈਂ ਚਾਹੁੰਦੀ ਹਾਂ ਕਿ ਮੈਂ ਟੇਬਲ ਤੇ ਹੋਵਾਂ, ਤਾਂ ਕਿ ਮੈਨੂੰ ਏਦਾਂ ਨਹੀਂ ਲੱਗਦਾ ਕਿ ਅਸੀਂ ਸਾਰਿਆਂ ਦੇ ਬਾਰੇ ਸੋਚਦੇ ਹੁੰਦੇ ਹਾਂ। ਜਦੋਂ ਅਸੀਂ ਐਜੂਕੇਸ਼ਨ, ਹੈਲਥ, ਕੁਛ ਵੀ ਆ ਉਹ ਜ਼ਿਆਦਾ ਗੋਰੇ ਜਾਂ ਚਿੱਟੇ ਜਿੱਦਾਂ ਬੰਦੇ ਬਣਾਉਂਦੇ ਹੁੰਦੇ ਆ। ਤੇ ਮੈਂ ਕਿਹਾ ਲਾਈਕ ਬੁੜੀਆਂ ਵੀ ਉੱਥੇ ਬਹਿਣੀਆਂ ਚਾਹੀਦੀਆਂ ਆ ਜਿੱਥੇ ਹੈ ਨਾ ਇਹ ਫੈਸਲੇ ਬਣਦੇ ਆ। ਸੋ ਮੇਰੀ ਕੰਪਨੀ ਇਹ ਕੰਮ ਕਰਦੀ ਆ ਕਿ ਅਸੀਂ ਹੈ ਨਾ ਸਾਡੇ ਨਾਲ ਬੈਠ ਕੇ ਪਾਲਿਸੀਜ਼, ਪ੍ਰੋਗਰਾਮ, ਕੁਛ ਵੀ ਜਿਹੜੀ ਹੈ ਨਾ ਕਮਿਊਨਿਟੀ ਨੂੰ ਇੰਪੈਕਟ ਕਰੂਗੀ, ਅਸੀਂ ਬਹਿਣਾ ਚਾਹੁੰਦੇ ਹਾਂ ਤੁਹਾਡੇ ਨਾਲ ਤੇ ਇਹ ਨਾ ਪੈਸੇ ਇਕੱਠੇ ਬਣਾਉਣਾ ਚਾਹੁੰਦੇ ਹਾਂ। ਤੇ ਫਿਰ ਦੂਸਰਾ ਆ ਕਿ ਅਸੀਂ ਦੇਖਿਆ ਸੀ ਕਿ ਹੈ ਨਾ ਈਵਨ ਜਰਨਲਿਜ਼ਮ ਜਿੱਦਾਂ ਕੈਨੇਡਾ ਤੁਸੀਂ ਜਾਣਦੇ ਹੋ ਕਿ ਜ਼ਿਆਦਾ ਹੈ ਨਾ ਸਾਰੇ ਜਿਹੜੇ ਲਿਖਦੇ ਆ ਤੇ ਈਵਨ ਨਿਊਜ਼ ਦੇ ਉੱਤੇ ਬਹੁਤ ਗੋਰੇ ਹੁੰਦੇ ਆ ਜ਼ਿਆਦਾ, ਤੇ ਜਦੋਂ ਉਹ ਗੱਲਾਂ ਕਰਦੇ ਹੁੰਦੇ ਆ ਉਹ ਗੋਰਿਆਂ ਲਈ ਗੱਲਾਂ ਕਰਦੇ ਆ। ਤੇ ਇਹਦੇ 'ਚ ਫਿਰ ਸਾਡੀ ਸਟੋਰੀ ਆ ਉਹ ਫਿਰ ਹੈ ਨਾ ਥੋੜ੍ਹੀ ਡਿਫਰੈਂਟ ਹੋ ਜਾਂਦੀ ਆ। ਸੋ ਮੈਂ ਚਾਹੁੰਦੀ ਸੀ ਕਿ ਅਸੀਂ ਆਪਣੀ ਓਨ ਸਟੋਰੀ ਆਪਣੀ ਓਨ ਜਿੱਦਾਂ ਜ਼ੁਬਾਨ ਦੇ ਨਾਲ ਦੱਸੀਏ। ਸੋ ਫਿਰ ਇਹ ਜਿਹੜੀ ਛੋਟੀ ਜਿਹੀ ਮੈਗਜ਼ੀਨ ਅਸੀਂ ਸ਼ੁਰੂ ਕੀਤੀ ਆ ਪੂਰੀ ਹਿੰਮਤ ਨਾਲ ਸ਼ੁਰੂ ਕੀਤੀ ਸੀ ਤਾਂ ਕਿ ਅਸੀਂ ਚਾਹੁੰਦੇ ਸੀ ਕਿ ਜਿਹੜੇ ਇੰਡੀਜਨਸ ਸਟੋਰੀਜ਼ ਆ, ਜਿਹੜੇ ਹੈ ਨਾ ਬਲੈਕ ਲਾਈਫ ਸਟੋਰੀਜ਼ ਆ, ਜਿਹੜੀ ਸਿੱਖੀ ਦੀ ਸਟੋਰੀਜ਼ ਆ, ਇਹ ਅਸੀਂ ਆਪ ਦੱਸੀਏ ਸਾਡੀ ਆਡੀਅנס ਲਈ। ਸੋ ਜਿੱਦਾਂ ਜਿਹੜੇ ਨਿਆਣੇ ਆ ਉਹ ਪੜ੍ਹ ਸਕਦੇ ਆ ਕਿ ਹੈ ਨਾ ਅਸੀਂ ਕੌਣ ਆ, ਅਸੀਂ ਕੀ ਕਰਦੇ ਆ, ਸਾਡੇ ਪੈਸ਼ਨ ਕੀ ਆ, ਸਾਡੀ ਆਈਡੈਂਟਿਟੀ ਕੀ ਆ। ਤੇ ਉਹ ਮੈਗਜ਼ੀਨ ਇੱਦਾਂ ਦੀ ਸਟੋਰੀਜ਼ ਛਪਦੀ ਆ। ਰਾਜੀ, ਮੈਨੂੰ ਪਤਾ ਤੁਹਾਡੀ ਇੱਕ ਮੀਟਿੰਗ ਹੈ ਤੇ ਮੈਨੂੰ ਬਹੁਤ ਮਾਣ ਹੋਇਆ ਤੁਹਾਡੇ ਨਾਲ ਗੱਲਬਾਤ ਕਰਕੇ ਤੇ ਬਹੁਤ ਚੰਗਾ ਲੱਗਿਆ। ਸ਼ੁਭ ਸ਼ਾਮਾਂ। ਤੇ ਵਕਤ ਦਰ ਵਕਤ ਤੁਹਾਨੂੰ ਜਦ ਵੀ ਯੂਥ ਦੇ ਇਸ਼ੂਜ਼ ਜਾਂ ਕੋਈ ਅਜਿਹੇ ਇਸ਼ੂਜ਼ ਹੋਣਗੇ ਤੁਹਾਨੂੰ ਅਸੀਂ ਰਿਕੁਐਸਟ ਕਰਿਆ ਕਰਾਂਗੇ ਤੇ ਪਲੀਜ਼ ਜੁਆਇਨ ਕਰੋ ਸਾਡੇ ਨਾਲ। ਅਸੀਂ ਲੋਕਲ ਹੈ, ਤੁਹਾਡੀ ਆਪਣੀ ਕਮਿਊਨਿਟੀ ਹੈ ਓਕਨਾਗਨ ਦੇ ਵਿੱਚ, ਸ਼ੇਰੇ ਪੰਜਾਬ ਨੂੰ ਬਹੁਤ ਸੁਣਿਆ ਜਾਂਦਾ, ਬਹੁਤ ਵੱਡੀ ਆਡੀਅנס ਆ ਸਾਡੀ ਤੇ ਤੁਹਾਡੀ ਕਮਿਊਨਿਟੀ ਨੂੰ ਵੀ ਮਾਣ ਹੋਏਗਾ ਕਿ ਸਾਡੀ ਧੀ ਬੋਲਦੀ ਆ, ਸਾਨੂੰ ਵੀ ਮਾਣ ਹੋਏਗਾ। ਤੁਹਾਨੂੰ ਸ਼ੁਭ ਸ਼ਾਮਾਂ ਤੇ ਚੜ੍ਹਦੀ ਕਲਾ। ਥੈਂਕ ਯੂ। ਤੇ ਤੁਸੀਂ ਬਹੁਤ ਮੈਂ ਸਾਰਾ ਤੁਹਾਡਾ ਦੇਖਦੀ ਸੀ ਟਵਿੱਟਰ ਉੱਤੇ ਤੇ
ਮੈਂ ਬਹੁਤ ਪ੍ਰਾਊਡ ਹਾਂ ਕਿ ਤੁਸੀਂ ਸਾਡੇ ਲਈ ਪੰਜਾਬੀ 'ਚ ਹੈ ਨਾ ਵੋਇਸ ਬਣਾਈ ਆ ਮੀਡੀਆ 'ਚ, ਤੇ ਅਸੀਂ ਇਕੱਠੇ ਹਾਂ, ਤੇ ਮੈਂ ਬਹੁਤ ਅਪਰੀਸ਼ੀਏਟ ਕਰਦੀ ਹਾਂ ਕਿ ਤੁਸੀਂ ਮੇਰੀ ਕਹਾਣੀ ਸੁਣੀ ਅੱਜ। ਧੰਨਵਾਦ ਰਾਜੀ। ਤੇ ਪੇਰੈਂਟਸ ਤੁਹਾਡੇ ਮਾਣ ਕਰਦੇ ਹੋਣਗੇ, ਸੁਣਦੇ ਹੋਣਗੇ। ਤੇ ਕਿੱਥੇ ਬਰੌਟ ਅਪ ਹੋਏ, ਕਿਹੜੇ ਸ਼ਹਿਰ 'ਚ ਤੁਸੀਂ? ਅਸੀਂ ਵਰਨਨ 'ਚ। ਅੱਛਾ ਅੱਛਾ, ਥੈਂਕ ਯੂ। ਵਰਨਨ ਕਲੋਨੀ ਤੋਂ ਥੋੜਾ ਦੂਰ। ਹਾਂ ਬੇਟਾ ਮੈਂ ਬਹੁਤ ਟਰੈਵਲ ਕਰਦਾ ਹਾਂ, ਬਹੁਤ ਮੇਰੇ ਦੋਸਤ ਨੇ ਸਾਰੇ, ਮਸੋਏ, ਸੋਲੇਬਰ, ਕਾਸਟਨ, ਕੈਰਮੀਅਸ। ਮੈਂ ਹਰ ਸਾਲ ਬਹੁਤ ਵਾਰ ਜਾਂਦਾ ਉੱਥੇ, ਰਾਈਡ ਕਰਦੇ ਹਾਂ, ਡਰਾਈਵ ਕਰਕੇ ਜਾਣਾ। ਅਸੋਇਸ ਮੇਰਾ ਸਭ ਤੋਂ ਫੇਵਰੇਟ ਟਾਊਨ ਹੈ। ਧੰਨਵਾਦ। ਸ਼ੁਭ ਸ਼ਾਮ ਰਾਣੀ ਧੀ, ਤੇ ਫਿਰ ਗੱਲਬਾਤ ਹੋਏਗੀ। ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਥੈਂਕ ਯੂ। ਰਾਜੀ ਔਜਲਾ, ਇਹ ਨੇ ਸਾਡੀਆਂ ਧੀਆਂ ਜਿਨ੍ਹਾਂ ਦੀ ਮੈਂ ਕੱਲ੍ਹ ਗੱਲ ਕਰਦਾ ਸੀ ਲੋਕ ਸੱਥ ਦੇ ਵਿੱਚ। ਇਉਂ ਲਿਖਦੀਆਂ ਇਹ। ਰਾਜੀ ਔਜਲਾ ਨੂੰ ਟਵਿੱਟਰ 'ਤੇ ਤੁਸੀਂ ਫੋਲੋ ਕਰ ਸਕਦੇ ਹੋ, ਇੰਸਟਾਗ੍ਰਾਮ 'ਤੇ ਹੈ ਰਾਜੀ। ਅਤੇ ਬਹੁਤ ਵਧੀਆ ਉਸਨੇ ਲੇਖ ਲਿਖਿਆ, ਧੂਪ ਪੈ ਗਈ ਜਦ ਜਗਦੀਸ਼ ਮਾਨ ਹੋਣਾ ਤੇ ਰਾਜੀ ਔਜਲਾ ਨੇ ਲਿਖਿਆ ਵੀ ਫਾਰਮਰਸ ਪ੍ਰੋਟੈਸਟ ਇਨ ਇੰਡੀਆ ਆਰ ਨਾਟ ਜਸਟ ਅਬਾਊਟ ਲੈਂਡ ਰਾਈਟਸ, ਦੇ ਆਰ ਅਬਾਊਟ ਆਵਰ ਵੈਰੀ ਆਈਡੈਂਟਿਟੀ। ਹੋਂਦ ਦੀ ਗੱਲ ਹੈ, ਹੋਂਦ ਦੀ। ਸੁਣ ਲਓ ਜਿਹੜੇ ਵਿਰੋਧ ਕਰਦੇ ਹੋ। ਸਟਾਰ ਨਮਕਿਨ ਸਿੰਘ ਪੱਤੀ ਜੀ, ਸਵਾਗਤ ਤੁਹਾਡਾ, ਸਤਿ ਸ੍ਰੀ ਅਕਾਲ। ਸ਼ੁਕਰੀਆ ਗਿੱਲ ਸਾਹਿਬ। ਸਭ ਤੋਂ ਪਹਿਲਾਂ ਤੁਹਾਨੂੰ ਤੇ ਰੇਡੀਓ ਸ਼ੇਰੇ ਪੰਜਾਬ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਗਿੱਲ ਸਾਹਿਬ, ਹਰ ਇੱਕ ਮਨ ਹੈ, ਹਰ ਇੱਕ ਇਨਸਾਨ ਹੈ ਜਿਹੜਾ ਆਪਣੇ ਤੇ ਆਏ ਦੁੱਖ ਨੂੰ ਕਿਵੇਂ ਲੈਂਦਾ। ਸਿੰਘੂ ਬਾਰਡਰ ਤੇ ਜਿਹੜੀ ਸੰਤ ਬਾਬਾ ਰਾਮ ਸਿੰਘ ਉਹਨਾਂ ਨੇ ਨਾਨਕਸਰ 68 ਸਿੰਘੜਾ ਵਾਲਿਆਂ ਨੇ ਖੁਦਕੁਸ਼ੀ ਕੀਤੀ ਹੈ, ਇਸ ਤੇ ਇੱਕ ਤਾਂ ਇਹ ਮੈਨੂੰ ਬੜੀ ਇਸ ਗੱਲ ਨੇ ਜਦ ਇਹ ਸਵੇਰੇ ਜਾਂ ਬ੍ਰੇਕ ਹੋਣ ਲੱਗੀ ਤਾਂ ਇਸ ਨੇ ਬੜਾ ਜਿਹੜਾ ਦਰਦ ਸਾਰੇ ਫੈਲਾ ਦਿੱਤਾ ਕਿ ਇਹ ਜਿਹੜੇ ਗੁਰਮੁਖ ਜਨ ਨੇ, ਜਿਹੜੇ ਰੱਬ ਦਾ ਨਾਂ ਲੈਣ ਵਾਲੇ ਲੋਕ ਨੇ, ਜ਼ਿਆਦਾਤਰ ਜੇ ਨਾਨਕਸਰ 68 ਦੀ ਗੱਲ ਕਰੀਏ ਤਾਂ ਉਹ ਰਾਜਨੀਤਿਕ ਮਸਲਿਆਂ 'ਚ ਤਾਂ ਦਖਲ ਦਿੰਦੇ ਆ। ਬਾਦਲ ਹੋਣੀ ਆ ਗਏ, ਬਾਦਲ ਤੋਂ ਬਿਨਾਂ ਹੋਰ ਤਾਂ ਨਹੀਂ ਕੋਈ ਜਾਂਦਾ, ਪਰ ਸੰਘਰਸ਼ ਦੇ ਨਾਂ 'ਤੇ ਸੰਘਰਸ਼ ਵਾਲੇ ਪਾਸੇ ਬਹੁਤ ਘੱਟ ਉਹਨਾਂ ਦੀ ਸ਼ਮੂਲੀਅਤ ਹੁੰਦੀ ਆ। ਉਹਨਾਂ ਦਾ ਆਪਣਾ ਇੱਕ ਵਿਚਰਨ ਦਾ ਢੰਗ ਹੈ, ਉਹਦੇ 'ਚ ਕੋਈ ਔਖਾਈ ਨਹੀਂ, ਹਰ ਇੱਕ ਇਨਸਾਨ ਆਪਣੇ ਹਿਸਾਬ ਨਾਲ ਜਿਉਂਦਾ। ਪਰ ਇਹ ਸੰਤ ਜੀ ਦੇ ਬਾਰੇ ਦੱਸੋ, ਇਹ ਕਿਵੇਂ ਗੱਲ ਹੋਈ, ਕਿਸ ਤਰ੍ਹਾਂ ਉਹਨਾਂ ਨੇ ਖੁਦਕੁਸ਼ੀ ਕੀਤੀ, ਤੇ ਸਿੰਘੜਾ ਹੈ ਕਿੱਥੇ? ਗਿੱਲ ਸਾਹਿਬ, ਬਹੁਤ ਮੰਦਭਾਗੀ ਘਟਨਾ ਹੈ ਅੱਜ ਸਿੰਘੂ ਬਾਰਡਰ ਦਿੱਲੀ ਦੇ ਉੱਤੇ ਵਾਪਰੀ। ਮੈਂ ਇਹਨਾਂ ਨੂੰ, ਸੰਤ ਜੀ ਨੂੰ ਦੇਖਿਆ ਉਸ ਮੋਰਚੇ ਦੇ ਵਿੱਚ ਸਿੰਘੂ ਬਾਰਡਰ ਦੇ ਉੱਤੇ ਕਥਾ ਕੀਰਤਨ ਕਰਦੇ ਸੀ, ਔਰ ਕਥਾ ਕੀਰਤਨ ਹਰ ਰੋਜ਼ ਕਰਕੇ ਇਹ ਕਿਸਾਨਾਂ ਦਾ ਦਰਦ ਆ ਜਿਹੜਾ ਉਹ ਸਾਂਝਾ ਕਰਦੇ ਹੁੰਦੇ ਸੀਗੇ। ਸੋ ਅਕਸਰ ਉੱਥੇ ਇਹ ਲੰਗਰ ਲਾਉਂਦੇ ਵੀ ਜਿਹੜੇ ਉਹ ਦੇਖੇ ਨੇ ਮੈਂ। ਉੱਥੇ ਘਟਨਾ ਅੱਜ ਇਹ ਵਾਪਰੀ ਗਿੱਲ ਸਾਹਿਬ। ਇਹ ਜਿਹੜਾ ਸਿੰਘੜਾ ਹੈ ਇਹ ਕਰਨਾਲ ਦੇ ਕੋਲੇ ਆ, ਹਰਿਆਣਾ ਦੇ ਰਹਿਣ ਵਾਲੇ ਸੀ ਸੰਤ ਜੀ, ਸੰਤ ਬਾਬਾ ਰਾਮ ਸਿੰਘ, ਔਰ ਹਰਿਆਣਾ ਦੇ ਕਰਨਾਲ ਦੇ ਨੇੜੇ ਸਿੰਘੜਾ ਪਿੰਡ ਪੈਂਦਾ, ਉੱਥੇ ਨਾਨਕਸਰ 68 ਹੈ। ਉਸ ਗੁਰਦੁਆਰਾ ਸਾਹਿਬ ਦੇ ਜਿਹੜੇ ਮੁਖੀ ਸੀ ਇਹ, ਔਰ ਕਾਫੀ ਉੱਥੇ ਇਲਾਕੇ ਦੀ ਸੰਗਤ ਦੇ ਵਿੱਚ ਇਹਨਾਂ ਨੂੰ ਗੁਰੂ ਜਿਹੜਾ ਉਹ ਮੰਨਿਆ ਜਾਂਦਾ ਸੀ। ਕਾਫੀ ਲੋਕ ਇਹਨਾਂ ਦੇ ਪੈਰੋਕਾਰ ਉਸ ਇਲਾਕੇ ਦੇ ਵਿੱਚ, ਹਰਿਆਣੇ ਦੇ ਵਿੱਚ ਮੌਜੂਦ ਨੇ। ਇਹਨਾਂ ਨੇ ਉਸ ਦਿਨ ਤੋਂ ਹੀ ਲੰਗਰ ਲਾਇਆ ਹੋਇਆ ਸੀ ਔਰ ਲਗਾਤਾਰ ਕਿਸਾਨ ਮੋਰਚੇ ਦੇ ਵਿੱਚ ਆ ਰਹੇ ਸੀ। ਕਿਸਾਨਾਂ ਦਾ ਦਰਦ ਇਹਨਾਂ ਤੋਂ ਝੱਲਿਆ ਨਹੀਂ ਗਿਆ ਤੇ ਇਹਨਾਂ ਨੇ ਖੁਦਕੁਸ਼ੀ ਜਿਹੜੀ ਉਹ ਕੀਤੀ। ਖੁਦਕੁਸ਼ੀ ਇਹਨਾਂ ਨੇ ਰਿਵਾਲਵਰ ਦੇ ਨਾਲ ਗੋਲੀ ਮਾਰ ਕੇ ਜਿਹੜੀ ਉਹ ਕੀਤੀ ਆ, ਔਰ ਇੱਕ ਜਿਹੜਾ ਇਹਨਾਂ ਨੇ ਖੁਦਕੁਸ਼ੀ ਨੋਟ ਵੀ ਛੱਡਿਆ। ਖੁਦਕੁਸ਼ੀ ਨੋਟ ਦੇ ਵਿੱਚ ਗਿੱਲ ਸਾਹਿਬ ਇਹਨਾਂ ਨੇ ਬੜੇ ਥੋੜੇ ਸ਼ਬਦਾਂ ਦੇ ਵਿੱਚ ਪੰਜਾਬੀ ਭਾਸ਼ਾ ਦੇ ਵਿੱਚ ਲਿਖਿਆ। ਖੁਦਕੁਸ਼ੀ ਨੋਟ ਦੇ ਵਿੱਚ ਇਹਨਾਂ ਨੇ ਲਿਖਿਆ ਕਿ ਕਿਸਾਨਾਂ ਦਾ ਦੁੱਖ ਦੇਖਿਆ, ਆਪਣੇ ਹੱਕ ਲੈਣ ਲਈ ਸੜਕਾਂ ਤੇ ਰੁਲ ਰਹੇ ਨੇ, ਬਹੁਤ ਦਿਲ ਦੁਖਿਆ ਹੈ, ਸਰਕਾਰ ਨਿਆਂ ਨਹੀਂ ਦੇ ਰਹੀ, ਜ਼ੁਲਮ ਹੈ। ਔਰ ਜਿਹੜੀ ਇਹ ਗੱਲ ਇੱਥੇ ਲਿਖਦੇ ਨੇ, ਮੈਨੂੰ ਲੱਗਦਾ ਸ਼ਾਇਦ ਉਹ ਇਹਨਾਂ ਦੀ ਆਤਮ ਹੱਤਿਆ ਦਾ ਕਾਰਨ ਬਣੀ ਹੈ। ਇਹਨਾਂ ਨੇ ਲਿਖਿਆ ਕਿ ਜ਼ੁਲਮ ਕਰਨਾ ਪਾਪ ਹੈ, ਜ਼ੁਲਮ ਸਹਿਣਾ ਵੀ ਪਾਪ ਹੈ। ਕਿਸੇ ਨੇ ਕਿਸਾਨਾਂ ਦੇ ਹੱਕ ਦੇ ਵਿੱਚ ਤੇ ਜ਼ੁਲਮ ਦੇ ਖਿਲਾਫ ਕੁਝ ਕੀਤਾ ਤੇ ਕਿਸੇ ਨੇ ਕੁਝ ਕੀਤਾ। ਕਈਆਂ ਨੇ ਸਨਮਾਨ ਵਾਪਸ ਕੀਤੇ, ਪੁਰਸਕਾਰ ਵਾਪਸ ਕਰਕੇ ਰੋਸ ਜਤਾਇਆ। ਦਾਸ ਕਿਸਾਨਾਂ ਦੇ ਹੱਕ 'ਚ, ਸਰਕਾਰੀ ਜ਼ੁਲਮ ਦੇ ਰੋਸ 'ਚ ਆਤਮਦਾ ਕਰਦਾ ਹੈ। ਇਹ ਜ਼ੁਲਮ ਦੇ ਖਿਲਾਫ ਆਵਾਜ਼ ਹੈ ਤੇ ਕਿਰਤੀ ਕਿਸਾਨ ਦੇ ਹੱਕ ਵਿੱਚ ਆਵਾਜ਼ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਔਰ ਇਹਨਾਂ ਨੇ ਇਹ ਲਿਖਦਿਆਂ ਜਿਹੜਾ ਰਿਵਾਲਵਰ ਦੇ ਨਾਲ ਖੁਦਕੁਸ਼ੀ ਜਿਹੜੀ ਉਹ ਕਰ ਲਈ। ਇਹਨਾਂ ਨੂੰ ਪਾਣੀਪਤ ਦੇ ਹਸਪੀਟਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਗਾ। ਸੋ ਇਹਨਾਂ ਦੀ ਮੌਤ ਮੈਨੂੰ ਲੱਗਦਾ ਖੁਦਕੁਸ਼ੀ ਨਹੀਂ ਬਲਕਿ ਇਹ ਕੁਰਬਾਨੀ ਹੈ। ਸ਼ਾਇਦ ਗਿੱਲ ਸਾਹਿਬ ਇਹਨਾਂ ਦੇ ਮਨ ਦੇ ਵਿੱਚ, ਦੇਖੋ ਉਂਝ ਤਾਂ ਆਪਣੇ ਸਿੱਖ ਧਰਮ ਦੇ ਵਿੱਚ ਇਹ ਹੈ ਕਿ ਲੜ ਕੇ ਮਰਨਾ ਗਾ, ਸ਼ਹਾਦਤਾਂ ਦਾ ਜਾਮ ਪੀਣਾ, ਖੁਦਕੁਸ਼ੀ ਕਰਨਾ ਆਪਣੇ ਸਿੱਖ ਧਰਮ ਦੇ ਵਿੱਚ ਨਹੀਂ ਹੈ।
ਲੇਕਿਨ ਹੋ ਸਕਦਾ ਇਹਨਾਂ ਦੇ ਮਨ ਦੇ ਵਿੱਚ ਪਤਾ ਨਹੀਂ ਕੀ ਚੱਲਦਾ ਉਹ, ਸ਼ਾਇਦ ਗਿੱਲ ਸਾਹਿਬ ਇਹਨਾਂ ਦੇ ਮਨ 'ਚ ਚੱਲਦਾ ਹੋਵੇ ਕਿ ਮੇਰੀ ਇਹ ਕੁਰਬਾਨੀ ਦੇ ਨਾਲ ਜੇ ਮੈਂ ਆਤਮ ਹੱਤਿਆ ਕਰਦਾ ਤਾਂ ਕਿਸਾਨ ਸੰਘਰਸ਼ ਜਿੱਤਿਆ ਜਾਊਗਾ। ਸ਼ਾਇਦ ਇਹਨਾਂ ਨੂੰ ਲੱਗਦਾ ਹੋਵੇ ਕਿ ਸਰਕਾਰ ਦੇ ਉੱਤੇ ਦਬਾਅ ਪਊਗਾ। ਉਹ ਗੂੰਗੀ ਬੋਲੀ ਸਰਕਾਰ ਜਿਹੜੀ ਜਿਉਂਦੇ ਜੀ ਕਿਸੇ ਦੀ ਆਵਾਜ਼ ਨਹੀਂ ਸੁਣਦੀ। ਸ਼ਾਇਦ ਸੰਤ ਜੀ ਨੂੰ ਲੱਗਦਾ ਹੋਊ ਕਿ ਮੇਰੇ ਮਰੇ ਤੋਂ ਉਹ ਜਿਹੜੀ ਸਰਕਾਰ ਆ ਉਹ ਮੇਰੀ ਆਵਾਜ਼ ਸੁਣੂਗੀ। ਸੋ ਬਹੁਤ ਸਾਰੀਆਂ ਸੰਸਥਾਵਾਂ ਦੇ ਇਸ ਵਿਸ਼ੇ ਦੇ ਉੱਤੇ ਬਿਆਨ ਆ ਰਹੇ ਨੇ। ਬਹੁਤ ਸਾਰੀਆਂ ਸੰਸਥਾਵਾਂ ਨੇ ਕਿਹਾ ਕਿ ਇਸ ਗੁੱਸੇ ਤੇ ਗਮ ਨੂੰ ਰੋਹ 'ਚ ਬਦਲੀਏ ਔਰ ਸੰਤ ਜੀ ਦੀ ਵਿਚਾਰਧਾਰਾ ਨੂੰ, ਉਹਨਾਂ ਦੀ ਸੋਚ ਨੂੰ ਅੱਗੇ ਲੈ ਕੇ ਜਾਈਏ ਤਾਂ ਕਿ ਇਸ ਹਕੂਮਤ ਦੇ ਖਿਲਾਫ ਲੜਾਈ ਨੂੰ ਲਗਾਤਾਰ ਜਾਰੀ ਰੱਖੀਏ। ਜੀ ਗਿੱਲ ਸਾਹਿਬ। ਅੱਛਾ, ਹੁਣ ਇਸ ਸੰਘਰਸ਼ ਦੇ ਨਾਲ ਨਿਪਟਣ ਦੇ ਲਈ ਸਰਕਾਰ ਕੁਝ ਕਾਨੂੰਨੀ ਚਾਰਾਜੋਈ ਕਰ ਰਹੀ ਹੈ? ਵਾਕਈ ਗਿੱਲ ਸਾਹਿਬ, ਸਰਕਾਰ ਇਸ ਐਜੀਟੇਸ਼ਨ ਦੇ ਨਾਲ, ਦੇਖੋ ਉਹਨਾਂ ਨੇ ਨਾ ਕੰਨ ਸਿੱਧੇ ਪਾਸੋਂ ਨਹੀਂ ਤਾਂ ਪੁੱਠੇ ਪਾਸੋਂ ਫੜਨ ਵਾਲੀ ਗੱਲ ਜਿਹੜੀ ਉਹ ਕੀਤੀ ਹੈ। ਜੇ ਉਹਨਾਂ ਨੇ ਤਸ਼ੱਦਦ ਕਰਕੇ, ਉਹਨਾਂ ਨੇ ਜ਼ਬਰ ਜ਼ੁਲਮ ਦੇ ਨਾਲ ਇਸ ਕਿਸਾਨ ਸੰਘਰਸ਼ ਨੂੰ ਨਹੀਂ ਠਾ ਸਕੇ ਕਿਉਂਕਿ ਲੋਕਾਂ ਦੀ ਗਿਣਤੀ ਬਹੁਤ ਵਧੀ ਹੈ, ਤਾਂ ਹੁਣ ਉਹਨਾਂ ਨੇ ਜਿਹੜਾ ਉਹ ਸੁਪਰੀਮ ਕੋਰਟ ਦੇ ਰਾਹੀਂ ਇਹ ਪੂਰਾ ਮਾਮਲਾ ਗਾ ਜਿਹੜਾ ਉਹ ਨਿਪਟਣ ਦੀ ਯੋਜਨਾ ਬਣੀ ਹੈ। ਤੇ ਸੁਪਰੀਮ ਕੋਰਟ ਦੇ ਵੱਲੋਂ, ਸੁਪਰੀਮ ਕੋਰਟ 'ਚ ਕਿਉਂਕਿ ਬਹੁਤ ਸਾਰੀਆਂ ਪਟੀਸ਼ਨਾਂ ਦਾਇਰ ਹੋਈਆਂ ਇਸ ਵਿਸ਼ੇ ਦੇ ਉੱਤੇ ਕਿ ਕਿਸਾਨਾਂ ਨੂੰ ਉਠਾਇਆ ਜਾਵੇ। ਔਰ ਇੱਕ ਵਿਅਕਤੀ ਨੇ ਤਾਂ ਇਹ ਹਵਾਲਾ ਵੀ ਦਿੱਤਾ ਵੀ ਜਿਵੇਂ ਨਾਗਰਿਕਤਾ ਸੋਧ ਕਾਨੂੰਨ ਵਾਲੇ ਠਾਏ ਸੀ ਉਸ ਤਰੀਕੇ ਦੇ ਨਾਲ ਉਠਾਏ ਜਾਣ। ਤਾਂ ਇਸ ਵਿਸ਼ੇ ਦੇ ਉੱਤੇ ਹੁਣ ਸੁਪਰੀਮ ਕੋਰਟ ਨੇ ਕਿਹਾ ਗਾ ਕਿ ਅਸੀਂ ਕਿਸਾਨਾਂ ਦੀ ਤੇ ਸਰਕਾਰ ਦੀ, ਜਿਹਦੇ 'ਚ ਉਹਨਾਂ ਨੇ 3 ਸਰਕਾਰਾਂ ਨੂੰ ਨੋਟਿਸ ਜਾਰੀ ਕੀਤੇ ਨੇ। ਕੱਲ੍ਹ ਨੂੰ ਫਿਰ ਸੁਣਵਾਈ ਹੋਣੀ ਹੈ ਵੀਰਵਾਰ ਨੂੰ। ਇੱਕ ਤਾਂ ਪੰਜਾਬ ਸਰਕਾਰ ਨੂੰ, ਇੱਕ ਹਰਿਆਣਾ ਸਰਕਾਰ ਨੂੰ, ਕੇਂਦਰ ਸਰਕਾਰ ਨੂੰ, ਤਿੰਨੇ ਸਰਕਾਰਾਂ ਨੂੰ ਨੋਟਿਸ ਜਾਰੀ ਕਰਕੇ ਬੁਲਾਇਆ। ਔਰ ਉਹਨਾਂ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ, 8 ਜਥੇਬੰਦੀਆਂ ਨੂੰ ਗਿੱਲ ਸਾਹਿਬ ਉਹਨਾਂ ਨੇ ਨੋਟਿਸ ਭੇਜੇ ਨੇ। ਔਰ 8 ਕਿਸਾਨ ਜਥੇਬੰਦੀਆਂ ਨੂੰ ਜਿਹੜੀਆਂ ਨੂੰ ਨੋਟਿਸ ਭੇਜੇ ਨੇ, ਉਹਨਾਂ ਨੂੰ ਕਿਹਾ ਕਿ ਤੁਹਾਨੂੰ ਧਿਰ ਬਣਾਇਆ ਜਾ ਸਕਦਾ, ਇੱਕ ਧਿਰ ਸਰਕਾਰ ਨੂੰ ਬਣਾਇਆ ਜਾ ਸਕਦਾ, ਗੱਲਬਾਤ ਰਾਹੀਂ ਮਸਲਾ ਹੱਲ ਕਰਾਂਗੇ। ਪਰ ਲੱਗਦਾ ਗਿੱਲ ਸਾਹਿਬ ਇਹ ਆ, ਦੇਖੋ ਇੱਕ ਮਸਲਾ ਹੁਣ ਗੱਲਬਾਤ ਦਾ ਨਹੀਂ ਰਹਿ ਗਿਆ। ਗੱਲਬਾਤ ਤਾਂ ਬਹੁਤ ਵਾਰ ਹੋ ਚੁੱਕੀ ਆ ਸਰਕਾਰ ਦੀ ਤੇ ਕਿਸਾਨਾਂ ਦੇ ਵਿਚਾਲੇ, ਮਸਲਾ ਬਹੁਤ ਰਿੜਕਿਆ ਗਿਆ। ਔਰ ਜਿਹੜੀ ਕਮੇਟੀ ਬਣਾਉਣ ਦੀ ਗੱਲ ਅਦਾਲਤ ਨੇ ਕਹੀ ਆ, ਉਹੀ ਕਮੇਟੀ ਬਣਾਉਣ ਦੀ ਗੱਲ ਆ ਜਿਹੜੀ ਉਹ ਸਰਕਾਰ ਵੀ ਕਹਿ ਚੁੱਕੀ ਆ ਕਿ ਕਮੇਟੀ ਬਣਾ ਲਈਏ ਸਾਂਝੀ। ਸਰਕਾਰ ਨੇ ਜਦੋਂ ਤਜਵੀਜ਼ ਰੱਖੀ ਸੀ, ਕਿਸਾਨਾਂ ਨੇ ਰਿਜੈਕਟ ਕੀਤਾ ਕਿ ਕਮੇਟੀ ਬਣਾਉਣ ਦਾ ਕੋਈ ਮਤਲਬ ਨਹੀਂ, ਇਹ ਚੀਜ਼ ਜਾਂ ਤਾਂ ਤੁਸੀਂ 2 ਮਹੀਨੇ 4 ਮਹੀਨੇ ਪਹਿਲਾਂ ਕਰਦੇ। ਹੁਣ ਤਾਂ ਮਸਲਾ ਇਸ ਤੋਂ ਗਾਹਾਂ ਲੰਘ ਚੁੱਕਿਆ। ਹੁਣ ਤਾਂ ਖੇਤੀ ਕਾਨੂੰਨ ਰੱਦ ਕਰਨ ਤੋਂ ਉਰੇ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ। ਤਾਂ ਅਜਿਹੇ ਦੇ ਵਿੱਚ ਅਦਾਲਤ ਦਾ ਠੀਕ ਹੈ ਸਨਮਾਨ ਕਰਨਗੇ। ਕਿਸਾਨ ਜਥੇਬੰਦੀਆਂ ਨੇ ਕੱਲ੍ਹ ਨੂੰ ਮੀਟਿੰਗ ਸੱਦੀ ਆ, ਉਹ ਫੈਸਲਾ ਲੈਣਗੀਆਂ। ਮੇਰੀ ਵੀ ਕਈ ਕਿਸਾਨ ਆਗੂਆਂ ਨਾਲ ਗੱਲ ਹੋਈ, ਉਹ ਕਹਿੰਦੇ ਕੱਲ੍ਹ ਦੀ ਮੀਟਿੰਗ ਤੋਂ ਬਾਅਦ ਅਸੀਂ ਫੈਸਲਾ ਲਵਾਂਗੇ। ਅਦਾਲਤ ਦਾ ਫਿਲਹਾਲ ਕਿਸਾਨਾਂ ਕੋਲੇ ਅੱਜ ਰਾਤ ਤੱਕ ਕੋਈ ਨੋਟਿਸ ਨਹੀਂ ਆਇਆ। ਉਹ ਕਹਿੰਦੇ ਸਾਡੇ ਕੋਲੇ ਅਜੇ ਤੱਕ ਲਿਖਤੀ ਤੌਰ ਤੇ ਅਦਾਲਤ ਦੀ ਕੋਈ ਵੀ ਕਾਰਵਾਈ, ਕੋਈ ਵੀ ਸਟੇਟਮੈਂਟ, ਕੋਈ ਸੱਦਾ ਪੱਤਰ ਨਹੀਂ ਆਇਆ, ਨਾ ਕੋਈ ਤਜਵੀਜ਼ ਆਈ ਹੈ ਅਦਾਲਤ ਦੀ। ਜਦੋਂ ਹੀ ਆਉਂਦੀ ਹੈ ਅਸੀਂ ਮੀਟਿੰਗ ਕਰਾਂਗੇ। ਮੀਟਿੰਗ ਕਰਕੇ ਅਸੀਂ ਇਹ ਸੋਚਾਂਗੇ ਕਿ ਜਾਣਾ ਜਾਂ ਨਹੀਂ ਜਾਣਾ, ਕਿਸ ਤਰ੍ਹਾਂ ਦਾ ਫੈਸਲਾ ਲੈਣਾ ਗਾ, ਕੀ ਫੈਸਲਾ ਹੋਊਗਾ। ਤਾਂ ਇਹ ਕਿਸਾਨ ਸੋਚਣਗੇ। ਪਰ ਇੱਕ ਗੱਲ ਕਿਸਾਨ ਆਗੂਆਂ ਨੇ ਸਪਸ਼ਟ ਕਰ ਦਿੱਤੀ ਆ ਕਿ ਅਸੀਂ ਅਦਾਲਤ ਦੇ ਫੈਸਲੇ ਨੂੰ ਤਾਂ ਵਿਚਾਰਾਂਗੇ, ਸੋਚਾਂਗੇ ਕਿਸ ਤਰੀਕੇ ਦੇ ਨਾਲ ਉਹ ਇਸ ਤਜਵੀਜ਼ ਨੂੰ ਲੈ ਕੇ ਆਉਂਦੇ ਆ। ਪਰ ਇੱਕ ਗੱਲ ਉਹਨਾਂ ਨੇ ਕਿਹਾ ਕਿ ਸਾਡਾ ਇਹ ਸਪਸ਼ਟ ਐਲਾਨ ਹੈ ਕਿ ਜਦੋਂ ਤੱਕ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ ਉਦੋਂ ਤੱਕ ਦਿੱਲੀ ਤੋਂ ਵਾਪਸ ਨਹੀਂ ਮੁੜਾਂਗੇ। ਤਾਂ ਅਜਿਹੇ ਮਸਲੇ ਦੇ ਵਿੱਚ ਚਾਹੇ ਸਾਡੇ ਤੇ ਜੋ ਮਰਜ਼ੀ ਕਾਰਵਾਈ ਹੈ ਜਿਹੜੀ ਉਹ ਹੋਵੇ। ਜੀ ਅੱਛਾ, ਇੱਕ ਇਹ ਦੱਸੋ ਕਿ ਕਰਜ਼ੇਕਾਰ ਜਿਨ੍ਹਾਂ ਨੇ ਖੁਦਕੁਸ਼ੀ ਕੀਤੀ ਉਹਨਾਂ ਦਾ ਕਹਿੰਦੇ ਕਾਫਲਾ ਵੀ ਪਹੁੰਚਿਆ ਬਾਰਡਰ ਤੇ। ਵਾਕਈ ਗਿੱਲ ਸਾਹਿਬ, ਜਿਹੜੇ ਪਰਿਵਾਰਾਂ ਦੇ ਨੌਜਵਾਨਾਂ ਨੇ, ਬਜ਼ੁਰਗਾਂ ਨੇ ਕਰਜ਼ੇ ਕਰਕੇ ਖੁਦਕੁਸ਼ੀਆਂ ਕੀਤੀਆਂ, ਕਿਉਂਕਿ ਪੰਜਾਬ ਦੇ ਵਿੱਚ ਪਿਛਲੇ ਸਮੇਂ ਤੋਂ ਜਿਹੜੀ ਖੇਤੀ ਹੋ ਰਹੀ ਹੈ ਉਹ ਫਸਲਾਂ ਦੀ ਨਹੀਂ ਹੋ ਰਹੀ, ਉਹ ਖੁਦਕੁਸ਼ੀਆਂ ਦੀ ਹੋ ਰਹੀ ਹੈ। ਪੰਜਾਬ 'ਚ ਲਗਾਤਾਰ ਖੁਦਕੁਸ਼ੀਆਂ ਕਰਜ਼ੇ ਕਰਕੇ ਕਿਸਾਨਾਂ ਦੀਆਂ ਹੋ ਰਹੀਆਂ ਨੇ। ਤਾਂ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਗਿੱਲ ਸਾਹਿਬ ਚਰਚਾ ਵੀ ਚੱਲੀ ਸੀਗੀ ਕਿ ਕੁਛ ਬੁੱਧੀਜੀਵੀਆਂ ਦੇ ਜਾਂ ਉਮਰ ਖਾਲਿਦ ਵਰਗਿਆਂ ਦੇ ਕੁਛ ਤਸਵੀਰਾਂ ਫੜ ਕੇ ਜਿਹੜਾ ਰੋਸ ਪ੍ਰਦਰਸ਼ਨ ਭਾਰਤੀ ਕਿਸਾਨ ਯੂਨੀਅਨ ਅਗਰਾਹਾਂ ਦੇ ਵੱਲੋਂ 10 ਦਸੰਬਰ ਨੂੰ ਜਿਹੜਾ ਕੀਤਾ ਗਿਆ ਸੀ, ਤਾਂ ਉਸ ਤਰ੍ਹਾਂ ਹੁਣ ਅੱਜ ਜਿਹੜਾ ਰੋਸ ਪ੍ਰਦਰਸ਼ਨ ਕੀਤਾ ਗਿਆ ਉਹ ਤਸਵੀਰਾਂ ਨੇ ਜਿਹੜੀਆਂ ਕਰਜ਼ੇ ਕਰਕੇ ਖੁਦਕੁਸ਼ੀ ਕਰਕੇ ਜਿਹੜੇ ਕਿਸਾਨ ਉਹਨਾਂ ਦੀਆਂ, ਉਹਨਾਂ ਦੇ ਪਰਿਵਾਰਾਂ ਨੇ ਫੜ ਕੇ ਪਹੁੰਚੇ ਉੱਥੇ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਉਹ ਪਰਿਵਾਰ ਪੰਜਾਬ ਦੇ ਵੱਖ-ਵੱਖ ਪਿੰਡਾਂ ਦੇ ਵਿੱਚੋਂ, ਕਿਉਂਕਿ ਖਾਸ ਕਰਕੇ ਮਾਲਵੇ ਦੇ ਵਿੱਚ ਕਿਸਾਨ ਖੁਦਕੁਸ਼ੀਆਂ ਵੱਧ ਹੋਈਆਂ। ਗਿੱਲ ਸਾਹਿਬ, ਮੈਂ ਸਰਵੇਖਣ ਵੀ ਕੀਤਾ ਇਸ ਵਿਸ਼ੇ ਦੇ ਉੱਤੇ, ਔਰ ਪੰਜਾਬ ਦੇ ਵਿੱਚ ਸਭ ਤੋਂ ਵੱਧ ਖੁਦਕੁਸ਼ੀਆਂ ਨੇ ਜਿਹੜੀਆਂ ਉਹ ਸਾਡੇ ਬਰਨਾਲਾ, ਮਾਨਸਾ, ਸੰਗਰੂਰ, ਬਠਿੰਡਾ, ਪਟਿਆਲਾ, ਇਸ ਮਾਲਵੇ ਦੇ ਖਿੱਤੇ ਦੇ ਵਿੱਚ ਜਿਹੜੀਆਂ ਉਹ ਹੋਈਆਂ ਨੇ। ਤਾਂ ਪੂਰੇ ਪੰਜਾਬ ਦੇ ਵਿੱਚੋਂ ਖੁਦਕੁਸ਼ੀਆਂ ਪੀੜਤ ਪਰਿਵਾਰ ਨੇ ਜਿਹੜੇ ਉੱਥੇ ਪਹੁੰਚੇ, ਉਹਨਾਂ ਨੇ ਤਸਵੀਰਾਂ ਲੈ ਕੇ ਕੇਂਦਰ ਦੀ ਹਕੂਮਤ ਨੂੰ ਇਹ ਦੱਸਣ ਦੀ ਕੋਸ਼ਿਸ਼ ਕੀਤੀ ਕਿ ਕਰਜ਼ੇ ਕਰਕੇ, ਤੁਹਾਡੇ ਅੰਬਾਨੀਆਂ ਅਡਾਨੀਆਂ ਕਰਕੇ, MSP ਨਾ ਮਿਲਣ ਕਰਕੇ ਵੱਖ-ਵੱਖ ਫਸਲਾਂ ਦੇ ਉੱਤੇ
ਅਸੀਂ ਖੇਤੀ ਘਾਟੇ ਦਾ ਸੌਦਾ ਬਣ ਚੁੱਕੀ ਆ, ਪਹਿਲਾਂ ਹੀ ਖੁਦਕੁਸ਼ੀਆਂ ਹੋ ਰਹੀਆਂ, ਇਸ ਕਰਕੇ ਹੁਣ ਹੋਰ ਕਾਲੇ ਕਾਨੂੰਨ ਨਾ ਲਿਆਂਦੇ ਜਾਣ। ਲੇਕਿਨ ਕੌਮੀ ਮੀਡੀਆ ਦਾ ਨੇ ਉਹ ਕਵਰ ਨਹੀਂ ਕੀਤਾ ਗਿੱਲ ਸਾਹਿਬ, ਉਹ ਮਸਲੇ ਨੂੰ ਬਿਲਕੁਲ ਵੀ ਜਿਹੜਾ ਉਹ ਕੌਮੀ ਮੀਡੀਆ ਦੇ ਜਿਹੜੇ ਗੋਦੀ ਚੈਨਲ ਨੇ ਉਹਨਾਂ ਨੇ ਨਹੀਂ ਵਿਖਾਇਆ ਜੀ। ਅੱਛਾ, ਜੀਓ ਸਿਮ ਦੀ ਫਿਰ ਜਿਹੜੀ ਹੈ ਬਾਈਕਾਟ ਪੰਜਾਬ ਦੇ ਵਿੱਚ ਹੋ ਗਿਆ, ਲੋਕਾਂ ਨੇ ਕੱਢ ਸਿੱਟਤੇ, ਕਿਉਂਕਿ ਹਰ ਦੂਜਾ ਬੰਦਾ ਕਹਿੰਦਾ ਅਸੀਂ ਰਿਲਾਇੰਸ ਵਾਲਿਆਂ ਦਾ ਕਾਰਡ ਆ, ਸਿਮ ਹੈ ਮੇਰੇ ਕੋਲ। ਹੁਣ ਕੀ ਖਬਰਾਂ ਨੇ ਪੰਜਾਬ ਦੇ ਵਿੱਚ, ਸਿੱਟਤੇ ਰੂੜੀਆਂ ਤੇ ਸਿਮ ਲੋਕਾਂ ਨੇ? ਵਾਕਈ ਗਿੱਲ ਸਾਹਿਬ ਇਹ ਤਾਂ ਧੜਾ, ਕਿਉਂਕਿ ਹੁਣ ਅੰਬਾਨੀ ਅਡਾਨੀ ਉਹਨਾਂ ਨੂੰ ਬਹੁਤ ਬੁਰੇ ਹਾਲਾਤਾਂ ਦੇ ਵਿੱਚੋਂ ਲੰਘਣਾ ਪੈ ਰਿਹਾ। ਜਿਹੜੇ ਲੋਕ ਕਹਿੰਦੇ ਸੀ, ਬਹੁਤ ਸਾਰੇ ਲੋਕ ਕਹਿੰਦੇ ਸੀ ਗਿੱਲ ਸਾਹਿਬ ਇਹਨਾਂ ਨੂੰ ਕੀ ਫਰਕ ਪੈਣਾ ਜੀ, ਉਹਨਾਂ ਦੀ ਅਰਬਾਂ ਦੀ ਸਲਤਨਤ ਹੈ, ਆਪਣੇ ਉਹਨਾਂ ਦੇ ਪੰਪ ਰੋਕਿਆਂ ਨਾਲ ਕੀ ਫਰਕ ਪੈਣਾ, ਪਰ ਫਰਕ ਪੈਣ ਲੱਗ ਗਿਆ। ਮੈਂ ਦੇਖਿਆ ਉਹਨਾਂ ਦੇ ਮਤਲਬ ਜਿਹੜੇ ਅਫਸਰ ਨੇ ਉਹ ਮੀਡੀਆ ਦੇ ਵਿੱਚ ਆ ਕੇ ਹੁਣ ਤਾਂ ਕਹਿਣ ਲੱਗ ਗਏ ਵੀ ਸਾਡੇ ਨਾਲ ਧੱਕਾ ਹੋ ਰਿਹਾ, ਨਾਲ ਦੀਆਂ ਕੰਪਨੀਆਂ ਤੇ ਸਵਾਲ ਉਠਾਉਣ ਲੱਗ ਗਏ, ਕਿਉਂਕਿ ਹੁਣ ਜਿਹੜਾ ਰਿਲਾਇੰਸ ਜੀਓ ਦੇ ਵੱਲੋਂ ਜਿਹੜਾ ਉਹ ਸ਼ਿਕਾਇਤ ਵੀ ਪਾ ਦਿੱਤੀ ਗਈ ਹੈ। ਗਿੱਲ ਸਾਹਿਬ ਇੱਥੋਂ ਪਤਾ ਲੱਗਦਾ ਵੀ ਚੀਕਾਂ ਕਿਵੇਂ ਪੈਂਦੀਆਂ ਨੇ। ਰਿਲਾਇੰਸ ਜੀਓ ਦੇ ਵੱਲੋਂ ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ ਜਿਹੜੀ ਉਹਦੇ ਕੋਲੇ ਆਪਦੇ ਵਿਰੋਧੀ ਕੰਪਨੀਆਂ ਨੇ ਜਿਹੜੀਆਂ ਉਹਨਾਂ ਦੇ ਖਿਲਾਫ ਸ਼ਿਕਾਇਤ ਪਾਈ ਗਈ ਹੈ। ਔਰ ਇਹ ਤੋਂ ਲੱਗਦਾ ਗਾ ਕਿ ਕਿਸਾਨ ਜਥੇਬੰਦੀਆਂ ਦਾ ਜਾਂ ਪੰਜਾਬ ਦੇ ਲੋਕਾਂ ਦਾ ਜਿਹੜਾ ਸਟੇਕ ਆ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਅੰਬਾਨੀ ਦੇ ਜੀਓ ਕਾਰੋਬਾਰ ਨੂੰ ਲੱਗਣ ਲੱਗਿਆ, ਜਿਹਦੇ ਕਰਕੇ ਉਹ ਸ਼ਿਕਾਇਤਾਂ ਪਾਉਣ ਲੱਗੇ ਨੇ। ਰਿਲਾਇੰਸ ਜੀਓ ਵਾਲਿਆਂ ਨੇ ਜਿਹੜੀ ਸ਼ਿਕਾਇਤ ਪਾਈ ਹੈ ਗਿੱਲ ਸਾਹਿਬ ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ ਨੂੰ, ਉਹਦੇ 'ਚ ਉਹਨਾਂ ਨੇ ਲਿਖਿਆ, ਉਹ ਕਹਿੰਦੇ ਸਾਡੇ ਵਿਰੋਧੀ ਜਿਹੜੀਆਂ ਕੰਪਨੀਆਂ ਨੇ ਏਅਰਟੈਲ, ਵੋਡਾਫੋਨ, ਆਈਡੀਆ, ਇਹ ਕਹਿੰਦੇ ਵਿਰੋਧੀ ਕੰਪਨੀਆਂ ਸਾਡੇ ਖਿਲਾਫ ਜਿਹੜਾ ਉਹ ਸਾਡੇ ਗਾਹਕਾਂ ਨੂੰ ਗੁੰਮਰਾਹ ਕਰ ਰਹੀਆਂ ਨੇ, ਔਰ ਜਿਹੜੇ ਸਾਡੇ ਗਾਹਕ ਨੇ ਉਹਨਾਂ ਨੂੰ ਆਪਦੇ ਕਨੈਕਸ਼ਨ ਦੇ ਰਹੀਆਂ ਨੇ। ਤਾਂ ਇਹਨਾਂ ਕੰਪਨੀਆਂ ਨੇ ਗਿੱਲ ਸਾਹਿਬ ਦੇਖੋ ਇਹ ਵੀ ਆ ਮਾਰਕੀਟ ਦੇ ਵਿੱਚ ਅਸੂਲ ਹੈਗਾ ਕਿ ਵੱਡੀਆਂ ਜਿਹੜੀਆਂ ਕੰਪਨੀਆਂ ਇੱਕ ਦੂਜੇ ਨੂੰ ਠਿੱਬੀ ਲਾਉਂਦੀਆਂ ਨੇ। ਹੁਣ ਜਿਹੜੀਆਂ ਏਅਰਟੈਲ, ਵੋਡਾਫੋਨ ਵਰਗੀਆਂ ਕੰਪਨੀਆਂ ਨੇ ਉਹਨਾਂ ਨੇ ਕਹਿਤਾ ਵੀ ਜੀਓ ਵਾਲੇ ਸਿਮ ਸਾਡੇ 'ਚ ਪੋਰਟ ਕਰਾ ਲਓ, ਅਸੀਂ ਤੁਹਾਨੂੰ ਫ੍ਰੀ ਡਾਟਾ ਦੇਵਾਂਗੇ। ਲੋਕਾਂ ਨੇ ਧੜ ਪੋਰਟ ਕਰਾਉਣੇ ਸ਼ੁਰੂ ਕਰ ਦਿੱਤੇ ਨੇ। ਤਾਂ ਹੁਣ ਇਸ ਮਸਲੇ ਦੇ ਉੱਤੇ ਜਿਹੜਾ ਉਹ ਜੀਓ ਬਹੁਤ ਤਕਲੀਫ ਦੇ ਵਿੱਚ ਹੈ, ਔਰ ਅੰਬਾਨੀ ਅਡਾਨੀ ਦੇ ਖਿਲਾਫ ਜਿਹੜਾ ਲੋਕਾਂ ਦਾ ਰੋਹ ਹੈ ਉਹ ਲੋਕਾਂ ਦਾ ਰੋਹ ਨਿਕਲ ਰਿਹਾ ਹੈਗਾ। ਲੋਕ ਚੌਕੀਦਾਰ ਦੀ ਥਾਂ ਦੇ ਉੱਤੇ ਮਾਲਕਾਂ ਦੇ ਗੁਲਾਮੇ ਨੂੰ ਵੀ ਹੱਥ ਪਾਉਣ ਤੱਕ ਪਹੁੰਚ ਗਏ, ਹਕੀਕਤ ਇਹ ਹੈ ਜੀ। ਅੱਛਾ, ਜਿਹੜਾ ਅਖੀਰ ਦੇ ਵਿੱਚ ਇੱਕ ਇਹ ਦੱਸ ਕੇ ਜਾਓ ਕਿ ਜਿਹੜਾ ਐਤਕੀ 26 ਜਨਵਰੀ ਨੂੰ ਗਣਤੰਤਰ ਦਿਵਸ ਹੈ, ਉਹਦੇ 'ਤੇ ਬੋਰਿਸ ਨੇ ਆਉਣਾ, ਉਹਦੀ ਰਾਈਟ ਵਿੰਗ ਆਈਡੀਓਲੋਜੀ ਲੋਕਾਂ ਨੂੰ ਇੰਗਲੈਂਡ ਦੇ UK ਦੇ ਪ੍ਰਧਾਨ ਮੰਤਰੀ ਦੀ ਪਤਾ, ਪਿਛਲੇ ਦਿਨੀ ਜਾਂ ਢੇਸੀ ਉਹਨਾਂ ਨੇ, ਤਰਨਦੀਪ ਸਿੰਘ ਉਹਨਾਂ ਨੇ ਉੱਥੇ ਬੋਲਣ ਦੀ ਕੋਸ਼ਿਸ਼ ਗੱਲ ਕੀਤੀ ਤਾਂ ਉਹਨਾਂ ਨੇ ਬੜਾ ਔਹਰਾ ਜਵਾਬ ਦਿੱਤਾ। ਦੋਨਾਂ ਦੀ ਮੀਚਾ ਵੀ ਮਿਲਦੀ ਹੈ, ਮੋਦੀ ਤੇ ਬੋਰਿਸ ਦੀ। 26 ਜਨਵਰੀ ਜਿਉਂ-ਜਿਉਂ ਨੇੜੇ ਆ ਰਹੀ ਹੈ, ਸੰਘਰਸ਼ ਮੁੱਕਦਾ ਨਹੀਂ ਜਾ ਰਿਹਾ, ਕੀ ਪੈਂਤੜਾ ਹੋਏਗਾ ਫਿਰ? ਗਿੱਲ ਸਾਹਿਬ ਵਾਕਈ ਇੱਕ ਪੈਂਤੜਾ ਲੱਗਦਾ ਸਿਆਸੀ ਤੌਰ ਦੇ ਉੱਤੇ। ਦੇਖੋ ਪਹਿਲੀ ਗੱਲ ਤਾਂ ਇਹ ਆ ਕਿ ਜਿਹੜਾ ਗਣਤੰਤਰਤਾ ਦਿਵਸ ਆ, ਆਜ਼ਾਦੀ ਦਿਵਸ ਆ, ਉਹ ਅਸੀਂ ਇੰਗਲੈਂਡ ਤੋਂ ਤਾਂ ਆਜ਼ਾਦੀ ਲਈ ਹੈ, ਔਰ ਭਗਤ ਸਿੰਘ, ਰਾਜਗੁਰੂ, ਸਰਾਭੇ ਹੋਰਾਂ ਨੇ ਇਸ ਹਕੂਮਤ ਦੇ ਖਿਲਾਫ ਲੜਦਿਆਂ ਤਾਂ ਸ਼ਹਾਦਤਾਂ ਦਿੱਤੀਆਂ ਨੇ। ਸਾਡਾ ਤਾਂ ਇਤਿਹਾਸ ਭਰਿਆ ਪਿਆ ਬਰਤਾਨਵੀ ਹੁਕਮਰਾਨਾਂ ਦੇ ਖਿਲਾਫ ਸ਼ਹਾਦਤਾਂ ਦਾ, ਔਰ ਉਸੇ ਦੇਸ਼ ਦੇ ਮੁਖੀ ਨੂੰ ਭਾਰਤ ਛੱਡ ਕੇ ਮੁੱਖ ਮਹਿਮਾਨ ਦੇ ਤੌਰ ਦੇ ਉੱਤੇ ਲੈ ਕੇ ਆਉਣਾ, ਇਹ ਆਪਣੇ ਆਪ ਦੇ ਵਿੱਚ ਹੀ ਕੋਈ ਬਹੁਤੀ ਡੈਮੋਕ੍ਰੈਟਿਕ ਗੱਲ ਨਹੀਂ ਲੱਗਦੀ, ਔਰ ਇਹ ਲੋਕਾਂ ਦੇ ਹਜ਼ਮ ਆਉਣ ਵਾਲੀ ਗੱਲ ਨਹੀਂ ਲੱਗਦੀ। ਪਹਿਲਾਂ ਤਾਂ ਇਹਦਾ ਦਾ ਤਰੀਕਾ ਹੀ ਗਲਤ ਹੈ ਕਿ ਇੰਗਲੈਂਡ ਦੇ ਪ੍ਰਧਾਨ ਮੰਤਰੀ ਨੂੰ ਜਿਹੜਾ ਇੱਥੇ ਬੁਲਾਉਣਾ। ਦੂਸਰਾ ਇਹ ਹੈਗਾ ਕਿ ਪਿਛਲੇ ਦਿਨਾਂ ਦੇ ਵਿੱਚ ਦੇਖੋ ਜਿਹੜਾ ਕਿਸਾਨ ਅੰਦੋਲਨ ਭਖਿਆ ਹੋਇਆ, ਕਿਸਾਨ ਅੰਦੋਲਨ ਨੂੰ ਲੈ ਕੇ UNO ਤੱਕ ਚਰਚਾ ਹੋਈ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਬੋਲੇ ਨੇ ਭਾਰਤ ਸਰਕਾਰ ਦੇ ਖਿਲਾਫ ਕਿਸਾਨਾਂ ਦੇ ਹੱਕ ਦੇ ਵਿੱਚ, ਕਮਲਾ ਹੈਰਿਸ ਬੋਲੀ ਆ, ਹੋਰ ਬਹੁਤ ਸਾਰੇ ਲੋਕ ਨੇ ਜਿਹੜੇ ਉਹ ਬੋਲ ਰਹੇ ਨੇ, ਢੇਸੀ ਹੁਰੀ ਇੰਗਲੈਂਡ ਤੋਂ ਬੋਲੇ ਨੇ। ਤਾਂ ਅਜਿਹੇ ਦੇ ਵਿੱਚ ਜਿਹੜੇ ਬਰਤਾਨੀਆ ਦੇ ਇਹ ਪ੍ਰਧਾਨ ਮੰਤਰੀ ਨੇ ਉਹਨਾਂ ਨੂੰ ਭਾਰਤ ਸੱਦ ਕੇ ਨਰਿੰਦਰ ਮੋਦੀ, ਕਿਉਂਕਿ ਇਹਨਾਂ ਦਾ ਨਹੀਂ ਫਿਰ ਇਹਨਾਂ ਨੇ ਜਿਹੜਾ ਉਹ ਟਰੰਪ ਹੋਰਾਂ ਨੂੰ ਸੱਦਣਾ ਸੀ, ਟਰੰਪ ਹੋਰਾਂ ਦਾ 20 ਜਨਵਰੀ ਨੂੰ ਹੀ ਲੱਗਦਾ ਗਾ ਕਿ ਜਿਹੜਾ ਬੋਰੀਆ ਬਿਸਤਰਾ ਉਹ ਗੋਲ ਹੋ ਜਾਣਾ। ਤਾਂ ਅਜਿਹੇ ਦੇ ਵਿੱਚ ਇਹਨਾਂ ਨੇ ਜਿਹੜਾ ਬਰਤਾਨੀਆ ਦੇ ਪ੍ਰਧਾਨ ਮੰਤਰੀ ਨੂੰ ਸੱਦ ਕੇ ਇੱਕ ਤਰੀਕੇ ਦੇ ਨਾਲ ਦੁਨੀਆ ਦੇ ਵਿੱਚ ਇਹ ਦੱਸਣ ਦੀ ਕੋਸ਼ਿਸ਼ ਕਰੂ ਨਰਿੰਦਰ ਮੋਦੀ ਕਿ ਦੇਖੋ ਦੁਨੀਆ ਦੇ ਜਿਹੜੇ ਤਕੜੇ ਕੁਝ ਮੁਲਕ ਨੇ ਉਹਨਾਂ ਦੇ ਮੁਖੀ ਵੀ ਮੇਰੇ ਨਾਲ ਖੜੇ ਨੇ ਇਸ ਮਸਲੇ ਦੇ ਵਿੱਚ। ਲੇਕਿਨ ਜੇ ਕਿਸਾਨ ਅੰਦੋਲਨ ਚੱਲਦਾ ਹੈ ਗਿੱਲ ਸਾਹਿਬ, ਜੇ ਕਿਸਾਨ ਅੰਦੋਲਨ ਦਾ ਕੋਈ ਹੱਲ ਨਹੀਂ ਹੁੰਦਾ 26 ਜਨਵਰੀ ਤੱਕ, ਤਾਂ ਮੈਂ ਦਾਅਵੇ ਨਾਲ ਕਹਿਣਾ ਕਿ ਜ਼ਰੂਰੀ ਨਹੀਂ ਹੈਗਾ। ਜੇ ਪੰਜਾਬ ਦੇ ਵਿੱਚ ਕਿਤੇ ਭਾਜਪਾ ਵਾਲੇ ਬੋਲਣ ਨਹੀਂ ਦਿੱਤੇ, ਕਿਤੇ ਸਟੇਜ ਨਹੀਂ ਲੱਗਣ ਦਿੱਤੀ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਦੇ ਵਿੱਚ ਜਿਸ ਦਿਨ ਦਾ ਅੰਦੋਲਨ ਚੱਲਿਆ, ਤਾਂ ਜ਼ਰੂਰੀ ਨਹੀਂ ਹੈਗਾ ਕਿ ਇਹ ਲਾਲ ਕਿਲੇ ਦੀ ਫਸੀਲ ਦੇ ਉੱਤੇ ਖੜ ਕੇ ਬਰਤਾਨੀਆ ਦੇ ਪ੍ਰਧਾਨ ਮੰਤਰੀ ਦਾ ਸਵਾਗਤ ਕਰ ਲੂ। ਜੇ ਖੇਤਾਂ ਦੇ ਪੁੱਤਾਂ ਨੂੰ ਗੱਲ ਜੱਚ ਗਈ ਤਾਂ ਜ਼ਰੂਰੀ ਨਹੀਂ ਹੈ ਕਿ ਨਰਿੰਦਰ ਮੋਦੀ ਨੂੰ ਇਸੇ ਤਰੀਕੇ ਦੇ ਨਾਲ ਦਿੱਲੀ ਦੇ ਵਿੱਚ ਜਿਹੜਾ ਉਹ ਅਖੀਰ ਦੇ ਵਿੱਚ
ਨਵਕਿਰਨ ਮਿੰਟ ਕੁ ਹੋਰ ਆ ਆਪਣੇ ਕੋਲ ਬ੍ਰੇਕ ਤੋਂ ਫਿਰ ਮੈਂ ਵਿਦਾਇਗੀ ਤੁਹਾਡੇ ਨਾਲ ਆਪਣਾ ਕੱਲ੍ਹ ਨੂੰ ਗੱਲ ਹੋਏਗੀ। ਇਹ ਦੱਸਿਓ ਕਿ ਅਖੀਰ ਦੇ ਵਿੱਚ ਕਿ ਸੰਘਰਸ਼ ਦੇ ਬਾਰੇ ਹੋਰ ਕੀ ਕਹਿਣਾ ਚਾਹੁੰਦੇ ਹੋ? ਜੀ ਗਿੱਲ ਸਾਹਿਬ ਦੇਖੋ, ਇੱਕ ਤਾਂ ਇਹ ਹੈ ਕਿ ਮੰਦਭਾਗੀਆਂ ਘਟਨਾਵਾਂ ਦੋ ਹੋਰ ਆਈਆਂ ਨੇ ਸਾਹਮਣੇ। ਇੱਕ ਹਾਰਟ ਅਟੈਕ ਦੇ ਨਾਲ ਮੌਤ ਹੋਈ ਹੈ, ਇੱਕ 16 ਸਾਲਾਂ ਦੇ ਨੌਜਵਾਨ ਦੀ ਮੌਤ ਹੋਈ ਹੈ ਹੁਸ਼ਿਆਰਪੁਰ ਦੇ ਨਾਲ ਸੰਬੰਧਿਤ ਸੀ। ਉਹ ਮੰਦਭਾਗੀ ਘਟਨਾ ਹੁਣੀ ਆਈ ਹੈ ਗਿੱਲ ਸਾਹਿਬ ਮੇਰੇ ਸਾਹਮਣੇ ਕਿ ਟਰਾਲੀ ਜਾ ਰਹੀ ਸੀ, ਟਰਾਲੀ ਤੋਂ ਬੁੜਕ ਕੇ ਡਿੱਗ ਪਿਆ, ਮਗਰੋਂ ਇੱਕ ਸਾਧਨ ਆ ਰਿਹਾ ਸੀ, ਉਹ ਉੱਤੋਂ ਦੀ ਲੰਘ ਗਿਆ। ਨਾਨਾ ਨਾਨੀ ਨਾਲ ਜਾ ਰਿਹਾ ਸੀ, ਨਾਨੇ ਦਾ ਬਹੁਤ ਬੁਰਾ ਹਾਲ ਹੈ, ਮੈਨੂੰ ਪਤਾ ਲੱਗਿਆਗਾ। ਉਹਦੀ 16 ਸਾਲਾਂ ਦੇ ਇਕਲੌਤਾ ਪੁੱਤ ਸੀ ਮਾਪਿਆਂ ਦਾ ਮੌਤ ਤੋਂ ਬਾਅਦ। ਸੋ ਇੱਕ ਤਾਂ ਇਹ ਹੈਗਾ ਕਿ ਧੁੰਦ ਬਹੁਤ ਹੈ, ਠੰਡ ਬਹੁਤ ਹੈ। ਜਿਹੜੇ ਸਾਥੀ ਜਾ ਰਹੇ ਨੇ, ਜੇ ਕੋਈ ਪ੍ਰਵਾਸੀ ਭਾਰਤੀ ਵੀ ਮਤਲਬ ਆਪਣੇ ਆਪਣੇ ਪਿੰਡਾਂ ਦੇ ਵਿੱਚ ਇਹ ਗੱਲ ਜ਼ਰੂਰ ਪ੍ਰਚਾਰਨ ਕਿ ਦਿਨ ਦੇ ਸਮੇਂ ਜਾਇਆ ਜਾਵੇ, ਔਰ ਜ਼ਰੂਰੀ ਹੀ ਖਿਆਲ ਆ ਜਿਹੜੇ ਰੱਖੇ ਜਾਣ। ਜ਼ਿੰਦਗੀਆਂ ਬਹੁਤ ਕੀਮਤੀ ਨੇ। 4 ਮੌਤਾਂ ਸੜਕ ਹਾਦਸੇ 'ਚ ਕੱਲ੍ਹ ਹੋਈਆਂ ਨੇ, ਔਰ ਜਿਹੜੀਆਂ ਇਹ ਮੌਤਾਂ ਹੋ ਰਹੀਆਂ ਨੇ, ਇਹ ਮੌਤਾਂ ਬਹੁਤ ਸਾਡੇ ਲਈ ਜਿਹੜੀਆਂ ਉਹ ਮੰਦਭਾਗੀਆਂ ਨੇ, ਔਰ ਕੀਮਤੀ ਜਾਨਾਂ ਨੇ ਜਿਹੜੀਆਂ ਉਹ ਜਾ ਰਹੀਆਂ। ਜੰਗੇ ਆਜ਼ਾਦੀ ਦੇ ਵਿੱਚ ਜਦੋਂ ਗਿੱਲ ਸਾਹਿਬ ਸੰਘਰਸ਼ ਚੱਲਦਾ, ਉੱਥੇ ਦੁਸ਼ਮਣ ਦੇ ਨਾਲ ਲੜਦਿਆਂ ਸ਼ਹਾਦਤ ਹੋਣੀ ਵੱਖਰੀ ਗੱਲ ਹੈ, ਲੇਕਿਨ ਇਸ ਤਰੀਕੇ ਨਾਲ ਸੜਕ ਹਾਦਸੇ ਜੋ ਸ਼ਹਾਦਤਾਂ ਹੁੰਦੀਆਂ ਨੇ, ਹੈ ਤਾਂ ਇਹ ਵੀ ਸ਼ਹਾਦਤਾਂ ਨੇ, ਹੈ ਤਾਂ ਇਹ ਵੀ ਜਿਹੜੀ ਬੁਨਿਆਦ ਹੈਗੀ ਉਹ ਐਜੀਟੇਸ਼ਨ ਨੂੰ ਬੁਲੰਦੀਆਂ ਤੇ ਲੈ ਕੇ ਜਾਊ। ਪਰ ਜਿਹੜੀਆਂ ਇਹ ਅਣਾਈਆਂ ਮੌਤਾਂ ਹੋ ਰਹੀਆਂ, ਇਹ ਤੋਂ ਬਚਾਅ ਕੀਤਾ ਜਾ ਸਕਦਾ। ਸੋ ਇਹ ਜ਼ਰੂਰ ਜਿਹੜਾ ਉਹ ਸਾਵਧਾਨੀ ਵਰਤਣ ਦੀ ਲੋੜ ਹੈ। ਦੂਸਰਾ ਇਹ ਗਿੱਲ ਸਾਹਿਬ ਕਿ ਐਜੀਟੇਸ਼ਨ ਹੈ ਜਿਹੜੀ, ਉਹਦੇ ਖਿਲਾਫ ਕੇਂਦਰ ਸਰਕਾਰ ਨੇ ਹਰ ਹੱਥਕੰਡਾ ਵਰਤਿਆ। ਖਾਲਿਸਤਾਨੀ ਵੀ ਕਹਿ ਲਿਆ, ਨਕਸਲਾਈਟ ਵੀ ਕਹਿ ਲਿਆ, ਮਾਓਵਾਦੀ ਵੀ ਕਹਿ ਲਿਆ, ਇਹ ਵੀ ਕਹਿ ਲਿਆ ਵੀ ਇਹ ਵੰਡ ਪਾਊ ਨੇ, ਟੁਕੜੇ ਨੇ, ਗੈਂਗ ਹੈ। ਪਰ ਕਿਸਾਨ ਐਜੀਟੇਸ਼ਨ ਲਗਾਤਾਰ ਅੱਗੇ ਵੱਧ ਰਹੀ ਹੈ, ਪੰਜਾਬੀ ਕੌਮ ਅਗਵਾਈ ਕਰ ਰਹੀ ਹੈ, ਔਰ ਪੂਰੀ ਦੁਨੀਆ 'ਚ ਇਹ ਸੁਨੇਹਾ ਜਾ ਰਿਹਾ ਕਿ ਸਿੱਖਾਂ ਨੇ ਦਿੱਲੀ ਦੇ ਵਿੱਚ ਜਾ ਕੇ ਝੰਡੇ ਗੱਡ ਤੇ। ਹੁਣ ਜਿਹੜਾ ਪਾਕਿਸਤਾਨ ਦੇ ਵਿੱਚੋਂ ਵੀ ਖਬਰਾਂ ਆ ਰਹੀਆਂ, ਪੂਰੀ ਦੁਨੀਆ ਦੇ ਵਿੱਚੋਂ ਖਬਰਾਂ ਆ ਰਹੀਆਂ ਨੇ ਕਿ ਭਾਰਤ ਸਰਕਾਰ ਦੇ ਖਿਲਾਫ ਪ੍ਰੋਟੈਸਟ ਹੋ ਰਹੇ ਨੇ। ਜੀ ਗਿੱਲ ਸਾਹਿਬ, ਧੰਨਵਾਦ ਬਹੁਤ ਬਹੁਤ, ਤੇ ਆਪਣਾ ਖਿਆਲ ਰੱਖਿਓ। ਕੱਲ੍ਹ ਨੂੰ ਫਿਰ ਆਪਾਂ ਗੱਲਬਾਤ ਕਰਾਂਗੇ। ਕੋਈ ਵੀ ਤੁਹਾਨੂੰ ਖਬਰ ਮਿਲਦੀ ਆ ਉਸੇ ਸਮੇਂ ਭੇਜਿਆ ਕਰੋ, ਤੇ ਸਾਰੇ ਉਡੀਕਦੇ ਰਹਿੰਦੇ ਨੇ। ਧੰਨਵਾਦ, ਸ਼ੁਭ ਸ਼ਾਮਾਂ। ਸ਼ੁਕਰੀਆ ਗਿੱਲ ਸਾਹਿਬ ਤੁਹਾਡਾ, ਤੇ ਸਾਰੇ ਸਰੋਤਿਆਂ ਦਾ ਬਹੁਤ ਧੰਨਵਾਦ। ਕਿਰਨ ਸਿੰਘ ਪੱਤੀ ਹੋਰਾਂ ਨੂੰ ਤੁਸੀਂ ਪੰਜਾਬ ਤੋਂ ਸੁਣ ਰਹੇ ਸੀ, ਉਸ ਤੋਂ ਪਹਿਲਾਂ ਰਾਜੀ ਔਜਲਾ ਨੂੰ ਤੁਸੀਂ ਸੁਣਿਆ। ਬੜੀ ਖੁਸ਼ੀ ਦੀ ਗੱਲ ਹੈ ਕਿ ਇੱਥੇ ਦੀ ਸਾਡੀ ਜਿਹੜੀ ਦੂਸਰੀ ਪੀੜ੍ਹੀ ਹੈ, ਮੈਂ ਹੈਰਾਨ, ਅੱਗੇ ਵੀ ਮੈਂ ਕਿਹਾ ਬਹੁਤ ਵਾਰ ਕਿ ਜਿਸ ਤਰ੍ਹਾਂ ਇਹਨਾਂ ਨੇ ਇਸ ਸੰਘਰਸ਼ ਦੇ ਵਿੱਚ ਇਸ ਨੂੰ ਨੇੜਿਓਂ ਵੇਖਿਆ ਤੇ ਮਹਿਸੂਸ ਕੀਤਾ, ਬਹੁਤ ਵੱਡੀ ਗੱਲ ਹੈ। ਨਹੀਂ, ਜ਼ਿਆਦਾਤਰ ਉੱਥੇ ਦੀਆਂ ਗੱਲਾਂ ਨਾਲ ਖਿਆਲ ਨਹੀਂ ਕਰਦੇ, ਪਰ ਜਦ ਖਿਆਲ ਕਰਦੇ ਫਿਰ ਪੂਰਾ ਹੀ ਕਰਦੇ ਆ, ਵਿੱਚ ਵਿਚਾਲੇ ਨਹੀਂ ਕਰਦੇ, ਹੂੰ ਨਹੀਂ ਕਹਿੰਦੇ, ਜਾਂ ਹਾਂ ਹੁੰਦੀ ਆ ਜਾਂ ਨਾ ਹੁੰਦੀ ਆ। 10:20 ਤੱਕ, ਹੁਣ ਤੋਂ 12-13 ਮਿੰਟ ਕਿਸਾਨ ਸੰਘਰਸ਼ ਦੇ ਬਾਰੇ ਤੁਹਾਡੀ ਕੋਈ ਗੱਲਬਾਤ ਤੁਸੀਂ ਐਡ ਕਰਨੀ ਚਾਹੋ, ਕੁਝ ਕਰਨੀ ਚਾਹੋ। ਸੰਤ ਬਾਬਾ ਰਾਮ ਸਿੰਘ ਜੀ ਬਾਰੇ ਪਤਾ ਲੱਗਿਆ ਕਿ ਉਹ ਪਹਿਲਾਂ ਨਾਨਕਸਰ ਕਲੇਰੀ ਬਹੁਤ ਚਿਰ ਰਹੇ ਨੇ, ਤੇ ਸੰਤ ਬਾਬਾ ਸਾਧੂ ਸਿੰਘ ਜੀ ਦੇ ਜਥੇ ਵਿੱਚ ਕੀਰਤਨ ਕਰਦੇ ਹੁੰਦੇ ਸੀ। ਬੜੀ ਰਸ ਭਿੰਨੀ ਆਵਾਜ਼ ਕਹਿੰਦੇ ਉਹਨਾਂ ਦੀ ਸੀ। ਸਾਹਿਬਜ਼ਾਦਿਆਂ ਦੀ ਸ਼ਹੀਦੀ ਪ੍ਰਤੀ ਉਹਨਾਂ ਨੇ ਇੱਕ ਘੋੜੀ ਗਾਈ ਸੀ। ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਸੁਣਾਊਂਗਾ ਵੀ ਤੁਹਾਨੂੰ ਮੈਂ। ਸੰਘਰਸ਼ ਦੇ ਬਾਰੇ ਕੋਈ ਗੱਲਬਾਤ ਤੁਹਾਡੇ ਮਨ ਦੇ ਵਿੱਚ ਹੋਵੇ, ਪੱਤੀ ਉਹਨਾਂ ਦੀ ਗੱਲਬਾਤ ਤੋਂ ਬਾਅਦ ਕੁਛ ਐਡ ਕਰਨਾ ਹੋਵੇ, ਤਾਂ ਹਰ ਰੋਜ਼ ਮੈਂ 5-10 ਮਿੰਟ ਆਪਾਂ ਗੱਲ ਜ਼ਰੂਰ ਕਰਿਆ ਕਰਾਂਗੇ, ਕਿਉਂਕਿ ਤੁਹਾਡੇ ਦਿਲ 'ਚ ਰਹਿ ਜਾਂਦੀ ਹੈ। ਫਿਰ ਸਾਜ ਜਸਵੀਰ ਸਿੰਘ ਜੀ, ਹਾਂਜੀ। ਅੱਛਾ, ਮਿਹਰਬਾਨੀ, ਤੁਸੀਂ ਸਮਾਂ ਦਿੱਤਾ। ਮੈਂ ਦੋ ਪਹਿਲੂਆਂ ਦੇ ਉੱਤੇ ਹੀ ਗੱਲ ਕਰਨੀ ਹੈ। ਇੱਕ ਤਾਂ ਜਿਹੜੀ ਛੋਟੀ ਸਰਦਾਰਨੀ ਨਾਲ ਤੁਸੀਂ ਇੰਟਰਵਿਊ ਕੀਤੀ ਸੀ, ਕਮਾਲ ਦੀ ਕਹਾਣੀ ਹੈ। ਮੈਂ ਇਹਦੇ ਤੇ ਮਹਿਸੂਸ ਕਰਦਾ ਵੀ ਤਬਦੀਲੀ, ਕੌਮੀਅਤ ਤਬਦੀਲੀ ਹਮੇਸ਼ਾ ਹੀ ਚੱਲਦੀ ਰਹਿੰਦੀ ਹੈ। ਉਹਦੇ ਨਾਲ ਪ੍ਰਗਟ ਹੋਣ ਦਾ ਸਮਾਂ ਕਈ ਵਾਰੀ ਅੱਗੇ ਪਿੱਛੇ ਹੁੰਦਾ। ਹੁਣ ਮਹਾਰਾਜ ਇੱਕ ਸਾਨੂੰ ਹੁਕਮ ਕਰਦੇ ਨੇ ਵੀ ਗੁਆਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ। ਇਹ ਕਹਾਣੀਆਂ, ਜਿਹੜੀਆਂ ਕਹਾਣੀਆਂ ਜਾਂ ਗੁਆਣੀਆਂ ਅਸੀਂ ਕਰਦੇ ਹਾਂ ਪਰਿਵਾਰਾਂ ਦੇ ਵਿੱਚ, ਇਹ ਉਹਨਾਂ ਦੇ ਨਤੀਜੇ ਨੇ। ਇਹ ਸਾਡੇ ਵਿੱਚ ਉਹ ਬੀਜ ਪੁੰਗਰਦਾ, ਜਦੋਂ ਫਿਰ ਪੌਦਾ ਬਣਦਾ ਨਾ, ਫਿਰ ਉਹਦੇ ਪੱਤੇ ਤੇ ਫਲ ਤੇ ਫਰੂਟ ਤੇ ਉਹ ਨਜ਼ਰ ਆਉਂਦੇ ਨੇ। ਇਹ ਜਿਉਂਦੀਆਂ ਕੌਮਾਂ ਦੀ ਨਿਸ਼ਾਨੀ ਹੈ ਜੀ। ਦੂਸਰੀ ਜਿਹੜੀ ਗੱਲ ਇਹ ਆ ਵੀ ਕਿਸਾਨਾਂ ਦੇ ਵਿੱਚ, ਚਾਹੇ ਇਹਦਾ ਕੋਈ ਵੀ ਨਤੀਜਾ ਹੋਵੇ, ਸਰਕਾਰ ਪੱਖੀ ਹੋਵੇ, ਦੂਜਾ ਹੋਵੇ, ਪਰ ਇੱਕ ਗੱਲ ਬਿਲਕੁਲ ਨਿਖਰ ਕੇ ਸਾਹਮਣੇ ਆ ਗਈ ਕਿ ਅਮੀਰ ਵਿਰਸੇ ਦੀ ਜਾਗਰੂਕਤਾ ਦੇ ਵਿੱਚ ਮਨੁੱਖੀ ਪਹਿਚਾਣ ਦਾ ਜਿਹੜਾ ਸਭ ਤੋਂ ਵੱਡਾ ਕਿਰਦਾਰ ਆ, ਉਹ ਖੁੱਲ੍ਹ ਕੇ ਸਾਹਮਣੇ ਆ ਗਿਆ।
ਔਰ ਇਸ ਕਰੈਕਟਰ ਦੇ ਵਿੱਚੋਂ ਇਨਸਾਨੀਅਤ ਦੇ ਹਿੱਤ ਦੇ ਵਿੱਚ ਬਹੁਤ ਵੱਡੀ ਤਬਦੀਲੀ ਆਉਣ ਵਾਲੇ ਸਮੇਂ 'ਚ ਆਊਗੀ। ਤੇ ਦੂਸਰੀ ਗੱਲ, ਕਈ ਵਾਰੀ ਨਾ ਅਸੀਂ ਭੇਖ ਨੂੰ ਸਮਝ ਲੈਂਦੇ ਹਾਂ ਵੀ ਇਹ ਬਹੁਤ ਉੱਤਮ ਹੈ। ਸਿੱਖ ਮਰਿਆਦਾ ਜਾਂ ਸਿੱਖ ਫਿਲਾਸਫੀ ਜਾਂ ਸ਼ਹਾਦਤ ਦੀ ਜਿਹੜੀ ਵਾਰਤਾ ਹੈ ਉਹਦੇ ਵਿੱਚ ਆਤਮ ਹੱਤਿਆ ਬੁਜ਼ਦਿਲੀ ਹੁੰਦੀ ਹੈ ਜੀ। ਔਰ ਜਿਹੜੀ ਆਤਮ ਹੱਤਿਆ ਕਿਸੇ ਵੀ ਕਾਰਨ ਕਰਕੇ ਕੋਈ ਮਨੁੱਖ ਕਰ ਜਾਂਦਾ ਹੈ ਉਹਦੇ ਵਿੱਚ ਬਹੁਤ ਵੱਡਾ ਰੋਲ ਉਹਦੀ ਬੁਜ਼ਦਿਲੀ ਦਾ ਹੁੰਦਾ ਹੈ। ਤੇ ਬੁਜ਼ਦਿਲ ਕਿਸਮ ਦੇ ਲੋਕ ਮਨੁੱਖਤਾ ਨੂੰ ਨਾ ਸੇਧ ਦੇ ਸਕੇ ਨੇ, ਨਾ ਉਹਨਾਂ ਤੋਂ ਸੇਧ ਲਈ ਦੇ ਨਾਲ ਇਨਸਾਨੀਅਤ ਦਾ ਅਸਾਰੂ ਪਹਿਲੂ ਉਜਾਗਰ ਹੋ ਸਕਦਾ। ਧੰਨਵਾਦ ਸਰਦਾਰ ਜੀ। ਧੰਨਵਾਦ ਜੀ ਸਰ ਜੀ। ਸਰ ਪਲਿੰਦਰ ਸਿੰਘ, ਲਾਈਨ ਨੰਬਰ 2। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਕਹਿਣਾ ਸੀ ਵੀ ਮੈਂ ਅੱਜ ਵੈਸੇ ਤਾਂ ਛੋਟਾ ਭਰਾ ਕਦੇ ਚਲੇ ਜਾਂਦਾ ਕਦੇ ਆ ਜਾਂਦਾ, ਪਤਾ ਨਹੀਂ ਲੱਗਦਾ ਵੀ ਦਿੱਲੀ ਆ ਕਿ ਪਿੰਡ। ਅੱਜ ਉਹਨੇ ਨਵੀਂ ਸਨੈਪਚੈਟ ਪਾਈ ਤੇ ਟਰੈਕਟਰ ਤੇ ਜਾਂਦੇ ਸੀ, ਅਜੇ ਪਿੰਡ ਦੀ ਜੂ ਨਿਕਲਦੇ ਸੀ, ਗੇਟ ਆ ਗਿਆ ਮੂਹਰੇ ਪਿੰਡ ਵਾਲਾ। ਅੱਛਾ। ਉਹ ਮੈਂ ਬੜਾ ਹੈਰਾਨ ਹੋਇਆ ਵੀ ਚਲੋ ਗਏ ਤਾਂ ਪਹਿਲਾਂ ਨਹੀਂ ਹੋਇਆ, ਅੱਜ ਤਾਂ ਗਏ ਨਹੀਂ, ਘਰੇ ਫੰਕਸ਼ਨ ਸੀਗਾ, ਥੋੜਾ ਜਿਹਾ ਆਉਣਾ ਪਿਆ ਉਹਨੂੰ। ਤੇ ਮੈਂ ਹੈਰਾਨ ਆ ਵੀ ਯਾਰ ਟਰੈਕਟਰ ਤੇ ਲੁਧਿਆਣੇ ਜਾਣਾ ਔਖਾ ਹੁੰਦਾ ਬੰਦੇ ਨੂੰ, ਵੀ ਛੱਡ ਕਿਹੜਾ ਟਰੈਕਟਰ ਚੱਕੂ ਯਾਰ। ਬਿਲਕੁਲ। ਉਹ ਮੈਂ ਜਾਣੀ ਕਿ ਅੱਜ ਦੀ ਲਿਟਰਲੀ 10 ਮਿੰਟ ਪਹਿਲਾਂ ਦੀ ਭਾਵਨਾ ਵਾ ਦੇਖੋ। ਮੈਂ ਕਿਹਾ ਯਾਰ ਇਹ ਦਿੱਲੀ ਨੂੰ ਚੱਲੇ ਨੇ ਟਰੈਕਟਰ ਤੇ, ਹਾਲਾਂਕਿ ਸਾਰਾ ਪੰਜਾਬ ਹੀ ਗਿਆ ਹੋਇਆ, ਬੁੱਕਲਾਂ ਮਾਰੀਆਂ ਹੋਈਆਂ, ਲੋਈਆਂ ਮਫਲਰ ਬੰਨੇ ਹੋਏ, ਵੀ ਦੱਸ ਯਾਰ ਦਿੱਲੀ ਨੂੰ ਟਰੈਕਟਰ ਤੇ ਚੱਲੇ ਆ। ਫਿਰ ਰਾਹ 'ਚ ਇੱਕ ਹੋਰ ਮੈਂ ਫੋਟੋ ਦੇਖੀ, ਕੈਫੇ ਕਾਫੀ ਡੇ, ਉੱਥੇ ਜਿਵੇਂ ਚਲੋ ਬੰਦੇ, ਹਰ ਬੰਦਾ ਜਿਹਦੇ ਕੋਲ ਜੇਬ ਚੱਲਦੀ ਆ ਜਾਂਦਾ ਹਨਾ, ਆਏ ਟਰੈਕਟਰ ਲਾਏ ਹੋਏ ਆ ਮੂਹਰੇ, ਉਹਨਾਂ ਨੇ ਉੱਥੇ ਬੈਠ ਕੇ ਕੌਫੀ ਪੀ ਕੇ ਗਏ ਆ। ਵੀ ਚਲੋ ਕਿੱਥੇ ਵੱਡੀਆਂ ਗੱਡੀਆਂ ਜਾਂਦੀਆਂ, ਬੰਦਾ ਟੌਰ ਕੱਢ ਕੇ ਜਾਂਦਾ, ਆ ਖੜਾ ਤੇ ਟਰੈਕਟਰ ਅਗਲੇ ਨੇ ਲਿਆ ਕੇ। ਮਤਲਬ ਹੁਣ ਜਿਹੜੇ ਬੰਦੇ ਦੇਖ ਕੇ ਇਹ ਕਹਿੰਦੇ ਸੀ ਆ ਪੇਂਡੂ ਆ ਗਏ, ਇਹਨਾਂ ਨੂੰ ਚੱਜ ਨਹੀਂ, ਉਹ ਬੰਦਿਆਂ ਨੂੰ ਹੁਣ ਜਿਹੜੇ ਅੰਦਰ ਕੰਮ ਕਰਦੇ ਆ, ਜਿਹੜੇ ਮਾੜੀ ਮੋਟੀ ਰੱਖਦੇ ਸੀ ਸੋਚ ਵੀ ਉਹਨਾਂ ਦੀ ਬਦਲੂਗੀ, ਵੀ ਨਹੀਂ ਯਾਰ ਇਹਨਾਂ ਕਰਕੇ ਸਾਡਾ ਜੇ ਗਾਹਾਂ ਫਿਊਚਰ ਤਾਣਾ ਬਾਣਾ ਖੜਨਾ, ਇਹ ਬੰਦਿਆਂ ਕਰਕੇ ਖੜਨਾ। ਇੱਕ ਮੈਂ ਛੋਟੀ ਜਿਹੀ ਗੱਲ ਹੋਰ ਐਡ ਕਰਦਾ ਜੀ। ਅਸੀਂ ਰਾਜੇਵਾਲ ਸਾਹਿਬ ਸਾਡੇ ਸਾਰਿਆਂ ਦੇ ਰਿਸਪੈਕਟਡ ਆ। ਜੇ ਉਹਨਾਂ ਦੇ ਕੋਈ ਦਬਾਅ ਸੀ ਜਾਂ ਕੋਈ ਬਿਆਨ ਨਿਕਲ ਗਿਆ, ਅਸੀਂ ਕੋਈ ਡੰਡਾ ਨਹੀਂ ਚੱਕ ਲਿਆ ਜਾਂ ਅਸੀਂ ਫੇਸਬੁੱਕ ਤੇ ਭਰਤੀ ਹਨਾ, ਮੈਂ ਆਪਦੀ ਗੱਲ ਕਰਦਾ। ਹਾਂ, ਬਾਕੀ ਉਹਨਾਂ ਨੂੰ ਇਹ ਦੇਖੋ ਵੀ ਉਹਨਾਂ ਨੇ ਇਕੱਲਿਆਂ ਨੇ ਬਿਆਨ ਦਿੱਤਾ, ਉਹਨਾਂ ਦੇ ਬਿਆਨ ਨੂੰ ਕਹਿ ਲਈਏ ਵੀ ਉਹਨਾਂ ਦੀ ਪਿੱਠ ਪਿੱਛੇ ਖੜਨ ਲਈ ਸਾਰਾ ਸਿੱਖ ਜਗਤ ਮੋਸਟਲੀ ਮੈਂ ਜਿੰਨੇ ਦੇਖਿਆ, ਹਰ ਬੰਦੇ ਨੇ ਇਹ ਕਿਹਾ ਵੀ ਕੋਈ ਨਹੀਂ, ਗਲਤੀ ਹੋ ਜਾਂਦੀ ਆ। ਉਹ ਸਵੀਕਾਰ ਵੀ ਕੀਤੀ, ਉਹਨਾਂ ਦਾ ਧੰਨਵਾਦ ਹਨਾ। ਪਰ ਜੇ ਆਪਾਂ ਇਹ ਕਹੀਏ ਵੀ ਮੈਂ ਉਹਨਾਂ ਨੂੰ ਪਰਸਨਲੀ ਤੌਰ ਤੇ ਜਾਣਦਾ, ਵੀ ਉਹ ਬੰਦਾ ਹੈ ਹੀ ਨਹੀਂ ਏਦਾਂ ਦਾ ਗਲਤ, ਆਪਾਂ ਉੱਥੇ ਗਲਤ ਹੋ ਜਾਂਦੇ ਆ। ਆਪਾਂ ਇਹ ਨਹੀਂ ਹੁੰਦਾ ਕਿ ਜਿਹਨੂੰ ਆਪਾਂ ਪਰਸਨਲੀ ਜਾਣਦੇ ਆ ਤੇ ਜੇ ਉਹ ਕੋਈ ਗਲਤੀ ਕਰਦਾ ਤਾਂ ਆਪਾਂ ਉਹਨੂੰ ਗਲਤੀ ਨਾ ਕਹੀਏ ਹਨਾ। ਪਰਸਨਲੀ ਤਾਂ ਮੈਂ ਵੀ ਬਹੁਤ ਬੰਦਿਆਂ ਨੂੰ ਜਾਣਦਾ ਵਾਂ। ਪਰਸਨਲੀ ਤਾਂ ਜੇ ਮੈਂ ਹੁਣ ਦੱਸਦਾ ਮੈਂ ਕਿੱਥੇ ਜੌਬ ਕਰਕੇ ਆ ਗਿਆ, ਤੁਸੀਂ ਤਾਂ ਆਥਣ ਨੂੰ ਮੇਰਾ ਝੱਗਾ ਪਾੜ ਦੋਗੇ ਰੇਡੀਓ ਤੇ। ਸੋ ਇਹ ਪਰਸਨਲੀ ਇਹ ਨਹੀਂ ਹੁੰਦਾ। ਪਰਸਨਲੀ ਅਸੀਂ ਵੀ ਬਹੁਤ ਬੰਦਿਆਂ ਨੂੰ ਏਡੇ ਵੱਡਿਆਂ ਨੂੰ ਜਾਣਦੇ ਹੁੰਦੇ। ਹੁਣ ਤੁਸੀਂ ਹੁਣ ਤੁਹਾਡਾ ਜਿਹੜਾ ਪਿਛੋਕੜ ਆ ਉਹ ਬੇਅੰਤ ਸਿੰਘ ਨਾਲ ਰਲਦਾ, ਬਿਲਕੁਲ ਤੁਹਾਡੇ ਪਰਿਵਾਰ ਦਾ, ਪਰ ਤੁਸੀਂ ਅੱਜ ਹੱਕ ਦੇ ਸੱਚ ਦੀ ਗੱਲ ਕਰ ਰਹੇ ਹੋ। ਇਹ ਨਹੀਂ ਵੀ ਕੱਲ ਨੂੰ ਰਵਨੀਤ ਬਿੱਟੂ ਮੂਹਰੇ ਖੜੂਗਾ ਤਾਂ ਤੁਹਾਨੂੰ ਗਾਲਾਂ ਕੱਢੂਗਾ। ਅਟੈਚਮੈਂਟ ਹਰ ਇੱਕ ਦੀ ਹੁੰਦੀ ਆ, ਪਰ ਗੱਲ ਮੌਕੇ ਦੀ ਆ ਵੀ ਠੀਕ ਆ। ਜੇ ਰਾਜੇਵਾਲ ਸਾਹਿਬ ਅਸੀਂ ਰਿਸਪੈਕਟ ਕਰਦੇ ਆ, ਅਸੀਂ ਜਿੰਨੇ ਵੀ ਕਾਲਰ ਨੇ ਸਾਰੇ ਮੇਰੇ ਵੱਡੇ ਭਰਾ ਨੇ, ਕਿਉਂਕਿ ਮੈਂ ਹੋ ਸਕਦਾ ਤਜਰਬੇ 'ਚ ਸਾਰਿਆਂ ਨਾਲੋਂ ਛੋਟਾ ਹੋਵਾਂ, ਬੋਲਣ 'ਚ ਛੋਟਾ ਹੋਵਾਂ ਜਾਂ ਕਿਵੇਂ ਵੀ ਆ। ਸੋ ਅਸੀਂ ਕਹਿਣ ਦਾ ਮਤਲਬ ਵੀ ਆਹ ਲਿਜਾਕਤ ਦੇਖੋ, ਜਿਹੜੇ ਗੰਗਵੀਰ ਰਠੌੜ ਆਏ ਸੀ ਉਹਨਾਂ ਦੀ ਇੰਟਰਵਿਊ ਸੁਣਿਓ, ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਤਾ ਉਹਨਾਂ ਨੇ, ਇਹ ਕਹਿ ਕੇ ਵੀ ਅਸੀਂ ਉਹਨਾਂ ਦੀ ਬੋਲੀ ਸਾਡੇ ਮੂੰਹੋਂ ਜਾਂ ਨਿਕਲ ਗਈ ਜਾਂ ਬੁਲਵਾਈ, ਜੋ ਵੀ ਆ, ਸਾਨੂੰ ਥੋੜੀ ਬਹੁਤ ਚੀਜ਼ਾਂ ਸੈੱਟ ਕਰਨੀਆਂ ਚਾਹੀਦੀਆਂ ਵੀ ਹਾਂ ਯਾਰ ਜੇ ਗਲਤੀ ਹੋਏ ਤਾਂ ਕੋਈ ਗੱਲ ਨਹੀਂ, ਪਰ ਇਨਸਾਨ ਇਦਾਂ ਦਾ ਨਹੀਂ ਹੈਗਾ ਵੀ ਹਾਂ ਜੇ ਗਲਤੀ ਹੋਈ ਹੈ ਤਾਂ ਉਹਨੂੰ ਮੰਨਣੀ ਚਾਹੀਦੀ। ਧੰਨਵਾਦ ਜੀ। ਬਿਲਕੁਲ, ਇਹਨੂੰ ਮੈਂ ਕੰਪਲੀਟ ਕਰਦਾ ਭਲਿੰਦਰ ਦੀ ਗੱਲ ਨੂੰ। ਪੰਚ ਦੇ ਨਾਲ ਬਣੀ ਹੋਈ ਲੋਕ ਤੋੜਦੇ ਨਹੀਂ। ਮੈਂ ਬਹੁਤ ਵਾਰ ਅੱਗੇ ਵੀ ਦੱਸਿਆ ਵੀ ਬਜ਼ੁਰਗਾਂ ਨੇ 25-30 ਸਾਲ, ਕਿਉਂਕਿ ਪਿੰਡ ਨੇੜੇ ਸੀ, 30 ਸਾਲ ਦੇ ਕਰੀਬ ਜਾਂ ਬੇਅੰਤ ਸਿੰਘ ਉਹਨਾਂ ਨੇ ਬਲਾਕ ਸੰਮਤੀ ਦੀ ਚੋਣ ਲੜੀ ਦਰਾਹੇ ਤੋਂ ਪਹਿਲੀ, ਤਾਂ ਦਾਦਾ ਜੀ ਪਿੰਡ ਦੇ ਪੰਚ ਸਨ, ਪਹਿਲੀ ਵੋਟ, ਕਿਉਂਕਿ ਰਾੜੇ ਵਾਲੇ ਦਾ ਬਹੁਤ ਜ਼ੋਰ ਸੀ, ਅਕਾਲੀ ਦਲ ਪਿੰਡ ਸੀ ਸਾਰਾ ਅਕਾਲੀਆਂ ਦਾ, ਤੇ ਕਾਂਗਰਸ ਦੇ ਹੱਕ 'ਚ ਕੋਈ ਵੋਟ ਨਹੀਂ ਸੀ ਪਾਉਂਦਾ। ਬਜ਼ੁਰਗਾਂ ਨੇ ਦਾਦਾ ਜੀ ਨੇ ਪਹਿਲੀ ਵੋਟ ਪਾਈ, ਬਜ਼ੁਰਗ ਨਾਲ ਰਹੇ। 92 ਤੋਂ ਬਾਅਦ ਫਿਰ ਚੀਜ਼ਾਂ ਜਦ ਬਦਲਣੀਆਂ ਸ਼ੁਰੂ ਹੋਈਆਂ, ਉਸ ਚੀਜ਼ਾਂ ਦਾ ਬਦਲਾਅ ਜਿਹੜਾ ਉਹ ਬਹੁਤ ਵੱਡਾ ਹੈ। ਹੁਣ ਸਿਧਾਂਤਕ ਜਿਹੜੀ ਗੱਲਬਾਤ ਹੈ, ਸਿਧਾਂਤਕ ਰੌਲਾ ਹੈ, ਉਹ ਜਿਸ ਚੀਜ਼ ਦਾ ਰੌਲਾ ਹੈ ਉਹਦੇ ਨਾਲ ਫਿਰ ਵਖਰੇਵੇਂ ਆਉਣੇ ਹੀ ਆਉਣੇ ਨੇ। ਜਿਹੜੀ ਗੱਲ ਆਪਾਂ ਕਰਦੇ ਹਾਂ ਤੇ ਫਿਰ ਉਹ ਚਾਹੇ ਪੀੜ੍ਹੀਆਂ ਦੀ ਹੋਵੇ, ਚਾਹੇ 4 ਪੀੜ੍ਹੀਆਂ ਦੀ ਹੋਵੇ, ਚਾਹੇ 50 ਸਾਲਾਂ ਦੀ ਹੋਵੇ,
ਜਾਂ ਤੁਹਾਡਾ ਵਖਰੇਵਾਂ ਜਿਹੜੀ ਚੀਜ਼ ਦਾ ਉਹ ਵਖਰੇਵਾਂ ਫਿਰ ਸਿਰ ਚੜ੍ਹ ਕੇ ਬੋਲਣਾ ਚਾਹੀਦਾ ਹੈ, ਸੱਚ ਤੇ ਪਹਿਰਾ ਦੇਣਾ ਚਾਹੀਦਾ। ਸੋ ਇਹ ਜਿਹੜੀ ਇਹ ਗੱਲ ਭੁਲਿੰਦਰ ਸਿੰਘ ਉਹਨਾਂ ਨੇ ਕਹੀ ਹੈ, ਸਦਾ ਚਾਹੇ ਮੂਹਰੇ ਹੋਣ ਉੱਥੇ ਕਦੇ ਵਿਆਹਾਂ ਸ਼ਾਦੀਆਂ ਦੇ ਵਿੱਚ, ਕਿਉਂਕਿ ਇਕੱਠਾ ਸਾਡਾ ਸਮੂਹ ਹੈ ਪਿੰਡਾਂ ਦੇ ਪਰਿਵਾਰਾਂ ਦਾ, ਕਈ ਵਾਰ ਇਕੱਠੇ ਹੋ ਜਾਂਦੇ ਆ, ਗੁਰਕੀਰਤ ਵੀ ਆਉਂਦਾ, ਬਿੱਟੂ ਵੀ ਉੱਥੇ ਆਉਂਦਾ, ਪਰ ਜਿਹੜਾ ਤਿਉ ਇੱਕ ਰਹਿ ਸਕਦਾ ਸੀ, ਜਿਵੇਂ ਪੀੜ੍ਹੀ ਦਰ ਪੀੜ੍ਹੀ ਦੂਸਰੀ ਪੀੜ੍ਹੀ ਦੇ ਵਿੱਚ ਅਸੀਂ ਕਲੋਜ਼ ਰਹਿ ਸਕਦੇ ਸੀ। ਪਰ ਜਿਹੜਾ ਕੁਛ ਪੰਜਾਬ 'ਚ 92 ਤੋਂ ਬਾਅਦ ਹੋਇਆ, ਉਹਨੇ ਤੁਹਾਡੀ ਸਿਧਾਂਤਕ ਜਿਹੜੀ ਬਖਰੇਵਾਂ ਲਿਆਂਦਾ, ਤੇ ਉਹ ਬਖਰੇਵਾਂ ਸਿਰ ਤੇ ਰਹਿਣਾ ਹੀ ਰਹਿਣਾ, ਉਹਨੂੰ ਤੁਸੀਂ ਪਰਾਂ ਨਹੀਂ ਕਰ ਸਕਦੇ। ਹਾਂ, ਬਖਰੇਵਾਂ ਦੂਰ ਹੋ ਸਕਦਾ ਸੀ ਜੇ ਦੂਜੀ ਪੀੜ੍ਹੀ ਉਸ ਗੱਲ ਤੇ ਗੱਲ ਨਾ ਕਰਦੀ, ਤਾਂ ਕੋਈ ਉਹਦਾ ਬਖਰੇਵਾਂ ਖਤਮ ਹੋ ਜਾਣਾ ਸੀ। ਪਰ ਜੇ ਬਿੱਟੂ ਵਰਗੇ ਹਰ ਰੋਜ਼ ਕਰੜੇ ਹੋ ਕੇ ਝੁੱਟੀ ਲਾਉਂਦੇ ਆ, ਤਾਂ ਫਿਰ ਉਹ ਬਖਰੇਵਾਂ ਇਸੇ ਤਰ੍ਹਾਂ ਰਹਿਣਾ। ਸੋ ਇਹੀ ਜ਼ਿੰਦਗੀ ਆ, ਬਸ ਇਹ ਕਦਰਾਂ ਕੀਮਤਾਂ ਐਂ ਹੀ ਚਾਹੀਦੀਆਂ ਨੇ, ਬਾਕੀ ਤਾਂ ਗੱਲਾਂ ਝੂਠੀਆਂ। ਟਾਂਡੀ ਜੀ, ਲਾਈਨ ਨੰਬਰ 1। ਹੈਲੋ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਦੇਖੋ ਜੀ, ਕਿਸਾਨ ਅੰਦੋਲਨ ਦੀ ਜੇ ਗੱਲ ਕਰਦੇ ਆ ਨਾ, ਤੇ ਰਾਜੋਵਾਨ ਨੇ ਕਿਹਾ ਸੀਗਾ ਵੀ ਇੱਥੇ ਨਿਸ਼ਾਨ ਸਾਹਿਬ ਨਹੀਂ ਆਉਣੇ ਚਾਹੀਦੇ, ਤੇ ਜਿੱਦਾਂ ਬਈ ਪਹਿਲਾਂ ਜਦੋਂ ਸ਼ੁਰੂ ਹੋਇਆ ਮੋਰਚਾ, ਸਾਰੇ ਸਹੀ ਕਹੀਏ, ਰਾਜੇਵਾਲ ਪਿੰਡ ਹੈ, ਰਾਜੋਆਣਾ ਨਹੀਂ ਕਹਿਣਾ ਹੈ, ਰਾਜੇਵਾਲ ਆ। ਇੱਥੇ ਰਾਜੋਆਣਾ ਹੀ ਕਹੀ ਜਾਂਦੇ ਆ, ਰਾਜੋਵਾਲ ਕਹੀ ਜਾਂਦੇ ਆ ਕਈ ਹੋਸਟ। ਰਾਜੇਵਾਲ ਪਿੰਡ ਆ, ਖੰਨੇ ਕੋਲ, ਰਾਜੇਵਾਲ ਰੋਹਣੋ, ਰਾਜੇਵਾਲ ਬਲਵੀਰ ਸਿੰਘ ਕਹਿ ਲੈਂਦੇ ਆ। ਬਲਵੀਰ ਸਿੰਘ, ਜੇ ਬਿਆਨ ਜਿਹੜਾ ਇਹ ਇਹਨਾਂ ਦਾ ਦਿੱਤਾ ਸੀ ਨਾ, ਪਹਿਲੋਂ ਸ਼ੁਰੂ ਤੋਂ ਹੀ ਇਹ ਕਾਮਰੇਡਾਂ ਨੇ ਸ਼ੁਰੂ ਕੀਤਾ ਨਾ, ਜਦੋਂ ਇਹ ਕਹਿੰਦੇ ਬਲੇ ਸੋਨਹਾਰ ਦੇ ਨਾਅਰੇ ਨਹੀਂ ਲੱਗਣੇ। ਜਿਹੜਾ ਇਹਦਾ ਬਿਆਨ ਸੀਗਾ, ਇਹਨੇ ਇਹ ਨਹੀਂ ਕਹਿਤਾ ਵੀ ਨਭੋਲ ਦੇ ਵਿੱਚ ਇਹਦੇ ਕੋਲ ਕਹਿ ਹੋ ਗਿਆ, ਇਹ ਸੋਚਿਆ ਸਮਝਿਆ ਬਿਆਨ ਸੀਗਾ। ਤਾਂ ਚੈੱਕ ਕਰਦੇ ਆ ਲੋਕਾਂ ਨੂੰ ਵੀ ਇਹ ਕਿੰਨੀ ਕੁ ਮਤਲਬ ਲੋਕ ਵਿਰੋਧਤਾ ਕਰਦੇ ਆ, ਜਿੱਦਾਂ ਪਿੱਛੋਂ ਗੇਮ ਹੁੰਦੀ, ਪੋਲੀਟਿਕਸ ਹੁੰਦੀ ਆ, ਰਾਜਨੀਤੀ ਹੁੰਦੀ ਆ, ਵੀ ਚੈੱਕ ਕਰੋ ਇਹਨਾਂ ਨੂੰ। ਹੁਣ ਘੁੰਮ ਸਕਦੇ ਨਹੀਂ ਇਹ, ਜਿੱਦਾਂ ਕਹਿ ਲਓ ਲੋਕਾਂ ਦੇ ਹੱਥ ਦੇ ਵਿੱਚ ਸਾਰਾ ਕੁਛ ਆ ਗਿਆ ਅੰਦੋਲਨ, ਜਿੱਦਾਂ ਕਹਿ ਲਓ ਜੇ ਇੱਕ ਦਾ ਨਹੀਂ ਰਹਿ ਗਿਆ, ਇਹ ਬੱਚੇ ਦਾ ਹੋ ਗਿਆ। ਤੇ ਮੈਂ ਕਹਿੰਦਾ ਵੀ ਇਹ ਬੜੀ ਦੇਣ ਆ, ਜਿੱਦਾਂ ਵੀ ਸਿੱਖ ਧਰਮ ਦੀ ਇਹਨਾਂ ਦਿਨਾਂ ਦੇ ਵਿੱਚ ਛੋਟੇ ਸਾਹਿਬਜ਼ਾਦੇ ਨੀਹਾਂ 'ਤੇ ਚਿਣਾਏ ਗਏ ਸੀਗੇ, ਤੇ ਸੋਗ ਦੀ ਲਹਿਰ ਹੁੰਦੀ ਸੀ ਪਹਿਲੀਆਂ ਦੇ ਵਿੱਚ। 100 ਸਾਲ ਪਹਿਲਾਂ ਲੋਕ ਥੱਲੇ ਭੁੰਜੇ ਸੌਂਦੇ ਹੁੰਦੇ ਸੀ, ਤੇ ਹੁਣ ਇਹ ਜਿੱਦਾਂ ਕਹਿ ਲਓ ਵੀ ਇਹ ਹੁਣ ਜਦੋਂ ਆਪ ਦੀ ਗੱਲ ਆਈ ਆ ਨਾ, ਸਾਰੇ ਜਿੱਦਾਂ ਅੰਦੋਲਨ ਦੇ ਵਿੱਚੋਂ ਕਈ ਕੁਛ ਹੀ ਨਿਕਲਣਾ, ਹੁਣ ਜਿੱਦਾਂ ਕਿ ਜਾਗਰਿਤੀ ਨਿਕਲਣੀ, ਜਿੱਦਾਂ ਹੁਣ ਉਹ ਬੱਚੇ ਨੂੰ ਪਤਾ ਲੱਗ ਗਿਆ ਸਾਰਾ ਕੁਛ, ਵੀ ਜਦੋਂ ਆਪਣੇ ਘਰ ਨੂੰ ਆਈ ਨਾ ਅੱਗ, ਵੀ ਜਿੱਦਾਂ ਕਹਿ ਲਓ ਵੀ ਚੁੱਲ੍ਹੇ ਦੀ ਅੱਗ ਹੁਣ ਬੁੱਝ ਜਾਣੀ ਹੈ, ਸਾਡੇ ਜ਼ਮੀਨਾਂ ਖੁੱਸ ਜਾਣੀਆਂ। ਜਿੱਦਾਂ ਕਹਿ ਲਓ ਅੱਗੇ ਚਾਹ ਫੜਾਉਣ ਨਹੀਂ ਜਾਂਦਾ ਹੁੰਦਾ ਸੀਗਾ ਕੋਈ ਆਪਣੇ ਮੁੰਡਾ, ਵੀ ਖੇਤਾਂ ਨੂੰ ਚਾਹ ਲੈ ਜਾਵਾਂ, ਜੋ ਕਰੇ ਪੇ ਹੀ ਕਰੇ, ਸਾਰਾ ਕੁਛ ਖੇਤੀਬਾੜੀ ਉਹੀ ਕਰੇ। ਤੇ ਇਹ ਤੁਰੇ ਫਿਰਦੇ ਸੀ ਲਾ ਕੇ ਰਿਕਾਰਡ ਗੱਡੀਆਂ 'ਚ ਤੁਰੇ ਫਿਰਦੇ ਸੀਗੇ। ਹੁਣ ਜਦੋਂ ਪਤਾ ਲੱਗਾ, ਤੇ ਹੁਣ ਉਹ ਉੱਥੇ ਠੰਡ ਵੀ ਮਹਿਸੂਸ ਹੁੰਦੀ ਹੋਣੀ ਆ, ਉੱਥੇ ਸਾਰਾ ਕੁਛ ਕਹਿੰਦੇ ਵੀ ਉਹ ਸਾਰਾ ਕੁਛ ਤੇਲ ਪੈ ਜਾਂਦੀ ਸਵੇਰ ਨੂੰ, ਬੜਾ ਔਖਾ ਆ ਕੰਬਣੀ। ਤਾਂ ਹੁਣ ਛੋਟੇ ਸਾਹਿਬਜ਼ਾਦੇ ਵੀ ਯਾਦ ਆਉਂਦੇ ਹੁਣੇ। ਆਪਣਾ ਧਰਮ ਸਾਨੂੰ ਬਹੁਤ ਵਧੀਆ ਇਹ ਸਪਿਰਿਟ ਦਿੰਦਾ, ਸਾਰੇ ਧਰਮਾਂ ਨਾਲੋਂ ਇੱਕ ਅਨੋਖਾ ਧਰਮ ਆ ਇਹ। ਬਾਕੀ ਧਰਮ ਇਹਦੇ ਲਾਗੇ ਛਾਗੇ ਵੀ ਨਹੀਂ। ਮੈਂ ਕਹਿੰਦਾ ਵੀ ਇੱਥੋਂ ਸਾਨੂੰ ਧਰਮ ਦੀ ਜਿਹੜੀ ਹੈਗੀ ਨਾ ਸੇਕ ਪੈਂਦਾ ਜਿਹੜਾ ਸਾਡਾ, ਤੇ ਉਹ ਸਾਨੂੰ ਗਾਂਹ ਖਿੱਚਦਾ। ਕਿਸਾਨ ਵੀ ਧਰਮ ਦੇ ਨਾਲ ਜੁੜੇ ਹੋ ਆ, ਸਿੱਖ ਧਰਮ ਦੇ ਨਾਲ ਜੁੜੇ ਹੋ ਆ, ਤਾਂ ਕਰਕੇ ਇਹ ਅੰਦੋਲਨ ਅੱਜ ਕਿਸੇ ਦਾ ਨਹੀਂ ਰਹਿ ਗਿਆ। ਤੇ ਕੁਛ ਛੋਟਾ ਮੋਟਾ ਮੀਡੀਆ ਇੱਥੇ ਲੋਕਲ ਉਹਦੀ ਦਹਾਈ ਇਹ ਹੀ ਆ ਵੀ ਕਿਸਾਨ ਨੇ ਸੁਸਾਈਡ ਕਰ ਲਈ, ਕਿਸਾਨ ਨੇ ਗਲਤ ਕੰਮ ਕੀਤਾ, ਸਾਡੇ ਧਰਮ 'ਚ ਨਹੀਂ। ਉਹਨੇ ਸਰਕਾਰ ਨੂੰ ਆਵਾਜ਼ ਦਿੱਤੀ ਆ, ਜਿੱਦਾਂ ਕਹਿ ਲਓ ਵੀ ਉਹਨੇ ਸਾਰੀ ਸਰਕਾਰ ਨੂੰ ਕਿਹਾ ਵੀ ਇਹ ਮੈਂ ਇਸ ਕਰਕੇ ਕਰ ਰਿਹਾ, ਆਪਣੀ ਮੌਤ ਨੂੰ ਕਬੂਲ ਕਰ ਰਿਹਾ ਕਿ ਸਰਕਾਰ ਮੰਨਦੀ ਨਹੀਂ, ਮੋਦੀ ਸਰਕਾਰ ਮੰਨਦੀ ਨਹੀਂ। ਹੁਣ ਕਿੰਨੇ ਲੋਕ 15-20 ਸ਼ਹੀਦ ਹੋ ਗਏ ਆ। ਆਪਾਂ ਤਾਂ ਉਹਨੂੰ ਸ਼ਹੀਦ ਕਹਾਂਗੇ, ਪਰ ਇਹਨੂੰ ਟੂਲ ਦੂਜੇ ਪਾਸੇ ਨੂੰ ਦੇਣ ਡਿਆ ਮੀਡੀਆ ਦੇ। ਅੰਦੋਲਨ 'ਚ ਕੋਈ ਗਲਤੀ ਲੱਗੀ, ਇੱਥੇ ਮੀਡੀਆ ਦੀ ਡਿਊਟੀ ਲੱਗ ਗਈ ਆ, ਇੰਡੀਆ ਵਾਲੇ ਮੀਡੀਆ ਦੀ ਵੀ। ਇੱਥੇ ਵੀ ਕਹਿਣ ਲੱਗ ਪਿਆ ਵੀ ਇੱਥੇ ਵੀ ਰੈਲੀ ਹੋਣੀ ਆ, ਫਾਰਮਾਂ ਦੀ ਰੈਲੀ ਕੱਢੋ, ਇੱਥੇ ਵੀ ਮੰਗਾਂ ਮੰਗਣੀਆਂ ਵੀ ਟੂਡੋ ਨੂੰ ਖਰਾਬ ਕਰੋ। ਟੂਡੋ ਨੇ ਬਿਆਨ ਜੂ ਦੇ ਦਿੱਤਾ। ਤਾਂ ਇਸ ਕਰਕੇ ਮੋਦੀ ਸਾਹਿਬ ਦੇ ਭੁਗਤਣ, ਮੋਦੀ ਸਾਹਿਬ ਦਾ ਮੀਡੀਆ ਆ ਇਹ। ਇੱਥੇ ਵੀ ਉਹ ਵੀ ਜਾਂ ਮੋਦੀ ਮੀਡੀਆ ਨਾ ਇੱਥੇ ਵੀ ਫਿੱਟ ਹੋ ਚੁੱਕਾ ਹੁਣ ਇਸ ਵੇਲੇ। ਉਹ ਤੋਂ ਚਿੰਤਾ ਕਰਨੀ ਚਾਹੀਦੀ ਲੋਕਾਂ ਨੂੰ। ਮੈਂ ਕਹਿੰਦਾ ਵੀ ਜਦੋਂ ਪ੍ਰਧਾਨ ਮੰਤਰੀ ਬਣਨਾ ਨਾ ਆਪਣੇ ਅਮਰੀਕਾ ਦਾ, 20 ਜਨਵਰੀ 20 ਤੱਕ ਚੱਲ ਜਾਵੇ ਅੰਦੋਲਨ, ਤਾਂ ਪਹਿਲਾ ਬਿਆਨ ਉਹਦਾ ਕਿਸਾਨੀ ਦਾ ਹੋਊਗਾ। ਕਿਉਂਕਿ ਸਾਰੇ ਦੇਸ਼ ਦੇ ਜਿੰਨੇ ਜਰਮਨ ਵਗੈਰਾ, ਫਰਾਂਸ ਵਗੈਰਾ, ਮੈਂ ਨਿਊਜ਼ਾਂ ਦੇਖਦਾ ਵੀ ਉਹਦੇ ਵਿੱਚ ਕਿਸਾਨ ਅੰਦੋਲਨ ਦੀ ਗੱਲ ਹੋ ਰਹੀ ਆ। ਤੇ ਹੋ ਸਕਦਾ ਵੀ ਇੰਗਲੈਂਡ ਦਾ ਜਿਹੜਾ ਪ੍ਰਧਾਨ ਮੰਤਰੀ ਨੂੰ ਨੇਤਾ ਦਿੱਤਾ ਵੀ ਤੁਸੀਂ ਸਾਡੇ ਆਓ, ਮੋਦੀ ਸਾਹਿਬ ਨੇ
ਸ਼ਾਇਦ ਉਹਦੀ ਵੀ ਵਿਰੋਧਤਾ ਹੋ ਜਾਵੇ ਪਾਰਲੀਮੈਂਟ ਦੇ ਵਿੱਚ। ਇੱਥੇ ਟਿੱਕਰ ਗਿਆ ਆ ਤਾਂ ਮੀਡੀਆ ਗੱਲਾਂ ਕਾਂਡਿਆ ਆ ਤੇ ਇਹਦੇ ਵਿੱਚ ਵੀ ਆਲ ਹੋ ਗਿਆ, ਆਹ ਹੋ ਗਿਆ ਇਹਦੇ ਵਿੱਚ। ਇਸ ਕਰਕੇ ਮੀਡੀਆ ਨੂੰ ਵੀ ਸੋਚ ਸਮਝ ਕੇ ਜਿੱਦਾਂ ਗੱਲਾਂ ਕਰਨੀਆਂ। 3-2 ਕਾਲਰ ਆ ਉਹ ਕਾਂਗਿਆਰੀਆਂ ਸਾਰੇ ਪਾਸੇ ਹੀ ਉਹ ਇਹ ਗੱਲ ਅੰਦੋਲਨ ਨੂੰ ਫੇਰ ਕਰਨ ਦੀਆਂ ਗੱਲਾਂ ਕਰਦੇ ਆ। ਮੈਂ ਤਾਂ ਕਹਿੰਦਾ ਵੀ ਇਹ ਅੰਦੋਲਨ ਸਿਰੇ ਤੱਕ ਜਾਣਾ ਚਾਹੀਦਾ, ਹੌਸਲਾ ਦੇਣਾ ਚਾਹੀਦਾ, ਗਾਂਹ ਨੂੰ ਜਾਣਾ ਚਾਹੀਦਾ ਜੀ। ਸਤਿ ਸ੍ਰੀ ਅਕਾਲ ਜੀ। ਕਾਂਗਾਰੀਆਂ ਦੇ ਕਹਿਣ ਤੇ ਅੰਦੋਲਨ ਜਾਂਦੇ ਆ ਟਾਂਡੀ ਜੀ, ਫਿਕਰ ਕਿਹੜੀ ਗੱਲ ਦਾ। ਗੁਰਜੰਟ ਸਿੰਘ ਜੀ ਲਾਈਨ ਨੰਬਰ 2। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਮੈਂ ਪਹਿਲਾਂ ਸਭ ਤੋਂ ਦਾ ਗੱਲ ਬਹੁਤ ਦਿਨ ਨੂੰ ਇੱਕ ਮੰਗੀ ਆ ਜੀ, ਛੋਟੀ ਬੱਚੀ ਤੇ ਇਹਦੇ ਵਿੱਚ ਖਿਆਲ ਸਾਨੂੰ ਮਾਣਾ ਵੀ ਪੰਜਾਬੀਆਂ ਨੂੰ ਵੀ ਸਾਡੇ ਵੀ ਬੱਚੇ ਕੁਛ ਸਕੂਲ ਹੋ ਗਏ ਆ ਜੀ ਜੀ ਜੀ। ਨਹੀਂ ਤੇ ਹੁਣ ਤੱਕ ਸਾਨੂੰ ਇੱਥੇ ਆੜ ਕੇ ਵੀ ਮੈਂ ਚਲੋ ਸਾਰਾ ਕਰੇ ਸਾਨੂੰ ਦੇਸੀ ਆਨੇ ਜੋ ਦੇਸੀ ਪਲਾਨੇ ਪਰ ਦੇਸੀਆਂ ਦੇ ਲਾਈਟਾਂ ਦੇ ਵਿੱਚ ਤੇ ਜਿਵੇਂ ਪ੍ਰਦੇਸ਼ਾਂ ਦੇ ਵਿੱਚ ਆਵਾਜ਼ ਪਹੁੰਚਾ ਦੀ ਆਉਣ ਦੀ ਆਵਾਜ਼ ਪਹੁੰਚਾ ਦਿੱਤੀ ਹੈ। ਦਾ ਸਲਾਮ ਇਹਨਾਂ ਇੰਡੀਆ ਦੇ ਕਿਸਾਨਾਂ ਨੂੰ ਵੀ ਚੜ੍ਹਦੀ ਕਲਾ 'ਚ ਰਹਿਣਗੇ। ਜਿਹੜਾ ਬੰਦਾ ਸੱਚਾ ਸੁੱਚਾ ਉਹਦੀ ਰੱਬ ਵੀ ਮਦਦ ਕਰਦਾ ਹੈ ਜੀ ਜੀ। ਮੇਰਾ ਤਾਂ ਇਹੋ ਹੀ ਕਹਿਣਾ ਵੀ ਸਾਰੇ ਜਾਣੇ ਕੋਈ ਕਿਸੇ ਦਾ ਕੋਈ ਲਫ਼ਜ਼ ਵੱਧ ਘੱਟ ਨਿਕਲ ਜਾਂਦਾ ਜੋਸ਼ 'ਚ ਆਏ ਤੋਂ ਕਿਸੇ ਦਾ ਗੁੱਸਾ ਨਾ ਕਰੋ, ਖਿਆਲ ਬਿਲਕੁਲ ਕਿਸੇ ਦੇ ਵਿਰੁੱਧ 'ਚ ਨਾ ਬੋਲੋ। ਜੋ ਇੱਕਤਾ ਤੁਹਾਡੀ ਉਹੀ ਤੁਹਾਡੀ ਕਾਮਯਾਬ ਹੋਣੀ ਆ, ਨਹੀਂ ਤੁਹਾਡੇ ਇੱਕ ਦੂਜੇ ਦੇ ਚੱਕਰ ਸੁੱਟਿਆ ਕੋਈ ਤੁਹਾਨੂੰ ਕਾਮਯਾਬੀ ਮਿਲਣੀ। ਤੇ ਮੈਂ ਤਾਂ ਇਹੋ ਹੀ ਕਹੂੰਗਾ ਵੀ ਧੰਨਵਾਦ ਉਹਨਾਂ ਭਰਾਵਾਂ ਦੇ ਜਿਨ੍ਹਾਂ ਨੇ ਇੰਨੀਆਂ ਠੰਡਾਂ ਦੇ ਵਿੱਚ ਆਪਦੇ ਸਰੀਰ ਤੇ ਕਸ਼ਟ ਕਹਿ ਕੇ ਪਹਿਲਾਂ ਉਹਨਾਂ ਨੇ ਦੇਸ਼ ਦੀ ਭੁੱਖ ਕੱਢੀ, ਆਪਦੇ ਸਰੀਰ ਤੇ ਕਸ਼ਟ ਸਹਿ ਕੇ। ਅਸੀਂ ਵੀ ਸ਼ਾਇਦ ਉਹਨਾਂ ਦੇ ਵਿੱਚ ਹੀ ਹੋਵਾਂਗੇ ਜਦੋਂ ਹਰੀ ਕ੍ਰਾਂਤੀ ਦਾ ਲੱਗਾ ਨਾਰਾ। ਦਿਨ ਰਾਤ ਇੱਕ ਕੀਤਾ, ਪੈਲੀਆਂ ਪੱਧਰੀਆਂ ਕੀਤੀਆਂ, ਫਸਲਾਂ ਵੱਧ ਤੋਂ ਵੱਧ ਕਮਾਇਆ ਸੀ ਤੇ ਕਮਾਈਆਂ ਦੇਸ਼ ਦਾ ਢਿੱਡ ਭਰਿਆ। ਪਰ ਇਹਨਾਂ ਸਰਕਾਰਾਂ ਵੀ ਜਿੱਦਣ ਢਿੱਡ ਭਰ ਗਏ ਉਧਰ ਤੋਂ ਡਕਾਰ ਮਾਰਨ ਲੱਗ ਪਈਆਂ, ਸਾਨੂੰ ਕੌੜੀ ਅੱਖ ਨਾਲ ਵੇਖਣ ਲੱਗ ਪਈਆਂ। ਜੀ ਜੀ ਜੀ। ਤੇ ਕੋਈ ਮੈਂ ਤਾਂ ਹੁਣ ਬੜਾ ਕੁਛ ਨਹੀਂ ਕਹਿ ਸਕਦਾ, ਕੋਈ ਪੜ੍ਹਿਆ ਨਹੀਂ ਮੈਂ, ਕੋਈ ਬਾਹਲੀ ਮੈਨੂੰ ਨੌਲੇਜ ਨਹੀਂ ਗੀ। ਪਰ ਦੇਖ ਲਓ ਵੀ ਪਹਿਲਾਂ ਇਹਨਾਂ ਨੇ ਹਰੀ ਕ੍ਰਾਂਤੀ ਦਾ ਨਾਰਾ ਲਾਇਆ, ਉਦੋਂ ਇਹਨਾਂ ਢਿੱਡ ਭਰੇ, ਕਣਕ ਪੂਰੀ ਕੀਤੀ। ਪੀਰਾਂ ਨੇ ਨਹੀਂ ਹੁਣ ਚੌਲ ਲਾਓ ਤੁਸੀਂ, ਚੌਲਾਂ ਦੀ ਸਾਨੂੰ ਜ਼ਿਆਦਾ ਲੋੜ ਆ। ਫਿਰ ਉਸ ਤੋਂ ਬਾਅਦ ਆਦੇ ਚੌਲਾਂ ਤੋਂ ਬਾਅਦ ਸਾਨੂੰ ਨਾਲ ਮੱਛੀ ਵੀ ਚਾਹੀਦੀ ਆ। ਮੱਛੀ ਵਾਲੇ ਪਲਾਂਟ ਸਾਡੇ ਖੇਤਾਂ ਵਿੱਚ ਕੋਈ ਪਟਾਏ ਇਹਨਾਂ ਨੇ। ਜੇ ਇਹਨਾਂ ਨੇ ਚਿੱਟੇ ਇਨਕਲਾਬ ਦਾ ਨਾਰਾ ਲਾਇਆ ਤੇ ਅਸੀਂ ਉਹ ਸਰਦਾਰ ਜੀ ਦੁੱਧ ਵਾਲੀ ਬੱਲੇ ਬੱਲੇ ਕਰਾ ਦਿੱਤੀ। ਤੇ ਕਦਰ ਸਾਡੀ ਅੱਜ ਇਹ ਪੈ ਰਹੀ ਆ ਵੀ ਅਸੀਂ ਸੜਕਾਂ ਦੇ ਰੋਡ ਰਹੇ ਹਾਂ, ਆਪ ਉਹ ਸਰਦਾਰ ਜੀ ਬੈਠੇ ਏਸੀ ਕਮਰਿਆਂ ਜਾਂ ਹੀਟਰ ਵਾਲਿਆਂ ਕਮਰਿਆਂ 'ਚ ਬੈਠ ਕੇ ਕਲੋਨਾ ਕਰਦੇ ਆ ਸਾਨੂੰ। ਤੇ ਪਤਾ ਨਹੀਂ ਪਰਮਾਤਮਾ ਨੇ ਸਾਡੀ ਕਦੋਂ ਫਰਿਆਦ ਸੁਣੀ ਹੈ ਤੇ ਕਦੋਂ ਸਾਨੂੰ ਕਾਮਯਾਬੀ ਬਖਸ਼ਣੀ ਆ। ਧੰਨਵਾਦ ਜੀ ਬਾਈ ਜੀ, ਧੰਨਵਾਦ, ਥੈਂਕ ਯੂ। ਪ੍ਰਭਜੋਤਪਾਲ ਸਿੰਘ ਜੀ ਲਾਈਨ ਨੰਬਰ 1। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਸਿੰਘ ਸਾਹਿਬ, ਦੇਖੋ ਜਿਹੜਾ ਸਾਡੇ ਧਰਮ 'ਚ ਜਿਹੜਾ ਹੈਗਾ ਆਤਮ ਹੱਤਿਆ ਬਾਰੇ ਤਾਂ ਸਪਸ਼ਟ ਹੈਗਾ ਆ, ਪਰ ਗੱਲ ਇੱਥੇ ਦੇਖਣ ਵਾਲੀ ਇਹ ਆ ਵੀ ਉੱਥੇ ਜਿਹੜੇ ਧਾਰਮਿਕ ਵਿਸ਼ਵਾਸ ਰੱਖਣ ਵਾਲੇ ਜਿਹੜੇ ਸਾਰੀ ਜ਼ਿੰਦਗੀ ਬੀਤ ਗਈ ਤੇ ਉਹ ਜਦੋਂ ਉੱਥੇ ਸੰਘਰਸ਼ 'ਚ ਬੈਠੇ ਹੈਗੇ ਆ, ਉਸ ਸਰਕਾਰ ਵੱਲੋਂ ਜਿਹੜਾ ਹੋ ਰਿਹਾ ਤਸ਼ੱਦਦ ਆ ਉਹਦੇ ਵਿੱਚ ਉਹਨਾਂ ਦਾ ਮਨੋਬਲ ਇੰਨਾ ਡਿੱਗਿਆ ਹੈਗਾ ਆ। ਉਹ ਜਿਹੜਾ ਆਪਣੇ ਧਾਰਮਿਕ ਜਿਹੜੇ ਨਹੀਂ ਉਹ ਉੱਤੇ ਪੂਰਾ ਨਿਭ ਸਕੇ ਤਾਂ ਉਹਨਾਂ ਨੇ ਆਪਣੀ ਜਿਹੜੀ ਆ ਜਾਨ ਦਿੱਤੀ ਹੈਗੀ ਆ। ਗੱਲ ਇੱਥੇ ਇਹ ਨਹੀਂ ਵੀ ਉਹਨੇ ਕੀ ਕੀਤਾ, ਉਹਨਾਂ ਦੀ ਗਲਤੀ ਆ ਜਾਂ ਸਹੀ ਆ। ਗੱਲ ਇਹੋ ਆ ਉੱਥੇ ਦੀ ਸਰਕਾਰ ਆ ਲੋਕਾਂ ਨੂੰ ਕਿੱਦਾਂ ਉੱਥੇ ਤੜਪਾ ਕੇ ਉੱਥੇ ਮਾਰ ਰਹੀ ਆ। ਉੱਥੇ ਉਹ ਬਾਹਰ ਬੈਠੇ ਆ ਤਾਂ ਆਪ ਅੰਦਰ ਬੈਠੇ ਬਜਾਏ ਸੀ ਏਅਰ ਕੰਡੀਸ਼ਨਾਂ ਹੀਟਾਂ ਜਿਹੜੇ ਆ ਚਾਹ ਪਾਣੀ ਪੀ ਰਹੇ ਆ। ਰਾਤ ਦੇ ਵਿੱਚ 4 ਕੁ ਉੱਥੇ ਬਿਠਾ ਲੈਂਦਾ ਆ ਪੱਗਾਂ ਬੰਨੀਆਂ ਵਾਲੇ, ਤੇ ਉੱਥੇ ਉਹਨਾਂ ਨੂੰ ਕਿਸਾਨ ਦਿਖਾਲ ਕੇ ਤੇ ਉਹਨਾਂ ਨਾਲ ਗੱਲਬਾਤ ਕਰ ਰਿਹਾ ਆ ਕਿਸ ਤਰ੍ਹਾਂ ਉੱਥੇ ਉਹ ਸਰਪੰਚ ਰੱਖਿਆ ਜਾ ਰਿਹਾ ਆ। ਉਹਦਾ ਜਿਹੜਾ ਹੋ ਰਿਹਾ ਤਸ਼ੱਦਦ ਆ ਉਹਦੇ ਖਿਲਾਫ ਸਾਨੂੰ ਇਹੋ ਜਿਹੜਾ ਬਾਬਾ ਰਾਮ ਸਿੰਘ ਹੋਣਾ ਦਾ ਜਿਹੜਾ ਹੈਗੀ ਆ ਉਸ ਘਟਨਾ ਨੂੰ ਲੈ ਕੇ ਸੋਚ ਕੇ ਤੇ ਸਾਨੂੰ ਇਕੱਤਰ ਹੋਣਾ। ਇਸ ਗੱਲ ਨੂੰ ਅਸੀਂ ਬਾਬਾ ਰਾਮ ਸਿੰਘ ਹੋਣਾ ਦੇ ਜੀਵਨ ਬਾਰੇ ਕੁਝ ਕਹੀਏ। ਹੁਣ ਜਿਹੜੀ ਗੱਲ ਆਪਣੇ ਜਿੱਦਾਂ ਆਪਣੇ ਰਾਜੇਵਾਲ ਸਾਹਿਬ ਹੋਣੀ ਜਿਹੜੀ ਗੱਲ ਕਹੀ ਆ, ਮੈਂ ਤਾਂ ਰਾਜੇਵਾਲ ਸਾਹਿਬ ਦਾ ਧੰਨਵਾਦ ਹੀ ਕਰਦਾ। ਘੱਟੋ ਘੱਟ ਸਾਡੇ ਉੱਥੇ ਯੂਥ ਨੂੰ ਉਹ ਨਹੀਂ ਜਗਾ ਦਿੱਤਾ
ਜਦੋਂ ਰਾਜੇਵਾਲ ਸਾਹਿਬ ਨੇ ਇਹੋ ਗੱਲ ਕਹੀ ਆ ਤਾਂ ਉੱਥੇ ਉਹ ਯੂਥ ਹੀ ਤੇ ਉਹਨਾਂ ਦੇ ਦੁਆਲੇ ਹੋ ਕੇ ਟੱਕਰਿਆ ਉੱਥੇ। ਤੇ ਈਵਨ ਆਪਣੇ ਬਲਦੇਵ ਸਿੰਘ ਸਿਰਸਾ ਹੁਣੇ ਵੀ ਉੱਥੇ ਪੋਚੇ ਪਾ ਰਿਹਾ ਸੀ। ਰਾਜੇਵਾਲ ਹੁਣੇ ਵੀ ਹਾਲੇ ਤੱਕ ਮਾਫੀ ਨਹੀਂ ਮੰਗੀ। ਉਹ ਕਹਿੰਦੇ ਆ ਮੈਂ 80 ਸਾਲ ਦਾ ਬੁੜਾ, ਮੇਰੇ ਤੋਂ ਮਾਫੀ ਮੰਗਾਉਣੇ, ਇਹ ਗੱਲ ਚੰਗੀ ਨਹੀਂ, ਪਰ ਚਲੋ ਜੇ ਤੁਸੀਂ ਕਹਿੰਦੇ ਆ ਤਾਂ ਫਿਰ ਤੁਸੀਂ ਕਹਿੰਦੇ ਆ ਤਾਂ ਗਲਤੀ ਆ ਤਾਂ ਮੈਂ ਮੰਨ ਲੈਣਾ। ਤੇ ਉਹ ਕਹਿੰਦੇ ਵੀ IT ਸੈੱਲ ਨੇ ਜਿਹੜੀ ਇਹ ਗੱਲ ਬਣਾ ਦਿੱਤੀ। ਜੇ IT ਸੈੱਲ ਨੇ ਬਣਾਈ ਹੁੰਦੀ ਤਾਂ ਫਿਰ ਇਹਨਾਂ ਦੇ ਨਾਲ ਜਿਹੜੇ ਡੰਡੇ ਵਾਲੇ ਆ ਤੇ ਧਾਰੀ ਵਾਲੇ ਆ ਜਿਹੜੇ ਇਹਨਾਂ ਦੀ ਗੱਲ ਦੀ ਸਫਾਈ ਦੇ ਰਹੇ ਆ ਵੀ ਇਹ ਜਿਹੜੇ ਆ ਝੰਡੇ ਨਹੀਂ ਲੱਗਣੇ ਚਾਹੀਦੇ, ਤੇ ਫਿਰ ਉਹ ਗੱਲ ਨਹੀਂ ਹੋਣੀ ਸੀ। ਗੱਲ ਸਾਫ਼ ਸਪਸ਼ਟ ਦੀ ਆ, ਇਹਨਾਂ ਨੂੰ ਨਹੀਂ ਸਿੱਖ ਧਰਮ ਦਾ ਉਹ ਜਿਹੜਾ ਨਿਸ਼ਾਨ ਝੋਲਦਾ ਬਚਦਾ, ਇਹ ਉਹਨੂੰ ਪਰੇ ਕਰਨਾ ਚਾਹੁੰਦੇ ਆ। ਹੋਰ ਉੱਥੇ ਜਿਹੜਾ ਮਰਜ਼ੀ ਆ ਜਾਵੇ, ਜਿਹੜਾ ਸਰਕਾਰ ਦੇ ਮੂਹਰੇ ਗੋਡੇ ਟੇਕੀ ਬੈਠੇ ਆ, ਜਿੱਦਾਂ ਬਾਦਲਾਂ ਨੇ ਵੀ ਸਾਡਾ ਉੱਥੇ ਪੰਜਾਬ ਦਾ ਸਿੱਖੀ ਦਾ ਘਾਣ ਕਰਾਇਆ, ਤੇ ਇਹ ਵੀ ਉਸੇ ਕਤਾਰ ਵਿੱਚ ਸ਼ਾਮਲ ਹੁੰਦੇ ਆ। ਠੀਕ ਆ, ਇਹ ਉੱਥੇ ਤੱਕ ਲੈ ਕੇ ਗਏ ਆ, ਪਰ ਜਿੱਥੇ ਜੋਦੀ ਦਾ ਆ ਇਹ ਨਹੀਂ ਉੱਥੋਂ ਬਾਰਡਰਾਂ ਤੋਂ ਹਰਿਆਣੇ ਦੇ ਤੇ ਨਹੀਂ ਅੱਗੇ ਲੰਘਣਾ ਸੀ। ਇਹਨਾਂ ਦੀ ਪਲੈਨਿੰਗ ਉਹ ਸੀ, ਉਹ ਯੂਥ ਦਾ, ਉਹ ਭਾਰਤ ਦਾ, ਜਿਹੜੇ ਕਿਸਾਨਾਂ ਦਾ, ਲੋਕਾਂ ਦਾ ਸੰਘਰਸ਼ ਆ, ਨਾ ਕਿ ਇਹਨਾਂ ਲੀਡਰਾਂ ਦਾ। ਜੇ ਇਹਨਾਂ ਲੀਡਰਾਂ ਤੋਂ ਅੱਜ ਇਹ ਜੇ ਨਹੀਂ ਪਿੱਛੇ ਨੂੰ ਮੁੜ ਰਿਹਾ ਤਾਂ ਉਹ ਯੂਥ ਕਰਕੇ, ਜਿਹੜਾ ਪਿੱਛੇ ਬੈਠੇ ਉਹਨਾਂ ਕਰਕੇ ਨਹੀਂ ਮੁੜਦੇ ਪਿੱਛੇ ਨੂੰ, ਇਸ ਕਰਕੇ ਨਹੀਂ ਵੀ ਇਹਨਾਂ ਦੀ ਨੀਅਤ ਸਾਫ਼ ਹੈਗੀ ਆ। ਸੋ ਸਾਡਾ ਧੰਨਵਾਦ ਉਸ ਯੂਥ ਨੂੰ ਜਾਂਦਾ ਹੈ ਜਿਹੜਾ ਪਿੱਛੇ ਇਹਨਾਂ ਦੇ ਖੜਾ ਹੈਗਾ ਆ। ਠੀਕ ਹੈ ਜੀ, ਹਾਲੇ ਤਾਈਂ ਮੁਕਰਮ ਨਹੀਂ ਦਿੱਤਾ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ। ਸੁਰਿੰਦਰ ਸਿੰਘ ਜੀ, ਲਾਈਨ ਨੰਬਰ 2। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅੱਜ ਬਾਬਾ ਰਾਮ ਸਿੰਘ ਦੇ ਬਾਰੇ ਗੱਲਬਾਤ ਚੱਲ ਰਹੀ ਹੈ ਜੀ। ਉਹ ਥਿਊਰੀ ਆ ਰਹੀ ਆ, ਨਿਊਜ਼ ਆ ਰਹੀ ਆ, ਅਪਡੇਟ ਕਰੋ। ਉਹ ਉਹਨਾਂ ਦੀ ਗੋਲੀ ਮਾਰ ਕੇ ਉਹਨਾਂ ਆਤਮ ਹੱਤਿਆ ਨਹੀਂ ਕੀਤੀ, ਉਹ ਸ਼ਾਇਦ ਉਹਦੇ ਵਿੱਚ ਕੋਈ ਕੌਂਸਪੀਰੇਸੀ ਆ, ਉਹਨਾਂ ਨੂੰ ਗੋਲੀ ਮਾਰੀ ਗਈ ਆ। ਉਹਨਾਂ ਦੇ ਕਿਸੇ ਸ਼ਰਧਾਲੂ ਨੇ ਡਿਟੇਲ ਵਿੱਚ ਦੱਸਿਆ ਵੀ ਨਾ ਤਾਂ ਉਹ ਸੁਸਾਈਡ ਨੋਟ ਤੇ ਉਹਨਾਂ ਦੇ ਸਾਈਨ ਆ, ਨਾ ਉਹ ਉਹਨਾਂ ਦੀ ਹੈਂਡ ਰਾਈਟਿੰਗ ਆ, ਨਾ ਉਹਨਾਂ ਕੋਲ ਕਦੀ ਪਿਸਤੌਲ ਹੋਇਆ ਹੀ ਸੀ। ਜੇ ਉਹਨਾਂ ਕੋਲ ਇਹ ਸਾਰਾ ਕੁਝ ਸੀ ਤਾਂ ਉਹਨਾਂ ਨੂੰ ਦਿੱਲੀ ਕਿਉਂ ਨਹੀਂ ਖੜਿਆ ਗਿਆ, ਪਾਣੀਪਤ ਕਿਉਂ ਖੜਿਆ ਗਿਆ? ਇਹਦੇ ਵਿੱਚ ਕੋਈ ਕੌਂਸਪੀਰੇਸੀ ਚੱਲ ਰਹੀ ਹੈ ਜੀ। ਉਸ ਕਰਕੇ ਹਰ ਇੱਕ ਨੇ ਆਪਾਂ ਕਹਿ ਰਹੇ ਵੀ ਉਹਨਾਂ ਨੇ ਸੁਸਾਈਡ ਕਰ ਲਿਆ, ਉਹ ਸੰਤਨੀ ਇਹ ਉਹ ਕਹਿ ਰਿਹਾ, ਉਹਦੇ ਵਿੱਚ ਡਿਟੇਲ ਅਜੇ ਇਨਵੈਸਟੀਗੇਸ਼ਨ ਹੋਣ ਵਾਲੀ ਹੈ। ਠੀਕ ਹੈ ਜੀ, ਆ ਲੈਣ ਦਿਓ, ਦੱਸ ਦਿਆਂਗੇ ਜਦੇ। ਸਰ ਕਸ਼ਮੀਰ ਸਿੰਘ ਜੀ, ਲਾਈਨ ਨੰਬਰ 3। ਸਤਿ ਸ਼੍ਰੀ ਅਕਾਲ ਗਿੱਲ ਸਾਹਿਬ। ਸਤਿ ਸ਼੍ਰੀ ਅਕਾਲ ਬਾਈ ਜੀ। ਗਿੱਲ ਸਾਹਿਬ, ਜਿਹੜੀ ਬੜੀ ਤੁਹਾਡੀ ਇਹ ਧੰਨਵਾਦ ਹੀ ਕਰਦੇ ਆ ਜਿਹੜਾ ਤੁਸੀਂ ਇਹ ਪ੍ਰੋਗਰਾਮ, ਚਲੋ ਸੱਚ ਤਾਂ ਗੱਲ ਲਿਆਉਣਾ ਹੀ ਆ, ਜਿਹੜੀ ਗੱਲ ਸੁਣਦੇ ਵੀ ਤੁਸੀਂ ਹੈਗੇ ਆ, ਜਿਹੜੀ ਜੋ ਵੀ ਗੱਲ ਹੈਗੀ ਆ। ਤੇ ਗਿੱਲ ਸਾਹਿਬ, ਜੋ ਵੀ ਹੋਣ ਡਿਆ, ਜੋ ਪ੍ਰਾਪੋਗੰਡੇ ਹੋਣ ਡਿਆ, ਦੇਖੋ ਮੀਡੀਆ ਕੀ ਕਰਨ ਡਿਆ, ਇੰਡੀਆ ਦਾ ਮੀਡੀਆ ਜਿਹੜਾ ਗੋਦੀ ਮੀਡੀਆ ਆ, ਹਰ ਇੱਕ ਗੱਲ ਜਾ ਕੇ ਉਹਨਾਂ ਨੂੰ ਪੁੱਛਦਾ ਵੀ ਆਹ ਕਿੱਦਾਂ ਹੋਇਆ, ਪੁੱਠੀਆਂ ਗੱਲਾਂ, ਪੁੱਠੀਆਂ ਤੋਂ ਕੁੱਟ ਭਰ ਲੋਕ ਜਿਹੜੇ ਆ, ਲੋਕ ਇਸ ਵੇਲੇ ਪੂਰੇ ਜਿੱਦਾਂ ਕਹਿੰਦੇ ਵੀ ਜਿੰਨੇ ਵੀ ਆਪਣੇ ਇੰਡੀਆ ਦੇ ਵਿੱਚ ਆ, ਆਪਣੇ ਸਿੱਖਾਂ ਨੂੰ ਕਿੰਨਾ ਮਾੜਾ ਦਿਖਾ ਲਿਆ ਸੀਗਾ। ਅੱਜ ਸਿੱਖਾਂ ਨੂੰ ਤੁਸੀਂ ਜਿਹੜੀ ਮਰਜ਼ੀ YouTube ਤੇ ਜਾਂ ਕਿਤੇ ਵੀ ਫੋਲ ਕੇ ਦੇਖ ਲਓ, ਜਿਹੜੇ ਸੰਤ ਸਮਾਜ ਆ ਸਾਰਾ ਆ ਗਿਆ ਜੀ, ਭਾਵੇਂ ਭਾਗਵੇਂ ਕੱਪੜਿਆਂ ਜਾਂ ਜੋ ਵੀ ਆ, ਉਹ ਸਾਰਾ ਸਿੱਖਾਂ ਦੇ ਨਾਲ ਆ ਗਿਆ। ਸਿੱਖਾਂ ਦੀਆਂ ਕੁਰਬਾਨੀਆਂ ਕੱਲੀਆਂ ਗਰਾਉਣ ਡਏ ਵਾ ਲੋਕ। ਦੇਖੋ ਤੁਸੀਂ ਬਹਿ ਕੇ ਦੇਖੋ ਕਿੱਦਾਂ ਸਾਡੀ ਅੱਜ, ਜਿੰਨਾ ਸਾਨੂੰ ਬੁਰਾ ਬਣਾਇਆ ਸੀ, ਸਾਡੀ ਅੱਜ ਹਿੰਦੁਸਤਾਨ ਦੇ ਵਿੱਚ ਮੋਦੀ ਨੇ ਚੜ੍ਹਾਈ ਕਰਾਈ ਆ, ਕਿਉਂਕਿ ਇਹ ਪੁੱਠੇ ਕੰਮ ਕਰਦਾ ਸੀ। ਉਹ ਪੁੱਠੇ ਕੰਮਾਂ ਦੇ ਸਿੱਖ ਜਿਹੜੇ ਜ਼ਿੰਦਗੀ ਦੇ ਵਿੱਚ ਇਹ ਨਹੀਂ ਕਦੀ ਹਾਰ ਨਹੀਂ ਮੰਨੀ, ਇਹਨੀ ਅੜਿੱਕਾ ਲਿਆ, ਅਬਦਾਲੀ ਦੇ ਨਾਲ ਰੰਗਜੇਬ ਦੇ ਨਾਲ ਸਾਰਿਆਂ ਲਿਆ, ਉਹ ਵੀ ਸੇਮ ਹੀ ਰੰਗਜੇਬ ਦੇ ਨਾਲ। ਬਾਕੀ ਇੱਕ ਹੋਰ ਮੈਂ ਗੱਲ ਕਰਨੀ ਚਾਹੁੰਦਾ ਆਪਣੇ ਗਿੱਲ ਸਾਹਿਬ ਜੀ, ਤੁਸੀਂ ਤਾਂ ਬਹੁਤ ਵਧੀਆ ਪ੍ਰੋਗਰਾਮ ਦੇਣ ਦਾ, ਕੋਈ ਸਾਨੂੰ ਤੁਹਾਡੇ ਤੋਂ ਤੱਕ ਆਪਾਂ ਸ਼ੱਕ ਨਾ ਕਰ ਸਕਦੇ, ਨਾ ਸਾਨੂੰ ਲੋੜ ਵਾ, ਨਾ ਅਸੀਂ ਗੱਲ ਵੀ ਕਰਦੇ ਹਾਂ। ਜਿਹੜਾ ਸੁਹਾਗਾ ਫਿਰਦਾ ਆ ਕੇ ਤੁਹਾਡੇ ਰੇਡੀਓ ਦੇ ਉੱਤੇ ਨਾ, ਉਹ ਵੀ ਉਹ ਆਪਾਂ ਸਿੱਖਾਂ ਨੂੰ ਉੱਥੇ ਸਿੱਖਾਂ ਨੂੰ ਦੂਜੇ ਪਾਸੇ ਮਾੜਾ ਦਿਖਾ ਲੈਂਦਾ। ਇਹਦੇ ਕਰਕੇ ਮੇਰੀ ਤੁਹਾਡੇ ਅੱਗੇ ਬੇਨਤੀ ਆ, ਜਿਹੜਾ ਰੇਡੀਓ ਆ ਨਾ, ਇਹਨੂੰ ਦੋਹਰਾਪਨ ਨਾ ਦਿਖਾ ਲਓ, ਇੱਕ ਪਾਸਾ ਦਿਖਾ ਲਓ। ਜੇ ਦੋਹਰਾਪਨ ਦਿਖਾ ਲਓਗੇ ਸਾਨੂੰ ਸ਼ੱਕ ਰੇਡੀਓ ਤੇ ਵੀ ਪੈਣ ਲੱਗ ਪੈਂਦੀ ਆ, ਜੋ ਗੱਲਾਂ ਅੱਜ ਆਪਾਂ ਦੇਖਦੇ ਆ। ਉਹਦੇ ਕਰਕੇ ਮੇਰੀ ਜਿੱਦਾਂ ਤੁਸੀਂ ਸਪਸ਼ਟ ਗੱਲਾਂ ਕਰਦੇ ਆ, ਸਪਸ਼ਟ ਗੱਲਾਂ ਕਰੋ। ਜੇ ਆਪਾਂ ਸਿੱਖ ਕੌਮ ਦੇ ਵਾਰਸ ਆ, ਜੇ ਆਪਾਂ ਸਿੱਖ ਕੌਮ ਦੇ ਵਾਰਸ ਨਹੀਂ, ਆਪਾਂ ਨੂੰ ਕੋਈ ਗੱਲ ਹੀ ਨਹੀਂ, ਆਪਾਂ ਕਰੋ ਹੀ ਨਾ ਇਹਨਾਂ ਅੰਦੋਲਨ ਦੀ ਗੱਲ ਕਰੋ, ਨਾ ਆਪਾਂ ਇਹ ਜਿਹੀਆਂ ਗੱਲਾਂ ਕਰਨੀਆਂ ਛੱਡ ਦਿਓ, ਆਪਣਾ ਪ੍ਰੋਗਰਾਮ ਕਰੋ, ਹੋਰ ਕਰਕੇ ਤਾਂ ਆਪਣਾ ਪ੍ਰੋਗਰਾਮ ਕਰਕੇ ਚੱਲ ਜਾਓ। ਮੇਰੀ ਇਹ ਤੁਹਾਡੀ ਬੇਨਤੀ ਆ ਰੇਡੀਓ ਦੇ। ਧੰਨਵਾਦ ਜੀ। ਸਰ ਗੁਰਮੁਖ ਸਿੰਘ ਜੀ, ਲਾਈਨ ਨੰਬਰ 4। ਸਤਿ ਸ਼੍ਰੀ ਅਕਾਲ ਸਾਹਿਬ। ਸਤਿ ਸ਼੍ਰੀ ਅਕਾਲ ਵੀਰ ਜੀ। ਗਿੱਲ ਸਾਹਿਬ, ਦੇਖੋ ਹਰ ਰੋਜ਼ ਘਟਨਾਵਾਂ ਵਾਪਰਦੀਆਂ ਤੇ ਹਰ ਰੋਜ਼ ਅਸੀਂ ਆਪਣੀ ਸਮਰੱਥਾ, ਆਪਣੀ ਮੱਤ ਤੋਂ ਬਾਹਰ ਜਾ ਕੇ ਉਹਨਾਂ ਚੀਜ਼ਾਂ ਦੇ ਇੱਕ ਪਾਸੜ ਜਾਂ ਝੂਠੇ ਵਰਤਾਂਤ ਸਿਰਜ ਲੈਂਦੇ, ਇਹ ਬਹੁਤ ਨੁਕਸਾਨਦੇਹ ਆ। ਉਹਨਾਂ ਦੀ ਆਲੋਚਨਾ ਹੋਣੀ ਚਾਹੀਦੀ ਆ, ਸਾਰਥਕ ਆਲੋਚਨਾ ਹੋਣੀ ਚਾਹੀਦੀ ਆ, ਤੇ ਪਰ
ਜੇ ਕੋਈ ਹੱਕ ਜਾਂ ਵਿਰੋਧ ਵਾਲਾ ਦੋਨਾਂ ਦਾ ਹੱਕ ਹੈ, ਆਪਾਂ ਇਦਾਂ ਮੈਂ ਨਹੀਂ ਕਹਿੰਦਾ ਵੀ ਕਿਸੇ ਨੂੰ ਜਿਹੜਾ ਮਰਜ਼ੀ ਹੋਸਟ ਹੋਵੇ ਕਾਲਰ ਹੋਵੇ, ਪਰ ਇੱਕ ਘੱਟੋ ਘੱਟ ਝੂਠ ਦੇ ਵਰਤਾਂਤ ਸਿਰਜ ਕੇ ਅਗਲੇ ਨੂੰ ਚੁੱਪ ਨਾ ਕਰਾਇਆ ਜਾਵੇ। ਹੁਣ ਜੇ ਆਪਾਂ ਰੀਸੈਂਟਲੀ ਬਾਬਾ ਜੀ ਦੀ ਗੱਲ ਕਰਦੇ ਹੈਗੇ, ਇਹਦੇ ਵੀ ਮੈਂ ਦੇਖਿਆ ਵੀ ਜਿੱਦਾਂ ਨਾ ਦੇਖੋ, ਇੱਕ ਤਾਂ ਸਾਡੀ ਮੱਤ ਬਹੁਤ ਛੋਟੀ ਆ, ਅਸੀਂ ਸਿੱਖ ਸੱਭਿਆਚਾਰ ਦੇ ਵਿੱਚ ਸ਼ਹਾਦਤਾਂ ਦੇ ਬਹੁਤ ਜ਼ਿਆਦਾ ਰੰਗ ਹੈ। ਜੇ ਆਪਾਂ ਘੰਟਿਆਂ ਬੱਧੀ ਵੀ ਉੱਥੇ ਪ੍ਰੋਗਰਾਮ ਕਰ ਲਈਏ, ਆਪਾਂ ਇੱਕ ਰੰਗ ਦੀ ਵੀ ਮੰਨ ਲਓ ਕਿੰਨੇ ਘੰਟੇ ਲੱਗ ਜਾਂਦੇ ਆ। ਔਰ ਜਿਹੜੀਆਂ ਮੈਨੂੰ ਨਹੀਂ ਪਤਾ ਵੀ ਚਲੋ ਜਿੱਦਾਂ ਵੀ ਆ, ਪਰ ਜਦੋਂ ਉਹਨਾਂ ਦੇ ਘੱਟੋ ਘੱਟ ਆਮ ਜਿਹੜੀ ਆਪਾਂ ਉੱਥੇ ਇੱਕ ਪਾਸੇ ਆਪਾਂ ਐਕਸੀਡੈਂਟਾਂ 'ਚ ਹੋਏ ਜਿਹੜੇ ਲੋਕ ਆ ਜਾਂ ਉੱਥੇ ਘਟਨਾਵਾਂ ਵਾਪਰਦੀਆਂ ਉਹਨਾਂ ਨੂੰ ਆਪਾਂ ਸ਼ਹਾਦਤਾਂ ਗਿਣਦੇ ਆ, ਜਾਂ ਹੋਰ ਵੀ ਆ ਉਹ ਆਮ ਮੰਨ ਲਓ, ਕਿਉਂਕਿ ਘੱਟੋ ਘੱਟ ਇਹ ਜਿਹੜੀ ਉੱਥੇ ਵਾਪਰੀ ਘਟਨਾ ਆ, ਇਹ ਘੱਟੋ ਘੱਟ ਨਿੱਜ ਨਾਲ ਨਹੀਂ ਜੁੜੀ ਸੀਗੀ, ਨਾ ਕੋਈ ਮਟੀਰੀਅਲ ਚੀਜ਼ ਨਾਲ ਜੁੜੀ ਸੀਗੀ, ਇਹ ਸੰਘਰਸ਼ ਨਾਲ ਜੁੜੀ ਹੋ ਆ। ਸੰਘਰਸ਼ ਨਾਲ ਜੁੜੀ ਉਹ ਚੀਜ਼ ਨੂੰ ਜਿਹੜੀ ਨਿੱਜ ਨਾਲ ਜੁੜੀ ਉਹਨੂੰ ਖੁਦਕੁਸ਼ੀ ਤੁਸੀਂ ਕਹਿ ਸਕਦੇ ਆਤਮ ਹੱਤਿਆ, ਕਿਉਂਕਿ ਇੱਕ ਸ਼ਬਦ ਇਹ ਘੜ ਲੈ ਜਾਂਦੇ ਆ ਸਟੇਟ ਵੱਲੋਂ, ਕੋਈ ਆਤਮ ਹੱਤਿਆ ਵਰਤ ਲੈਂਦਾ, ਕੋਈ ਅੱਤਵਾਦ ਵਰਤ ਲੈਂਦਾ, ਉਹ ਆਪਾਂ ਉਹਨਾਂ ਚੀਜ਼ਾਂ 'ਚ ਮੰਨ ਲਓ ਗਵਾਚ ਕੇ ਉਨੀ ਕੁ ਵਿਆਖਿਆ ਸਮਝ ਲੈਂਦੇ ਆ। ਖਾਸ ਕਰਕੇ ਅਫਸੋਸ ਉਦੋਂ ਹੁੰਦਾ ਵੀ ਜਦੋਂ ਤੁਸੀਂ ਆਪਣੇ ਜਿਹਨਾਂ ਚੀਜ਼ਾਂ ਦੀ ਤੁਸੀਂ ਕਰਨੀ ਆ ਉਹਦੀ ਝੂਠ ਦੀ ਐਡੀ ਮੰਨ ਲਓ ਵਿਆਖਿਆ ਕਰ ਜਾਂਦੇ, ਦੂਜੇ ਘੱਟੋ ਘੱਟ ਆਪਾਂ ਉਸ ਚੀਜ਼ 'ਤੇ ਜੇ ਸਾਨੂੰ ਨਹੀਂ ਪਤਾ ਉਹਦੀ ਵਿਆਖਿਆ ਕਰ ਸਕਦੇ, ਆਪਾਂ ਉੱਤੇ ਚੁੱਪ ਵੀ ਰਹਿ ਸਕਦੇ ਹਾਂ। ਅਤੇ ਮੈਨੂੰ ਲੱਗਦਾ ਵੀ ਉਹਨਾਂ ਨੇ ਜੋ ਉਹਨਾਂ ਦੀ ਇਹ ਮੰਨ ਲਓ ਰੱਖ ਲਓ ਵੀ ਉੱਥੇ ਉਹਨੂੰ ਸ਼ਹਾਦਤ ਕਹਿ ਲਓ ਜਾਂ ਕੁਛ ਵੀ ਹੈ, ਘੱਟੋ ਘੱਟ ਉਹਨੂੰ ਤੁਸੀਂ ਛੋਟਾ ਕਰਕੇ ਨਹੀਂ ਦੇਖ ਸਕਦੇ, ਕਿਉਂਕਿ ਉਹ ਸੰਘਰਸ਼ ਹੈ, ਉਹ ਦੂਜਿਆਂ ਦੇ ਪ੍ਰਤੀ ਉਹਨਾਂ ਦੀ ਜਿਹੜੀ ਭਾਵਨਾ ਆ, ਕਿਉਂਕਿ ਇਹਦੇ ਵਿੱਚ ਉਹ ਸਟੇਟ ਦੀ ਵਿਆਖਿਆ ਹੋਣੀ ਚਾਹੀਦੀ ਵੀ ਸਟੇਟ ਦਾ ਕੀ ਰੂਪ ਰਿਹਾ, ਉਹ ਸਟੇਟ ਦੇ ਜਿਹੜਾ ਵੀ ਹਾਲੇ ਤੱਕ ਜਸਟਿਸ ਕਿਉਂ ਨਹੀਂ ਦਿੱਤਾ, ਜਾਂ ਉਹ ਚੀਜ਼ਾਂ ਉਹ ਸਾਨੂੰ ਦੁਨੀਆ ਦੇ ਸਾਹਮਣੇ ਦੱਸਣ ਦੀ ਲੋੜ ਆ, ਨਾ ਕਿ ਅਸੀਂ ਆਪਣੀ ਮੰਦਬੁੱਧੀ ਤੇ ਜਿਹੜਾ ਹਰ ਰੋਜ਼ ਬੰਦਿਆਂ ਦਾ ਹੁੰਦਾ ਵੀ ਨਹੀਂ ਇੱਦਾਂ ਆ। ਹੁਣ ਮੈਂ ਇੱਕ ਛੋਟੀ ਜਿਹੀ ਹੋਰ ਵੀ ਦੱਸ ਦਿੰਦਾ, ਨਿਹੰਗ ਸਿੰਘਾਂ ਦੀ ਆਪਾਂ ਜਿੱਦਾਂ ਉਹਨਾਂ ਦਾ ਸਾਡੇ ਘੜਿਆ ਆ, ਹੁਣ ਉੱਥੇ TDI ਇੱਕ ਮਾਲ ਆ, ਨਿਹੰਗ ਸਿੰਘਾਂ ਨੇ ਉੱਥੇ ਘੋੜੇ ਬੰਨੇ ਆ, ਉਹ ਪਹਿਲਾਂ ਜਿੱਦਣ ਇੱਥੇ ਗਏ ਆ ਸੰਘਰਸ਼ ਆਏ ਉਹ ਬੰਦ ਹੋ ਗਿਆ ਉੱਥੇ ਮਾਲ। ਉਹ ਬੰਦ ਇਸ ਕਰਕੇ ਹੋ ਗਿਆ ਕਿਉਂਕਿ ਹਰਿਆਣੇ ਵਿੱਚ ਅੱਗੇ ਜਿਹੜੀਆਂ ਘਟਨਾਵਾਂ ਵਾਪਰੀਆਂ, ਅੱਗੇ ਲੁੱਟਾਂ ਖੋਹਾਂ ਹੁੰਦੀਆਂ, ਤੋੜਾਂ ਭੰਨਾਂ ਹੁੰਦੀਆਂ, ਜਿੱਦਾਂ ਇੱਥੇ ਆਪਣੇ ਇਹ ਮੰਨ ਲਓ ਬਲੈਕ ਲਾਈਵਸ ਮੈਟਰ ਵੇਲੇ ਹੋਏ ਆ, ਉਹ ਬੰਦ ਕਰ ਦਿੱਤਾ। ਪਰ ਜਦੋਂ ਨਿਹੰਗ ਸਿੰਘਾਂ ਨੇ ਉਹਨਾਂ ਨੂੰ ਇਹ ਤਸੱਲੀ ਦਿੱਤੀ ਜਾਂ ਉਹਨਾਂ ਨੂੰ ਇਹ ਪਤਾ ਲੱਗ ਗਿਆ 2-4 ਦਿਨਾਂ ਬਾਅਦ ਵੀ ਇਹ ਤਾਂ ਮੰਨ ਲਓ ਬੰਦੇ ਸ਼ਾਂਤੀ ਦਾ ਪ੍ਰਤੀਕ ਆ, ਉਹਨਾਂ ਬੰਦਿਆਂ ਨੇ ਉੱਥੇ ਮਾਲ ਖੋਲ੍ਹਣਾ ਸ਼ੁਰੂ ਕੀਤਾ, ਦੁਕਾਨਾਂ ਸਾਰੀਆਂ ਖੁੱਲ੍ਹੀਆਂ, ਤੇ ਉਹਨਾਂ ਨਿਹੰਗ ਸਿੰਘਾਂ ਦੇ ਲਈ ਅੰਦਰ ਉਹਨੀ ਰਾਤ ਨੂੰ ਰਹਿਣ ਸਹਿਣ ਲਈ ਸਾਰਾ ਕੁਝ ਪ੍ਰਬੰਧ ਕਰਕੇ ਦਿੱਤਾ ਆ। ਤੇ ਮੇਰੇ ਖਿਆਲ ਦੇ ਨਾਲ ਫਿਰ ਉਹ ਲੋਕ ਜਿਹੜੇ ਆਪਣੇ ਇੱਕ ਮਨ ਘੜਤ ਵਰਤਾਂਤ ਸਿਰਜ ਲੈਂਦੇ, ਉਹਨਾਂ ਲੋਕਾਂ ਨੂੰ ਇਹਨਾਂ ਚੀਜ਼ਾਂ ਨੂੰ ਸਮੁੱਚਤਾ 'ਚ ਵਿਚਾਰਨਾ ਚਾਹੀਦਾ ਵੀ ਇਹ ਚੀਜ਼ਾਂ ਇਸ ਤਰ੍ਹਾਂ ਨਹੀਂ ਹੈਗੀਆਂ ਜਿੱਦਾਂ ਤੁਸੀਂ ਦੇਖਦੇ ਆ, ਜਿੱਦਾਂ ਹਰ ਚੀਜ਼ ਨੂੰ ਢਹਿੰਦੀ ਕਲਾ ਜਾਂ ਨਾ ਦੇਖੀ ਜਾਂਦੇ, ਇਹ ਚੀਜ਼ਾਂ ਮਾਹੌਲ ਵੀ ਆ, ਉੱਥੇ ਸ਼ਾਂਤੀ ਰੱਖਣ ਦਾ ਮਾਹੌਲ ਵੀ ਆ। ਤੇ ਮੇਰੇ ਖਿਆਲ ਨਾਲ ਸਾਡੀ ਛੋਟੀ ਮੱਤ ਦੇ ਨਾਲ ਅਸੀਂ ਚੀਜ਼ਾਂ ਨੂੰ ਨਾ ਸਮਝੀਏ, ਸਾਰੀ ਚੀਜ਼ਾਂ ਨੂੰ ਮੰਨ ਲਓ ਇੱਕ ਘੇਰੇ ਵੱਡੇ 'ਚ ਬਣਾ ਕੇ ਦੇਖੀਏ। ਸਾਰੀਆਂ ਘਟਨਾਵਾਂ ਹਰ ਰੋਜ਼ ਵਾਪਰਨੀਆਂ ਹੋਣੀਆਂ, ਉਹਨਾਂ ਦੀ ਆਲੋਚਨਾ ਵੀ ਹੋਣੀ ਆ, ਪਰ ਘੱਟੋ ਘੱਟ ਸਾਰਥਕ ਚੀਜ਼ ਹੋਵੇ, ਅਸੀਂ ਇਹਦੇ ਵਿੱਚੋਂ ਕੁਛ ਕੱਢੀਏ ਪਾਈਏ, ਨਾ ਕਿ ਸਟੇਟ ਵਾਲਾ ਵਰਤਾਂਤ ਝੂਠਾ ਜਿਹੜਾ ਆ ਉਹ ਮੰਨ ਲਓ। ਮੈਂ ਇੱਕ ਰਾਜੇਵਾਲ ਸਾਹਿਬ ਦੀ ਸਿਫਤ ਕਰਦਾ ਆ, ਕਿਉਂਕਿ ਉਹਨੇ ਦੂਜੀ ਗੱਲ ਨਹੀਂ ਮੈਂ ਸਿਫਤ ਜਿਹਦੀ ਆਲਗਾ, ਉਹਨਾਂ ਨੇ ਜਿਹੜਾ ਕਾਨੂੰਨੀ ਪੱਖ ਪੇਸ਼ ਕੀਤਾ ਉਹਦੀ ਕੋਈ ਗੱਲ ਨਹੀਂ ਕਰਦੇ ਕਿ ਉਹਦੇ ਨਾਲ ਉਹਨਾਂ ਦਾ ਕੱਦ ਬਹੁਤ ਵਧੀਆ, ਪਰ ਉਹ ਮੈਂ ਦੂਜੇ ਪਾਸੇ ਉਹਨਾਂ ਦਾ ਕੱਦ ਬਹੁਤ ਮੈਂ ਬਹੁਤ ਛੋਟਾ ਸਮਝਦਾ ਵੀ ਜਿਹੜਾ ਉਹਨੇ ਉਹ ਸਾਡੇ ਨਿਸ਼ਾਨਾ ਦੀ ਕੀਤੀ। ਉਸ ਚੀਜ਼ ਦੀ ਜੇ ਆਪਾਂ ਵਿਆਖਿਆ ਕਰੀਏ ਸਾਨੂੰ ਉਹਦੇ ਕਰਨੀ ਚਾਹੀਦੀ। ਇੱਥੇ ਜਿਹੜੇ ਲੋਕ ਝੂਠਦੇ ਆ ਵੀ ਉਹ ਸਟੇਟਾਂ ਦੇ ਅਧਿਕਾਰ ਖੇਤਰ 'ਚ ਨਹੀਂ ਆਉਂਦੀ, ਉਹ ਗੱਲ ਜਿਹੜੀ ਉਹਨੇ ਕੀਤੀ, ਉਹ ਜਿਹੜੇ ਇੱਥੇ ਰੋਜ਼ ਕਹਿ ਦਿੰਦੇ ਆ ਜੀ ਰਿਪੀਲ ਨਹੀਂ ਹੋਣੇ ਚਾਹੀਦੇ, ਇੱਦਾਂ ਨਹੀਂ, ਉਹ ਸਟੇਟਾਂ ਦੀ ਜਿਹੜੀ ਮਾੜੀ ਮੋਟੀ ਖੁਦਮੁਖਤਿਆਰੀ ਉਹ ਵੀ ਖਤਮ ਹੋ ਜਾਂਦੀ ਹੈ ਜੇ ਤੁਸੀਂ ਉਹਨਾਂ ਨੂੰ ਰਿਪੀਲ ਨਹੀਂ ਕਰਦੇ। ਇਹ ਮੇਰੇ ਖਿਆਲ ਨਾਲ ਸਾਰੀਆਂ ਚੀਜ਼ਾਂ ਵਿਚਾਰ ਕੇ ਕਰਨੀਆਂ ਸਾਨੂੰ। ਧੰਨਵਾਦ ਜੀ। ਧਾਲੀਵਾਲ ਜੀ, ਲਾਈਨ ਨੰਬਰ 1। ਸਤਿ ਸ੍ਰੀ ਅਕਾਲ ਖਾਲਸਾ ਸਾਹਿਬ ਜੀ, ਆਪਣੇ ਗਿਰ ਸਾਹਿਬ। ਸਤਿ ਸ੍ਰੀ ਅਕਾਲ ਬਾਈ ਜੀ। ਦੇਖੋ ਥੋੜ੍ਹਿਆਂ ਸ਼ਬਦਾਂ 'ਚ ਟਰਾਈ ਕਰਦੇ ਹਾਂ ਗੱਲ ਨੂੰ ਫਿਨਿਸ਼ ਕਰਨ ਦੀ ਜੀ। ਇੰਡੀਆ ਦੇ ਵਿੱਚ ਹੀ ਬੰਦੇ ਆ, ਉਹਨਾਂ ਨੂੰ ਆਪਣੀ ਜ਼ਮੀਨ ਗੰਦੀ ਕਰਨਾ, ਉਹਨਾਂ ਨੂੰ ਬੈਡ ਸ਼ਬਦ ਕਹਿ ਕੇ ਉਹਨਾਂ ਦਾ ਆਲਰੇਡੀ ਪਤਾ ਆ। ਬਾਕੀ ਇਹ ਜਿਹੜਾ ਸੰਘਰਸ਼ ਲੰਮਾ ਨਹੀਂ ਹੋ ਸਕਦਾ ਜੇ ਸਿੱਖ ਕੌਮ ਦੇ ਬੰਦੇ ਵੀ ਸੁਣਦੇ ਹੋਣਗੇ, ਜੇ ਉਹ ਸਾਰੇ ਇਹਨਾਂ ਦੇ ਨਾਲ ਹੋ ਕੇ ਕਰਨ। ਮੋਦੀ ਦਾ ਕੀ ਗਾਹਾਂ ਦੇ ਵੀ ਉਹਦੇ ਬੰਦੇ ਉੱਠ ਕੇ ਕਹਿਣਗੇ ਅਸੀਂ ਜੋ ਵੀ ਕਹੋ ਮੰਨਦੇ ਆ। ਇਸ ਕਰਕੇ ਇਹ ਥੋੜ੍ਹਾ ਕੰਮ ਲੰਮਾ ਹੁੰਦਾ, ਪਰ ਜੇ ਇਹ ਹਿੱਲੇ ਨਾ, ਆਪਣੇ ਧਰਮ ਤੇ ਆਪਣੇ ਅਸੂਲਾਂ ਤੇ ਪੱਕੇ ਰਹੇ ਤੇ ਚੰਗੇ ਦੇ ਨਾਲ, ਗਿੱਲ ਸਾਹਿਬ ਤੁਸੀਂ ਸਾਡੇ ਨਾਲ ਬਹੁਤ ਸਿਆਣੇ ਹੋ, ਚੰਗੇ ਦੇ ਨਾਲ ਹਰ ਥੈਂ ਮਾੜਾ ਤੁਰਿਆ ਆਉਂਦਾ। ਇਹਨਾਂ ਦੇ ਨਾਲ ਮਾੜੇ ਬੰਦਿਆਂ ਨੇ ਇਹਨਾਂ ਦਾ ਵਿਰੋਧ ਕਰਨਾ, ਇਹਨਾਂ ਨੂੰ ਬਦਨਾਮ ਕਰਨਾ, ਉਹਦਾ ਖਿਆਲ ਰੱਖਣ। ਇੱਕ ਦਿਨ ਆ ਜਾਊਗਾ, ਜਿੱਦਾਂ ਵੀ ਚਾਹੁੰਦੇ ਆ ਮੋਦੀ ਮੰਨੂਗਾ, ਮੰਨ ਕੇ ਰਹੂਗਾ। ਥੈਂਕ ਯੂ ਸੋ ਮਚ। ਧੰਨਵਾਦ ਜੀ ਧਾਲੀਵਾਲ ਸਾਹਿਬ। ਆਖਰੀ ਕਾਲਰ ਇਸ ਵਿਸ਼ੇ ਤੇ ਸਰਾ ਪੁਸ਼ਪਿੰਦਰ ਸਿੰਘ। ਹਾਂਜੀ ਬਾਈ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਬਾਈ ਜੀ, ਅਸੀਂ ਨਾ ਕਈ ਵਾਰ ਇਹ ਸਮਝ ਜਾਂਦੇ ਵੀ ਜਿਹਨੇ ਫੇਸਬੁੱਕ ਤੇ ਲਿਖਤਾ ਜਾਂ ਅਸੀਂ ਰੇਡੀਓ ਤੇ ਕਾਲ ਕਰ ਲਈ ਤਾਂ ਅਸੀਂ ਪਤਾ ਨਹੀਂ ਕਿੱਡਾ ਕੋਈ ਵਰਤਾਂਤ
ਸਮਝਾਤਾ। ਅਸਲ 'ਚ ਆਪਾਂ ਇੱਕ ਚੌਂਕੜੀ ਤੇ ਬੈਠੇ ਗੱਲ ਕਰਦੇ ਆ। ਪਹਿਲਾ ਖਿਆਲ ਕਈ ਵਾਰ ਜ਼ਰੂਰੀ ਨਹੀਂ ਹੁੰਦਾ ਸਹੀ ਆਵੇ। ਮੈਂ ਸਵੇਰੇ ਜਦੋਂ ਆ ਖਬਰ ਪੜ੍ਹੀ ਤੋਂ ਲੱਗਿਆ ਚਾਰ ਜਿਹੜੇ ਮਤਲਬ ਆਤਮਘਾਤ ਦਿਸੇ, ਜਿਹੜੇ ਬਹੁਤ ਹੁਣ ਆਤਮਘਾਤ ਹੀ ਨੇ, ਪਰ ਉਹਨਾਂ ਦੀ ਫਿਰ ਉਹਨਾਂ ਦੇ ਜਿਹੜੇ ਕੰਟੈਕਸਟ 'ਚ ਹੋਏ ਉਹ ਡਿਫਾਈਨ ਕਰਦੇ ਆ ਵੀ ਉਹ ਕੀ ਨੇ। ਪਹਿਲਾਂ ਗੁਰੂ ਅਰਜਨ ਪਾਤਸ਼ਾਹ ਦੀ ਸ਼ਹਾਦਤ ਹੋਈ ਆ, ਉਹ ਸਵੈ ਇੱਛਾ ਨਾਲ ਮਤਲਬ ਸ਼ਹਾਦਤ ਦੇ ਰਹੇ ਨੇ। ਸਿੱਧਾ ਕਹੋ ਖੁਦਕੁਸ਼ੀ ਆ, ਪਰ ਨਹੀਂ, ਉਹ ਇੱਕ ਸ਼ਹਾਦਤ ਬਣ ਰਹੇ ਨੇ ਵੀ ਆਹ ਹੈ ਅੱਲਾਹ ਪਾਕ, ਆਹ ਤੇਰੇ ਨਾਂ ਤੇ ਦੇਖ ਕੀ ਝੂਠ ਚਲਾ ਰਹੇ ਨੇ। ਉਹਦੀ ਸ਼ਹਾਦਤ ਬਣੇ, ਸ਼ਹੀਦਾਂ ਦੇ ਸਰਤਾਜ ਬਣੇ। ਦੂਜੀ ਸ਼ਹਾਦਤ ਹੋਈ ਆ ਗੁਰੂ ਤੇਗ ਬਹਾਦਰ ਸਾਹਿਬ ਦੀ। ਉਹਨਾਂ ਨੇ ਦਿੱਲੀ ਜਾ ਕੇ ਸ਼ਹਾਦਤ ਦਿੱਤੀ ਆ, ਉਹਨੂੰ ਵੀ ਤੁਸੀਂ ਖੁਦਕੁਸ਼ੀ ਕਹਿ ਸਕਦੇ ਹੋ ਕਿਉਂਕਿ ਮੂਹਰੇ ਸਿਰ ਕਰਤਾ ਵੀ ਭਾਈ ਵੜ ਦੋ। ਪਰ ਉਹ ਜਿਸ ਕੰਟੈਕਸਟ 'ਚ ਹੋਈ ਆ ਉਹਨੂੰ ਫਿਰ ਗੁਰੂ ਗੋਬਿੰਦ ਸਿੰਘ ਜੀ ਨੇ ਲਿਖਿਆ ਕਿ ਠੀਕਰ ਫੋਰ ਦਲੀਸੇ ਸਿਰ, ਦਿੱਲੀ ਦੇ ਰਾਜੇ ਦੇ ਸਿਰ ਘੜਾ ਭੰਨਿਆ ਆਪਦਾ ਜਾ ਕੇ। ਉਹ ਪਾਪ ਉਹਨੂੰ ਲੱਗਿਆ ਵੀ ਤੂੰ ਇਹ ਕਤਲ ਕਰ ਰਿਹਾ, ਜ਼ੁਲਮ ਕਰ ਰਿਹਾ। ਉਹ ਜ਼ੁਲਮ ਨੂੰ ਮਤਲਬ ਇੱਕ ਨਿਸ਼ਾਨਦੇਹੀ ਕਰਤੀ। ਤੀਜੀ ਹੋਈ ਆ ਸ਼ਾਮ ਸਿੰਘ ਅਟਾਰੀ ਦੇ ਪਿਤਾ ਜੀ, ਜਦੋਂ ਮਹਾਰਾਜਾ ਰਣਜੀਤ ਸਿੰਘ ਬਹੁਤ ਬਿਮਾਰ ਹੋ ਗਏ, ਉਹਨਾਂ ਨੇ ਅਰਦਾਸ ਕੀਤੀ ਪਰਿਕਰਮਾ ਕਰਕੇ ਕਿ ਪਾਤਸ਼ਾਹ ਤੂੰ ਇਹ ਦੁੱਖ ਮੈਨੂੰ ਦੇ, ਮੇਰੀ ਜਾਨ ਲੈ, ਮੇਰੀ ਜ਼ਿੰਦਗੀ ਇਹਨੂੰ ਲਾ। ਉਹ ਅਰਦਾਸ ਉਹਨਾਂ ਦੀ ਪਤਾ ਨਹੀਂ ਕਿੰਨੀ ਭਗਤੀ ਹੋਣੀ, ਉਹ ਪ੍ਰਮਾਤਮਾ ਨੇ ਪ੍ਰਵਾਨ ਕੀਤੀ। ਮਹਾਰਾਜਾ ਰਣਜੀਤ ਸਿੰਘ ਜਿੱਦਣ 9/9 ਹੁੰਦੇ ਆ ਉਹ ਚੜਾਈ ਕਰ ਜਾਂਦੇ ਆ। ਚੌਥੀ ਦਰਸ਼ਨ ਸਿੰਘ ਫੇਰੂਮਾਨ ਦੀ, ਉਹ ਵੀ ਤੁਸੀਂ ਆਤਮ ਹੱਤਿਆ ਕਹਿ ਸਕਦੇ ਆ। ਪਰ ਜਦੋਂ ਸੰਤ ਫਤਿਹ ਸਿੰਘ ਦੇ ਅਗਨ ਕੁੰਡਾਂ ਤੇ ਲੋਕਾਂ ਨੇ ਮਜ਼ਾਕ ਉਡਾਇਆ ਕਿ ਅੱਜ ਕੱਲ੍ਹ ਅਰਦਾਸਾਂ ਕਰਕੇ ਕੌਣ ਖੜਦਾ, ਉਹਨਾਂ ਨੇ ਫਿਰ ਅਰਦਾਸ ਲਈ ਜਿਹੜਾ ਸੀ ਆਪਦੀ ਜਾਨ ਦਿੱਤੀ। ਉਹਨਾਂ ਨੂੰ ਕੋਈ ਪੰਜਾਬ ਸੂਬੇ ਦੀ ਮੰਗ ਨਾਲ ਉਹਨਾਂ ਦੀ ਅਰਦਾਸ ਦਾ ਸੰਬੰਧ ਨਹੀਂ ਸੀ। ਉਹਨਾਂ ਨੇ ਸਿਰਫ ਇੰਨਾ ਹੀ ਕਿਹਾ ਕਿ ਪਾਤਸ਼ਾਹ ਤੇਰੀ ਅਰਦਾਸ ਦਾ ਮਜ਼ਾਕ ਉੱਡਿਆ, ਮੈਨੂੰ ਇਸ ਅਰਦਾਸ ਦੀ ਲਾਜ ਰੱਖਣ ਦੀ ਕਿਰਪਾ ਕਰ, ਇਹ ਮੇਰੇ ਮੱਥੇ ਨਾ ਲੱਗੇ ਤੇ ਮੇਰੀ ਸ਼ਹਾਦਤ ਇਸ ਅਰਦਾਸ ਦੇ ਲੇਖੇ ਲੱਗੇ। ਤੇ ਉਹਨਾਂ ਨੇ ਉਸ ਦੇ ਉੱਤੇ ਜੀਵਨ ਵਾਰਿਆ, ਉਹ ਅਰਦਾਸ ਦੇ ਲਈ ਆਪਦਾ ਜੀਵਨ ਵਾਰ ਕੇ ਸ਼ਹਾਦਤ ਹੋਈ। ਇਹ ਬਾਬਾ ਜੀ ਨੇ ਜੋ ਕੀਤਾ ਸਿੱਧਾ ਦੇਖੀਏ ਗਲਤ ਲੱਗਦਾ ਕਿਉਂਕਿ ਆਪਾਂ ਬਾਬਾ ਜੀ ਨੂੰ ਜਾਣਦੇ ਨਹੀਂ, ਕੋਈ ਬਾਬਾ ਜੀ ਦੀ ਬਹੁਤੀ ਬਿਆਨ ਨਹੀਂ, ਤੇ ਵੈਸੇ ਵੀ ਆਪਾਂ ਬਹੁਤਾ ਕਰਕੇ ਸਾਧਾ ਡੇਰਿਆਂ ਦੇ ਉੱਤੇ ਸਾਨੂੰ ਗੁੱਸਾ ਵੀ ਆ ਕਿਉਂਕਿ ਇਹ ਮੂਹਰੇ ਹੋ ਕੇ ਨਿੱਤਰਦੇ ਨਹੀਂ ਹੈਗੇ, ਅੜ ਕੇ ਨਹੀਂ ਚੱਲਦੇ ਹੈਗੇ। ਪਰ ਹਰ ਬੰਦੇ ਦਾ ਆਪਦਾ ਸੁਭਾਅ ਹੁੰਦਾ ਜੀ। ਆਪਾਂ ਕਿਹੜਾ ਹੁਣ ਇੱਥੋਂ ਟਿਕਟ ਲੈ ਕੇ ਦਿੱਲੀ ਨੂੰ ਤੁਰ ਪਏ, ਆਪਾਂ ਵੀ ਓਨੇ ਕੁ ਕਾਬਲ ਆਪਾਂ ਵੀ ਹੈਗੇ ਜੇ ਗੁਰੂ ਸਾਹਿਬ ਦੀ ਫਿਲਾਸਫੀ 'ਚ ਦੇਖੀਏ। ਪਰ ਉਹਨਾਂ ਦੀ ਜਿਹੜੀ ਹੁਣ ਉਹ ਮਰਨਾ ਆ, ਜੇ ਤਾਂ ਉਹ ਹੁੰਦਾ ਵੀ ਹਾਂ ਭਾਈ ਦੁਖੀ ਹੋ ਕੇ ਸਾਧ ਮਰ ਗਿਆ, ਸਾਧਾਂ ਦੀ ਲੜਾਈ 'ਚ ਮਰ ਗਿਆ, ਫੇਰ ਤਾਂ ਤੁਸੀਂ ਜੋ ਮਰਜ਼ੀ ਕਹਿ ਲੈਂਦੇ। ਪਰ ਜਿਹੜੀ ਉਹ ਚਿੱਠੀ ਲਿਖ ਕੇ ਆਪਦਾ ਉਹ ਠੀਕਰਾ ਦਿੱਲੀ ਵਾਲਿਆਂ ਦੇ ਸਿਰ ਭੰਨ ਗਏ, ਉਹ ਉਹਨਾਂ ਨੂੰ ਹੁਣ ਥੋੜਾ ਸਤਿਕਾਰਤ ਪਾਸੇ ਲੈ ਜਾਂਦੇ ਨੇ। ਆਪਾਂ ਉਹਨਾਂ ਨੂੰ ਜੇ ਹੀਰੋ ਨਾ ਵੀ ਬਣਾਈਏ ਤਾਂ ਸਾਡੇ ਕੋਲ ਨਿੰਦਣ ਦਾ ਹੱਕ ਨਹੀਂ ਹੋਣਾ ਹੈਗਾ ਕਿਉਂਕਿ ਆਪਦੀ ਜਾਨ ਲੈਣੀ ਬਹੁਤ ਔਖਾ ਕੰਮ ਹੁੰਦਾ। ਧੰਨਵਾਦ। ਸੋ ਸਾਨੂੰ ਆਪਣੇ ਇਤਿਹਾਸ 'ਚ ਦੇਖਣਾ ਪੈਣਾ ਜੀ। ਧੰਨਵਾਦ ਪੁਸ਼ਪਿੰਦਰ ਸਿੰਘ ਜੀ, ਧੰਨਵਾਦ, ਬਹੁਤ ਬਹੁਤ ਵਧੀਆ ਗੱਲ ਕੀਤੀ ਤੁਸੀਂ। ਫੈਸਟੀਵਲ ਸੀਜ਼ਨ, ਇਹ ਦਿਨਾਂ ਦੇ ਵਿੱਚ ਹੌਲੀਡੇ ਸੀਜ਼ਨ, ਕ੍ਰਿਸਮਸ ਦਾ ਸੀਜ਼ਨ, ਅਕਸਰ ਇਹ ਡਿਸਕਸ਼ਨ ਆਪਣੀ ਕਮਿਊਨਿਟੀ ਦੇ ਵਿੱਚ ਚੱਲਦੀ ਹੈ। ਇਸ ਵਿਸ਼ੇ 'ਤੇ ਮੈਂ ਖੁੱਲ੍ਹ ਕੇ ਗੱਲਬਾਤ ਕਰਨੀ ਚਾਹੁੰਦਾ। ਅਸਲ ਆਹ ਘੰਟਾ ਮੈਂ ਇਹਦੇ ਲਈ ਡੈਜ਼ਿਗਨੇਟ ਕੀਤਾ, ਪਰ ਕਿਸਾਨੀ ਸੰਘਰਸ਼ 'ਤੇ ਜਾਂ ਤੁਹਾਡੀ ਗੱਲ ਕੋਈ ਤੁਸੀਂ ਕਰਨੀ ਚਾਹੁੰਦੇ ਹੋ ਨਾ, ਮੈਂ ਫਿਰ ਮੇਰੇ ਤੁਹਾਡੇ ਮਨ ਦੇ ਵਿੱਚ ਜਿਹੜੀ ਗੱਲ ਰਹਿ ਜਾਂਦੀ ਹੈ ਤੁਸੀਂ ਮਹਿਸੂਸ ਕਰਦੇ ਹੋ। ਸਰਵੇਖਣ ਇੱਕ ਐਂਗਸ ਰੀਡ ਨੇ ਕੀਤਾ 1988 ਤੋਂ 2019 ਤੱਕ, ਆਹ ਸਾਲ ਤਾਂ ਹਾਲੇ ਗੱਲੇ ਨਹੀਂ ਕੀਤੀ ਕਿ ਕੀ ਕ੍ਰਿਸਮਸ ਧਾਰਮਿਕ ਹੈ, ਕੀ ਇਹ ਫੈਸਟੀਵਲ ਫਨ ਹੈ ਜਾਂ ਬਰਾਬਰ ਹੈ। ਰਿਲੀਜੀਅਸ 1988 ਦੇ ਵਿੱਚ ਲੋਕ 27% ਕਹਿੰਦੇ ਸੀ ਤੇ 99 'ਚ ਕਹਿੰਦੇ ਨਹੀਂ ਹੁਣ ਇਹ ਧਾਰਮਿਕ ਨਹੀਂ ਰਿਹਾ। ਫੈਸਟੀਵਲ ਤੇ ਫਨ 88 'ਚ ਲੋਕ 43% ਕਹਿੰਦੇ ਸੀ ਤੇ ਹੁਣ ਕਹਿੰਦੇ ਨੇ 63%। ਉਹ ਕਹਿੰਦੇ ਫਨ ਹੈ, ਕੋਈ ਇਹ ਰਾਜ ਨਹੀਂ, ਮਤਲਬ ਕੋਈ ਧਾਰਮਿਕ ਨਹੀਂ ਹੈ। ਆਪਣੀ ਜਿਹੜੀ ਦੂਜੀ ਪੀੜ੍ਹੀ ਹੈ ਉਹਦੇ ਮਨ ਦੇ ਵਿੱਚ ਬਹੁਤ ਹੈ ਵੀ ਕ੍ਰਿਸਮਸ ਦੇ ਸਮੇਂ, ਕਿਉਂਕਿ ਸਕੂਲ ਦੇ ਵਿੱਚ ਵੀ ਕ੍ਰਿਸਮਸ ਟਰੀ ਘਰੇ ਲਿਆਉਣਾ ਹੈ, ਲਾਈਟਿੰਗ ਕਰਨੀ ਹੈ। ਦੂਜੀ ਪੀੜ੍ਹੀ ਨੂੰ ਸਮਝਾਉਣ ਦੀ ਜਿਹੜੀ ਇਹਦੇ ਵਿੱਚ ਇੱਕ ਗੱਲ ਹੈ, ਉਦੋਂ ਪਹਿਲਾਂ ਦੱਸਾਂ ਅੱਗੇ ਜਾਵਾਂ ਜੀ। ਇੱਕ ਵੱਡਾ ਐਕਸੀਡੈਂਟ ਹਾਈਵੇ 1 ਤੇ 196 ਤੇ ਹੋਇਆ। ਟ੍ਰੈਫਿਕ ਬਿਲਕੁਲ ਬਲੌਕਡ ਹੈ। ਹਾਈਵੇ 1 ਤੇ 196 ਤੇ ਮੇਜਰ ਐਕਸੀਡੈਂਟ ਹੈ ਜਿਹੜਾ ਉਹ ਹੋਇਆ, ਖਿਆਲ ਰੱਖਿਓ। ਤੋ ਇਹ ਜਿਹੜੀ ਇੱਥੇ ਮੇਰੇ ਖਿਆਲ ਉਹਨਾਂ ਨੂੰ ਇਹਦੇ ਵਿੱਚ ਕੋਈ ਆਪਾਂ ਨੂੰ ਮਾਪਿਆਂ ਨੂੰ ਇਸ ਚੀਜ਼ 'ਤੇ ਕੋਈ ਮੁਸ਼ਕਿਲ ਨਹੀਂ ਹੋਣੀ ਚਾਹੀਦੀ ਜੇ ਉਹ ਆਪਣੇ ਟਰੀ ਵਗੈਰਾ ਕ੍ਰਿਸਮਸ ਟਰੀ ਘਰੇ ਲਾਉਣਾ ਚਾਹੁੰਦੇ ਨੇ ਜਾਂ ਬਾਹਰ ਘਰ 'ਤੇ ਲਾਈਟਿੰਗ ਕਰਨੀ ਚਾਹੁੰਦੇ ਨੇ, ਕਿਉਂਕਿ ਤੁਸੀਂ ਇੱਕ ਕਮਿਊਨਿਟੀ ਦੇ ਵਿੱਚ ਵਿਚਰਦੇ ਹੋ ਜਿੱਥੇ ਤੁਸੀਂ ਚਾਹੁੰਦੇ ਹੋ ਕਿ ਉਹ ਤੁਹਾਡੇ
ਨਗਰ ਕੀਰਤਨਾਂ ਦੇ ਵਿੱਚ ਜਦ ਆਉਂਦੇ ਨੇ ਅਸੀਂ ਖੁਸ਼ ਹੁੰਦੇ ਹਾਂ ਤਾਂ ਜਦ ਉਹਨਾਂ ਦਾ ਇਹ ਧਾਰਮਿਕ ਦਿਨ ਆਉਂਦਾ ਅਤੇ ਅਸੀਂ ਲਾਈਟਿੰਗ ਕਰਦੇ ਹਾਂ ਤਾਂ ਉਹ ਵੀ ਇਹਦੇ ਲਈ ਗੁੱਡ ਮਹਿਸੂਸ ਕਰਨਗੇ। ਆਲੇ ਦੁਆਲੇ ਕਮਿਊਨਿਟੀ ਜਿਹੜੀ ਹੈ ਤੁਹਾਡੀ, ਵਾਕਈ ਇਹਦਾ ਫਰਕ ਹੈ ਇੱਕ। ਇਸ 'ਤੇ ਕੱਲ੍ਹ ਵੀ ਕੁਛ ਸਮਾਂ ਆਪਾਂ ਗੱਲ ਕਰਾਂਗੇ, ਅੱਜ ਵੀ ਕੁਛ ਕਾਲਰ ਲੈ ਸਕਦਾ। ਸਰਦਾਰ ਰਣਜੀਤ ਸਿੰਘ ਜੀ, ਲਾਈਨ ਨੰਬਰ 1। ਹੈਲੋ, ਹਾਂਜੀ ਰਣਜੀਤ ਰਜ਼ਵਾਨ ਜੀ। ਐਨੀਵੇਜ਼ ਕਾਲ ਡ੍ਰੌਪ ਹੋ ਗਈ ਜੀ, ਦੁਬਾਰਾ ਕਰਿਓ। ਸੋ ਇਹ ਜਿਹੜੀ ਗੱਲ ਕ੍ਰਿਸਮਸ ਦੇ ਟਰੀ ਤੇ ਲਾਈਟਿੰਗ ਤੇ ਕ੍ਰਿਸਮਸ ਨੂੰ ਮਨਾਉਣ ਦੀ, ਗਿਫਟ ਜਿਹੜੇ ਕ੍ਰਿਸਮਸ ਦੇ, ਇਹ ਬਹੁਤ ਵੱਡਾ ਇੱਕ ਇਸ਼ੂ ਹੈ। ਰਣਜੀਤ ਰਜ਼ਵਾਨ ਜੀ, ਫਿਰ ਤੁਹਾਡੀ ਲਾਈਨ ਕੱਟੀ ਗਈ ਜੀ। ਸੋ ਐਨੀਵੇਜ਼ ਇਹ ਜਿਹੜੀ ਘਰ ਦੇ ਵਿੱਚ ਕ੍ਰਿਸਮਸ ਟਰੀ ਵਗੈਰਾ, ਲਾਈਟਿੰਗ ਤੇ ਇਸ ਸਮੇਂ ਗਿਫਟ, ਕਿਉਂਕਿ ਇਹਦੇ ਨਾਲ ਹੁਣ ਇਹਨੂੰ ਬੈਲੈਂਸ ਕਰਨੇ, ਜਿਵੇਂ ਹਰ ਇੱਕ ਜ਼ਿੰਦਗੀ ਦੀ ਚੀਜ਼ ਆਪਾਂ ਬੈਲੈਂਸ ਕਰਦੇ ਹਾਂ, ਬੈਲੈਂਸ ਕਰਨ ਦੀ ਗੱਲ ਇਹ ਹੈ ਕਿ ਦਿਨ ਬਹੁਤ ਵੱਡੇ ਨੇ ਸਾਡੇ ਲਈ। ਜਿਹੜਾ ਪੋਹ ਦਾ ਮਹੀਨਾ, ਅੱਜ 3 ਪੋਹ ਹੋ ਗਈ ਅਤੇ ਸ਼ਨਿਚਰਵਾਰ ਦਾ 6 ਪੋਹ ਆ, ਅਤੇ ਜਿਸ ਦਿਨ ਸਾਹਿਬ ਆਲਮ ਨੇ ਆਪਣਾ ਟਿਕਾਣਾ, ਜਿੱਥੇ ਉਹ ਵੱਡੇ ਹੋਏ, ਜਿੱਥੇ ਸਾਹਿਬਜ਼ਾਦੇ ਖੇਲਦੇ ਨੇ, ਮਲਦੇ ਨੇ, ਉੱਥੋਂ ਉਹਨਾਂ ਨੂੰ ਛੱਡਣਾ ਪਿਆ ਪੋਹ ਦੇ ਦਿਨਾਂ 'ਚ। ਅਤੇ ਅੱਜ ਦੀ ਠੰਡ ਜਿਹੜੀ 5-6 ਡਿਗਰੀ ਹੈ, ਅਤੇ ਅੱਜ ਤੋਂ 3 ਸਦੀਆਂ ਪਹਿਲਾਂ ਕਿੰਨੀ ਠੰਡ ਹੁੰਦੀ ਹੋਊ ਉੱਥੇ। ਇਹ ਇੱਕ ਸੋਚਣ ਦੀ ਗੱਲ ਹੈ। ਉਹ ਵੀ ਦਿਨ ਨਾਲ ਸਾਨੂੰ ਮਨਾਉਣੇ ਪੈਣੇ ਨੇ। ਸਰਦਾਰ ਮਨਜੀਤ ਸਿੰਘ, ਲਾਈਨ ਨੰਬਰ 1। ਹਾਂਜੀ ਗਿੱਲ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਹਾਂਜੀ ਵੀਰ ਜੀ, ਮੈਂ ਵੀ ਇਹ ਚੀਜ਼ ਬਹੁਤ ਸਾਲਾਂ ਤੋਂ ਇਹ ਚੀਜ਼ ਬਾਰੇ ਸੋਚ ਰਿਹਾ ਵੀ ਆਪਾਂ ਨੂੰ ਇਹਨਾਂ ਦਿਨਾਂ ਦੇ ਵਿੱਚ ਸ਼ਾਮਲ ਹੋਣਾ ਚਾਹੀਦਾ ਕਿ ਨਹੀਂ, ਕਿਉਂਕਿ ਆਪਣੇ ਲਈ ਇਹ ਦਸੰਬਰ ਦਾ ਮਹੀਨਾ ਬਹੁਤ ਆਪਾਂ ਉਦਾਸੀ ਦੇ ਨਾਲ ਤੇ ਭਰੇ ਮਨ ਨਾਲ ਮਨਾਉਂਦੇ ਆ, ਕਿਉਂਕਿ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਦਿਨ ਆਉਂਦੇ ਆ। ਇਹਨਾਂ ਦਿਨਾਂ ਦੇ ਵਿੱਚ ਸਾਰਾ ਪਰਿਵਾਰ ਵਿਛੜ ਗਿਆ ਸੀ ਜੀ ਜੀ। ਪਰ ਆਪਾਂ ਨੂੰ, ਮੇਰੇ ਹਿਸਾਬ ਦੇ ਨਾਲ ਵੀ ਆਪਾਂ ਨੂੰ ਇਸ ਤਿਉਹਾਰ ਦੇ ਵਿੱਚ ਆਪਾਂ ਦਿਲੋਂ ਜੇ ਨਹੀਂ ਵੀ ਹੋ ਸਕਦੇ ਤਾਂ ਆਪਾਂ ਬਾਹਰੀ ਤੌਰ ਤੇ ਤਾਂ ਇਹ ਤਿਉਹਾਰ ਦੇ ਵਿੱਚ ਸ਼ਾਮਲ ਹੋ ਸਕਦੇ ਆ। ਇਹ ਮੇਰਾ ਵੀ ਕੰਸਰਨ ਇਹੀ ਸੀਗਾ। ਮੈਂ ਬਹੁਤ ਸਾਲਾਂ ਤੋਂ ਇਹ ਸੋਚ ਰਿਹਾ ਸੀ ਵੀ ਕੋਈ ਰੇਡੀਓ ਹੋਸਟ ਇਹੋ ਜਿਹਾ ਟੌਪਿਕ ਲੈ ਕੇ ਆਵੇ, ਪਰ ਹੋ ਸਕਦਾ ਹੋਰ ਵੀ ਬਹੁਤ ਕਾਲਰ ਮੇਰੇ ਵਿਚਾਰਾਂ ਖੁੱਲ ਕੇ ਆਪਾਂ ਗੱਲਬਾਤ ਕਰਾਂਗੇ ਜੀ। ਹਾਂ, ਕੱਲ ਨੂੰ ਵੀ ਗੱਲ ਕਰਾਂਗੇ ਇਹਦੇ ਤੇ ਮਨਜੀਤ ਸਿੰਘ ਜੀ। ਸ਼ੋਰ ਜੀ, ਥੈਂਕ ਯੂ ਵੀਰ ਜੀ, ਧੰਨਵਾਦ। ਸਰ ਸਵਰਨਜੀਤ ਸਿੰਘ, ਲਾਈਨ ਨੰਬਰ 2। ਸਤਿ ਸ੍ਰੀ ਅਕਾਲ ਜੀ ਗੱਲ ਸਾਹਿਬ। ਸਤਿ ਸ਼੍ਰੀ ਅਕਾਲ ਬਾਈ ਜੀ। ਗੱਲ ਸਾਹਿਬ, ਮੈਨੂੰ ਏਦਾਂ ਸਵਰਨਜੀਤ ਸਿੰਘ ਜੀ, ਤੁਹਾਡੀ ਕਾਲ ਆਵਾਜ਼ ਨਹੀਂ ਜੀ ਆ ਰਹੀ। ਬਾਈ ਜੀ ਤੁਸੀਂ ਬੈਟ ਸਪੋਟ ਤੇ ਕਿਤੇ ਚਲੇ ਗਏ। ਪ੍ਰੋਗਰਾਮ ਤੁਹਾਡੇ ਤੱਕ ਪਹੁੰਚਾ ਰਹੇ ਨੇ ਜੀ ਬਸੰਤ ਮੀਟ ਸ਼ਾਪ, 604 776 3535, 6047763535, 31940 ਸਾਊਥ ਫਰੇਜ਼ਰ ਵੇ ਐਬਸਪੋਰਟ। ਬਸੰਤ ਮੀਟ ਸ਼ਾਪ, ਬਸੰਤ ਮੀਟ ਸ਼ਾਪ ਤੋਂ ਤੁਸੀਂ ਤਾਜ਼ਾ ਮੀਟ, ਸਾਫ਼ ਮੀਟ, ਵਧੀਆ ਮੀਟ, ਕੁਆਲਿਟੀ ਬਹੁਤ ਵਧੀਆ ਲੈ ਸਕਦੇ ਹੋ। ਮੈਰੀਨੇਟ ਕੀਤਾ ਮੀਟ ਤੁਹਾਨੂੰ ਦਿੰਦੇ ਆ ਉਹ। ਕੁਝ ਕੁ ਮੀਟ ਨੇ ਜਿਹੜੇ ਉਹ ਬਣਾ ਕੇ ਵੀ ਤੁਹਾਨੂੰ ਦਿੰਦੇ ਨੇ, ਕੁੱਕ ਕੀਤਾ। 604 776 3535, 31940 ਸਾਊਥ ਫਰੇਜ਼ਰ ਵੇ ਐਬਸਪੋਰਟ। ਸਰਦਾਰ ਮਨਜਿੰਦਰ ਸਿੰਘ ਪੰਧੇਰ, ਉਹਨਾਂ ਦੀ ਸ਼ਾਪ ਬਸੰਤ ਮੀਟ ਸ਼ਾਪ। ਗਗਨ ਸਿੰਘ ਪੰਜਾਬ ਫੋਰੈਕਸ, 604 349 1313। ਪੰਜਾਬ ਨੂੰ ਡਾਲਰ ਇੱਥੇ ਦੇ ਕੇ ਰੁਪਈਏ ਪਹੁੰਚਦੇ ਕਰਨੇ, ਰੁਪਈਏ ਬਾਫਰ ਹੋ ਗਏ ਤਾਂ ਡਾਲਰ ਇੱਥੇ ਲੈਣੇ ਆ ਤਾਂ 604 349 1313। ਸਰ ਸਵਰਨਜੀਤ ਸਿੰਘ ਜੀ। ਆਜਾ ਵੀਰ ਜੀ, ਅੱਗੇ ਪਹਿਲਾਂ ਲਾਈਨ ਕਰੀ। ਕੋਈ ਨਾ ਜੀ, ਕੋਈ ਨਾ। ਹਾਂਜੀ ਹਾਂਜੀ। ਅੱਛਾ ਗੱਲ ਸਾਹਿਬ, ਮੈਂ ਕਿਹਾ ਮੈਂ ਇੱਦਾਂ ਇਹ ਸੋਚਦਾ ਵੀ ਜਿਵੇਂ ਨਾ ਕਈ ਪਿੰਡਾਂ ਦੇ ਵਿੱਚ ਆਪਣੇ ਵਿਆਹ ਰੱਖੇ ਹੁੰਦੇ ਸੀ ਤੇ ਉਦੋਂ 150-150 ਬੰਦਾ ਜਾਂਦਾ ਕਹਿ ਦੇਣਾ, ਤੇ ਫਿਰ ਕਈ ਵਾਰੀ ਇਹੋ ਜਿਹੀ ਘਰ 'ਚ ਟ੍ਰੈਜਡੀ ਵਾਪਰ ਜਾਣੀ ਜਾਂ ਕਿਸੇ ਬਜ਼ੁਰਗ ਚੜਾਈ ਕਰ ਜਾਣਾ, ਫਿਰ ਅਗਲੇ ਨੇ ਕਹਿਣਾ ਵੀ ਚਲੋ ਯਾਰ 2-4 ਬੰਦੇ ਜਾ ਕੇ ਤੇ ਹੁਣ ਉਹ ਚੁੰਨੀ ਚੜਾਵਾ ਜਾਂ ਕਰ ਲਓ, ਹੁਣ ਚੰਗਾ ਨਹੀਂ ਲੱਗਦਾ। ਬਿਲਕੁਲ। ਸੋ ਇਹ ਜਿਹੜਾ ਪੋਹ ਦਾ ਮਹੀਨਾ ਨਾ, ਤੇ ਉਹ ਕ੍ਰਿਸਮਸ ਹੁਣ ਕੁਦਰਤੀ ਆਪਾਂ ਚਲੋ ਇੱਥੇ ਕੈਨੇਡਾ 'ਚ ਆ ਗਏ ਆ, ਬਾਹਰਲੇ ਮੁਲਕਾਂ 'ਚ ਇਹਨਾਂ ਦੇ ਉਹ ਗੋਰਾ ਤਿਉਹਾਰ ਥੋੜਾ ਜਿਹਾ ਚਲੋ ਸੰਜਮ ਨਾਲ ਵਰਤਣਾ ਚੱਲਣਾ ਚਾਹੀਦਾ। ਮਤਲਬ ਇਹ ਨਹੀਂ 20 ਬੰਦੇ ਸੱਦ ਲਓ, ਚਿਕਨ ਪਾੜੀ ਚਲੋ ਤੇ ਪਾਰਟੀਆਂ ਕਰੀ ਚਲੋ ਹਾਲਾਂ 'ਚ, ਮਤਲਬ ਉਹ ਚੀਜ਼ ਵੀ ਚੇਤਾ ਰੱਖਣੀ ਚਾਹੀਦੀ ਨਾਲ, ਕਿਉਂਕਿ ਉਹ ਨਾਲ ਆ ਰਹੀ ਹੈ ਜਿੱਦਾਂ ਸੇਮ ਮੰਥ ਆ ਰਹੀ ਹੈ ਉਹ ਜਿੱਦਾਂ। ਸੋ ਥੋੜਾ ਜਿਹਾ ਉਹ ਜਿਹੜੀ ਖੁਸ਼ੀ ਗਮੀ ਜੀ ਕਰ ਲਓ, ਕਰਨੀ ਆ, ਪਰ ਉਹ ਥੋੜੀ ਜਿਹੀ ਲਿਮਟ 'ਚ ਰਹਿ ਕੇ ਜੀ।
ਲਕਾਰੇ ਨਹੀਂ ਮਾਰਨੇ ਚਾਹੀਦੇ। ਬੈਲੈਂਸ ਰੱਖਣ ਦੀ ਲੋੜ ਹੈ। ਥੈਂਕ ਯੂ ਸਵਰਨਜੀਤ ਸਿੰਘ ਜੀ। ਇਹਨੂੰ ਨਾ ਮੈਂ ਇਸ ਟੌਪਿਕ ਦੇ ਬਾਰੇ ਹੋਰ ਗੱਲ ਕਰਨੀ ਚਾਹੁੰਦਾ ਕਿ ਕਿਸ ਦਿਨ ਖੁੱਲ੍ਹ ਕੇ ਤੁਹਾਨੂੰ ਸਮਾਂ ਖੁੱਲ੍ਹਾ ਦੇਵਾਂਗਾ ਅਤੇ ਫਿਰ ਤੁਸੀਂ ਸ਼ਾਮਲ ਹੋਣਾ। ਇਹ ਸੀ ਜੀ ਅੱਜ ਦਾ ਪ੍ਰੋਗਰਾਮ। ਧੰਨਵਾਦ ਸਾਰੇ ਕਾਲਰਾਂ ਦਾ ਜਿਨ੍ਹਾਂ ਨੇ ਹਿੱਸਾ ਲਿਆ, ਖਾਸ ਤੌਰ 'ਤੇ ਰਾਜੀ ਔਜਲਾ ਦਾ ਜਿਸ ਨੇ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ, ਨਵਕਿਰਨ ਸਿੰਘ ਪੱਤੀ, ਧੰਨਵਾਦ ਸਾਰਿਆਂ ਦਾ। ਅਤੇ ਕੱਲ੍ਹ ਨੂੰ 9 ਵਜੇ ਫੇਰ ਮੁੜ ਤਾਂ